20 ਸਾਲ ਖੇਡਦੇ ਨੇ ਹੋ ਗਏ, ਇੰਨੇ ਅਵਾਰਡ ਜਿੱਤੇ ਨੇ, ਫਿਰ ਅੱਜ ਤੇ ਤੁਸੀਂ ਮੇਰੇ ਕੋਲ ਇੱਥੇ ਰੋਪੜ ਆਏ ਹੋ ਇੰਟਰਵਿਊ ਦੇਣ ਦੇ ਲਈ। ਤੁਹਾਡੀ ਵਧੀਆ ਮਤਲਬ ਕਿ ਮਸਦੀ ਵਗੈਰਾ ਜਾਂ ਆਡੀ ਵਗੈਰਾ 'ਚ ਆਏ ਹੋਣੇ ਅੱਜ ਤੇ? ਹਾਂ, ਆਡੀ 'ਚ ਜ਼ਰੂਰ ਆਉਂਦਾ, ਆਡੀ ਕੀ ਲੈਂਡ ਕਰੂਜ਼ਰ 'ਚ ਆਉਂਦਾ। ਕਾਸ਼ ਜੇ ਮੈਂ ਹੁਣ ਕਹਾਂ ਕਿ ਐਦਾਂ ਨਹੀਂ ਬੋਲਣਾ, ਇਹ ਬੋਲਣਾ ਗਲਤ ਹੋਏਗਾ ਕਿ ਮੈਨੂੰ ਪੰਜਾਬੀ ਹੋਣ ਤੇ ਮਾਣ ਨਹੀਂ ਜਾਂ ਮੈਨੂੰ ਪੰਜਾਬ 'ਚ ਰਹਿਣ ਤੇ ਮਾਣ ਨਹੀਂ, ਪਰ ਪੰਜਾਬ ਨੇ ਕੀਤਾ ਕੁਛ ਨਹੀਂ। ਪੰਜਾਬ ਦੀ ਪਾਲਿਸੀ ਇੱਕ ਪੇਜ ਆ, ਮੈਂ ਭਾਜੀ ਨੂੰ ਕਹਿਣਾ ਕਿ ਥੋੜਾ ਡੀਪ। ਹਰਿਆਣੇ ਦੇ ਕਿੰਨੇ ਪੇਜ? ਇਹ ਹਰਿਆਣੇ ਦੇ 8 ਪੇਜ ਆ ਜੀ। ਪਾਲਿਸੀ ਦੇ 8 ਪੇਜ ਆ। ਫਿਰ ਮਿਲਦੇ ਐਵੇਂ ਥੋੜੀ, ਤੁਸੀਂ ਮੈਨੂੰ ਜੈਗੁਆਰ ਕਹੀ ਜਾਂਦੇ ਭਾਜੀ, ਕੋਈ ਗੱਲ ਆ, ਰੀਜ਼ਨ ਆ ਪਿੱਛੇ। ਆਹ ਹਰਿਆਣਾ ਪਾਲਿਸੀ ਆ ਜੀ 1 2। ਜਿਹੜੀ ਇੱਕ ਕਹਿੰਦੇ ਹੁੰਦੇ ਆ ਵੀ ਕਾਗਜ਼ਾਂ ਦੇ ਵਿੱਚ ਹੀ ਚੱਲਦੀ ਆ ਪਾਲਿਸੀ, ਉਹ ਹਰਿਆਣੇ ਵਾਲੀਆਂ ਦੀ ਉਹ ਤਾਂ ਨਹੀਂ ਆ? ਫਿਰ ਕਹਿੰਦੇ ਚੋਰੀ ਡਕੈਤੀ ਜਾਂ ਗੈਂਗਸਟਰ, ਇਹ ਕਿਉਂ ਜਾਂਦੇ? ਇਹਨਾਂ ਨੂੰ ਇਹਨਾਂ ਦਾ ਹੱਕ ਮਿਲ ਜੇ। ਮੈਂ ਕਹਿੰਦਾ ਕੋਈ ਗੈਂਗਸਟਰ ਬਣ ਹੀ ਨਹੀਂ ਸਕਦਾ, ਸ਼ੌਂਕ ਨਾਲ ਕੋਈ ਨਹੀਂ ਬਣਦਾ ਨਾ। ਅਜੇ ਤੱਕ ਕਿਸੇ ਨੇ ਸੋਚਿਆ ਉਹ ਕਿਸੇ ਮਾਂ ਦਾ ਪੁੱਤ ਬਣ ਜੇ ਜੈਪਾਲ ਭੁੱਲਰ ਭਾਜੀ ਦੀ ਗੱਲ ਕਰ ਲਈਏ, ਉਹਨਾਂ ਦੇ ਫਾਦਰ ਤਾਂ ਇੰਸਪੈਕਟਰ ਸੀਗੇ। ਕਦੀ ਕੋਈ ਪੁਲਿਸ ਆਫਿਸਰ ਸਾਥੀ ਰਹੇ ਹੋ ਜੀ, ਕਦੀ ਕੋਈ ਪੁਲਿਸ ਆਫਿਸਰ ਦਾ ਬੱਚਾ ਗੈਂਗਸਟਰ ਹੀ ਬਣ ਸਕਦਾ? ਕਦੀ ਹੋ ਹੀ ਨਹੀਂ ਸਕਦਾ। ਜਿਹੜੇ ਪਿਓ ਨੇ ਜਿਸ ਮਹਿਕਮੇ ਦੇ ਵਿੱਚ ਨੌਕਰੀ ਕੀਤੀ, ਸੇਵਾ ਕੀਤੀ, ਉਸੇ ਮਹਿਕਮੇ ਨੇ ਪੁੱਤ ਨੂੰ ਟੰਗ ਤੇ ਉਹ ਤਾਂ ਟੰਗਿਆ ਗਿਆ ਜੀ ਕਿਉਂਕਿ ਉਹ ਬੰਦਾ ਸੱਚਾ ਸੀ। ਤਾਂ ਉਹਨਾਂ ਬੰਦਿਆਂ ਦਾ ਦਿਲ ਐਡਾ ਵੱਡਾ ਨਹੀਂ ਸੀ ਕਿ ਉਹ ਆਹ ਹਥਿਆਰ ਚੱਕ ਲੈਣ ਜਾਂ ਉਹ ਗੈਂਗਵਾਰ ਕਰ ਲੈਣ, ਕਦੀ ਵੀ ਨਹੀਂ ਕਰ ਸਕਦੇ ਸੀ। ਬਹੁਤ ਨਰਮ ਦਿਲ ਸੀਗੇ, ਉਹ ਵੀ ਮੇਰੇ ਵਾਂਗੂ ਹੀ ਸੀ। ਸਾਰੇ ਸਪੋਰਟਸਮੈਨ ਕਿੱਦਾਂ ਦੇ ਹੁੰਦੇ, ਤੁਸੀਂ ਇੱਕ ਨੂੰ ਪੁੱਛ ਲਿਓ ਕਿ ਅਸੀਂ ਬਹੁਤ ਰੱਬ ਦਾ ਨਾਂ ਲੈਣ ਵਾਲੇ ਹੁੰਦੇ ਆ। ਸਾਡੇ ਕੋਚ ਤੁਸੀਂ ਸੱਚ ਮੰਨਿਓ, ਥੌੜੀਆਂ ਤੇ ਛੈਣੀਆਂ ਲੈ ਕੇ ਵਿਚਾਰੇ, ਪੇਚਕਸ ਲੈ ਕੇ, ਹਡਲਸ ਹੁੰਦੀਆਂ ਟੱਪਣ ਵਾਲੀਆਂ, ਕਦੀ ਹਡਲ ਠੋਕਦੇ ਮਿਲਦੇ ਮੈਨੂੰ, ਕਦੇ ਵਿਚਾਰੇ ਪੇਚਕਸ ਨਾਲ ਸਕਰੂ ਢਿੱਲੇ ਕਰਦੇ, ਸਟਾਰਟ ਬਲੌਕ ਠੀਕ ਕਰਦੇ ਮਿਲਦੇ। ਇਹ ਕੋਚਾਂ ਦੇ ਕੰਮ ਨਹੀਂ ਹੁੰਦੇ ਜੀ। ਮੈਨੂੰ ਇਟਲੀ ਨੇ ਖੁਦ ਕਿਹਾ ਸੀਗਾ ਕਿ ਤੂੰ ਸਾਡੇ ਦੇਸ਼ ਵੱਲੋਂ ਖੇਡ, ਅਸੀਂ ਤੈਨੂੰ ਰਹਿਣ ਲਈ ਇੱਕ ਫਾਰਮ ਹਾਊਸ ਦਿੰਦੇ ਆ, ਆਹ ਤੇਰੀ ਗੱਡੀ ਆਊ, ਇੰਨੀ ਦੂਰ ਗਰਾਊਂਡ ਹੈ, ਸਾਰਾ ਲੋਕੇਸ਼ਨ ਭੇਜੀ ਮੇਰੇ ਫੋਨ ਦੇ ਵਿੱਚ ਹੈ ਜੀ। ਅੱਜ ਵੀ ਮੈਂ ਗਿਆ ਨਹੀਂ। ਮੈਂ ਕਿਹਾ ਮੈਂ ਮੇਰੇ ਦੇਸ਼ ਨੂੰ ਨਹੀਂ ਛੱਡਣਾ, ਮੈਂ ਮੇਰੀ ਸਟੇਟ ਨੂੰ ਨਹੀਂ ਛੱਡਣਾ। ਮੈਂ ਜੇ ਵਰਲਡ ਚੈਂਪੀਅਨਸ਼ਿਪ ਤੱਕ ਖੇਡ ਸਕਦਾ, ਹਿਸਟਰੀ ਬਣਾ ਸਕਦਾ, ਮੈਂ ਇਸ ਸਟੇਟ 'ਚੋਂ ਖੇਡ ਕੇ ਓਲੰਪਿਕ ਮੈਡਲ ਵੀ ਦੇ ਸਕਦਾ। ਮੈਨੂੰ ਹੁਣ ਸੱਚ ਮੰਨਿਓ, ਹੁਣ ਪਛਤਾਵਾ ਹੋ ਰਿਹਾ ਕਿ ਯਾਰ ਜੇ ਮੈਂ ਉੱਧਰੋਂ ਵੀ ਖੇਡ ਜਾਂਦਾ ਰਹਿਣਾ ਤਾਂ ਮੈਂ ਸਿੱਖ ਹੀ ਸੀ। ਸਾਡੇ ਕੋਚਾਂ ਨੂੰ ਵੀ ਪਤਾ ਹੈ ਪਰ ਬੋਲਦੇ ਨਹੀਂ। ਆਈ ਡੋਂਟ ਨੋ ਕਿਉਂ ਨਹੀਂ ਬੋਲਦੇ, ਡਰਦੇ ਆ ਕਿ ਵਿਚਾਰਿਆਂ ਕੋਲ 9800 ਵਾਲੀ ਵੀ ਖੋਲਣਗੇ ਜੋਬ। ਮੇਰਾ ਖਿਆਲ ਤਾਂ ਹੀ ਨਹੀਂ ਬੋਲਦੇ ਹੋਣਗੇ ਕਿਉਂਕਿ ਬੜੀ ਮੁਸ਼ਕਲ ਨਾਲ ਤਰਲੇ ਕਰਕੇ ਤਾਂ ਲੱਗੇ। ਤੁਹਾਡੇ ਕੋਲ ਤਾਂ ਮੈਂ ਸੂਬੇਦਾਰੀ ਰੈਂਕ ਆ ਮੇਰਾ ਖਿਆਲ। ਜੀ ਤੇ ਤੁਸੀਂ ਫੇਰ ਵੀ ਬੋਲੀ। ਉਹ ਤਾਂ 9800 ਵਾਲੇ ਤਾਂ ਬੋਲ ਵੀ ਸਕਦਾ ਵੀ ਚੱਲ 9800 ਹੀ ਹੈ, ਤੁਸੀਂ ਤਾਂ 65-70 ਵਾਲੇ ਹੋ, ਤੁਸੀਂ ਫੇਰ ਵੀ ਬੋਲੀ ਜਾਂਦੇ ਹੋ। ਤੁਹਾਨੂੰ ਨੌਕਰੀ ਦਾ ਨਹੀਂ ਕੋਈ ਡਰ ਹੈਗਾ ਜੀ? ਤੇ ਜੇ ਬੰਦਾ ਸਿੰਘ ਬਹਾਦਰ ਜੀ ਨੂੰ ਪੜ੍ਹਨਾ, ਫਿਰ ਲੰਡੂਆਂ ਦਾ ਡਰ ਨਹੀਂ ਕਰਨਾ ਕਦੀ ਕਿਸੇ ਦਾ ਵੀ, ਬੋਲਣਾ ਐਂਡ ਸ਼ਰੇਆਮ ਬੋਲਣਾ। 20 ਸਾਲ ਦੇ ਵਿੱਚ ਅਕਾਲੀ ਵੀ ਆਏ, ਕਾਂਗਰਸੀ ਵੀ ਆਏ, ਉੱਠ ਕੇ ਕਿਤੇ ਕੋਈ ਮਿਨਿਸਟਰ ਸਾਨੂੰ ਨਾ ਅਪਰੋਚ ਕਰ ਲਏ ਵੀ ਡਰਾਮੇ ਕਰਕੇ ਚਲ ਗਿਆ ਜੀ ਦਵਿੰਦਰ ਸਿੰਘ ਕੰਗ, ਅਸੀਂ ਆਪ ਮਦਦ ਕੀਤੀ ਸੀ, ਇੰਨੇ ਲੱਖ ਦਾ ਚੈੱਕ ਅਸੀਂ ਆਪ ਇੱਥੇ ਸਨਮਾਨ ਕੀਤਾ ਸੀ। ਮੈਂ ਚੈਲੰਜ ਦੇਣਾ ਜੀ, ਕਿਸੇ ਸਰਕਾਰ ਨੇ ਮੈਨੂੰ ਆਪਣੇ ਥਰੂ ਪਰਸਨਲ ਚੈੱਕ ਦਿੱਤਾ ਹੋਵੇ ਰੁਪਈਏ ਦਾ। ਭਾਈ ਜੀ ਜਿੰਨੇ ਅਵਾਰਡ ਤੁਸੀਂ ਜਿੱਤੇ ਆ, ਜੇ ਤੁਸੀਂ ਹਰਿਆਣੇ 'ਚ ਹੁੰਦੇ ਤਾਂ ਇਹ ਕਿੰਨੇ ਰੁਪਏ ਮਤਲਬ ਕਿ ਤੁਹਾਨੂੰ ਮਿਲ ਜਾਣੇ ਸੀਗੇ? ਇਹ ਹੁਣ ਤੱਕ ਚਲੋ ਇਹ ਵੀ ਗੱਲ ਕਰ ਲੈਣਾ, ਮੈਂ ਥੋੜਾ ਟੋਟਲ ਕਰ ਲਵਾਂ ਜੀ ਕਿ ਕਾਮਨਵੈਲਥ ਹੋ ਗਈ, ਇਹ ਹੋ ਗਿਆ, ਸਾਰਿਆਂ ਦੇ ਵਿੱਚ ਮੇਰੇ ਮੈਡਲ ਨਾ ਮਰਦੇ ਔਰ ਸਾਰਾ ਕੁਝ ਓਕੇ ਕਰਕੇ ਮੈਂ ਅੱਜ ਕਰੀਬ 7 ਕਰੋੜ ਦਾ ਮਾਲਕ ਹੁੰਦਾ। ਅਸੀਂ ਸਾਰੇ ਬਾਹਰ ਹੀ ਜੌਬ ਕਰਦੇ ਹਾਂ, ਸਾਨੂੰ ਸਟੇਟ ਨੇ ਨਹੀਂ ਜੌਬ ਦਿੱਤੀ ਤੇ ਅਸੀਂ ਖੇਡਦੇ ਸਟੇਟ ਵੱਲੋਂ ਮਾਣ ਅਸੀਂ ਪੰਜਾਬੀ ਸਰਦਾਰ ਹੋਣ ਦਾ ਕਰਦੇ ਹਾਂ ਤੇ ਖੇਡੀ ਅਸੀਂ ਭਾਰਤ ਵੱਲੋਂ ਤੇ ਭਾਰਤ ਨੂੰ ਮੈਡਲ ਵੀ ਦਈਏ, ਜਾਂ ਅਸੀਂ ਆਪਣੇ ਡਿਪਾਰਟਮੈਂਟਾਂ ਵੱਲੋਂ ਖੇਡੀਏ, ਮੈਡਲ ਅਸੀਂ ਉਹਨਾਂ ਨੂੰ ਵੀ ਦਈਏ। ਤੇ ਤੁਸੀਂ ਥੋੜਾ ਬਹੁਤਾ ਸੋਚੋ ਸਾਡੇ ਬਾਰੇ, ਅਸੀਂ ਐਡੇ ਗਏ ਗੁਜ਼ਰੇ ਨਹੀਂ ਜਾਂ ਡੈਡ ਨਹੀਂ ਹੋ ਗਏ। ਪੰਜਾਬ ਨੇ ਪਲੇਅਰ ਸਾਂਭੇ ਹੁੰਦੇ ਤਾਂ ਕੀ ਤੁਹਾਡਾ ਸਾਥੀ ਜੈਪਾਲ ਭੁੱਲਰ ਗੈਂਗਸਟਰ ਨਾ ਬਣਦਾ, ਵਿੱਕੀ ਗੌਂਡਰ ਗੈਂਗਸਟਰ ਨਾ ਹੁੰਦਾ? ਮਤਲਬ ਹੀ ਕੋਈ ਨਹੀਂ ਜੀ, ਕਦੀ ਵੀ ਨਾ ਹੁੰਦੇ। ਨੌਜਵਾਨਾਂ ਨੇ ਜੇਕਰ ਨਸ਼ਿਆਂ ਤੋਂ ਦੂਰ ਰਹਿਣਾ ਹੈ ਤਾਂ ਕਿਸੇ ਨਾ ਕਿਸੇ ਖੇਡ ਨੂੰ ਜ਼ਰੂਰ ਚੁਣਨਾ ਚਾਹੀਦਾ ਹੈ। ਗੈਂਗਸਟਰਵਾਦ ਨੂੰ ਖਤਮ ਕਰਨ ਦੇ ਲਈ ਲਗਾਤਾਰ ਖੇਡਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਅਜਿਹੇ ਬਿਆਨ ਤੇ ਅਜਿਹੇ ਭਾਸ਼ਣ ਪੰਜਾਬ ਦੇ ਲੀਡਰਾਂ ਦੇ ਕੋਲੋਂ, ਮੰਤਰੀਆਂ ਦੇ ਕੋਲੋਂ, ਵਿਧਾਇਕਾਂ ਦੇ ਕੋਲੋਂ ਤੁਸੀਂ ਆਮ ਸੁਣੇ ਹੋਣਗੇ ਕਿ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਆਉਣ। ਪਰ ਕੀ ਖੇਡਾਂ ਦੇ ਲਈ ਸਾਧਨ ਮੁਹੱਈਆ ਕਰਵਾਏ ਗਏ ਨੇ ਕਿ ਜਿਹੜੇ ਨੌਜਵਾਨ ਖੇਡ ਚੁੱਕੇ ਨੇ ਉਹਨਾਂ ਨੂੰ ਬਣਦਾ ਸਨਮਾਨ ਮਿਲਿਆ ਕਿ ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ ਵੀ ਵਧੀਆ ਖਿਡਾਰੀਆਂ ਦਾ ਸਨਮਾਨ ਕਰ ਰਿਹਾ? ਇਸ ਬਹੁਤ ਸਾਰੇ ਸਵਾਲ ਨੇ। ਇਹ ਸਵਾਲਾਂ ਦੇ ਜਵਾਬ ਇੱਕ ਖਿਡਾਰੀ ਹੀ ਦੇ ਸਕਦਾ ਹੈ ਤੇ ਉਹ ਖਿਡਾਰੀ ਜੋ ਇੰਟਰਨੈਸ਼ਨਲ ਲੈਵਲ ਤੱਕ ਖੇਡਿਆ ਹੋਵੇ।
ਜਾਂ ਜਿਸ ਨੇ ਰਾਜ ਪੱਧਰੀ ਵੀ ਨੈਸ਼ਨਲ ਲੈਵਲ ਤੇ ਵੀ ਬਹੁਤ ਜ਼ਿਆਦਾ ਅਵਾਰਡ ਜਿੱਤੇ ਹੋਣ। ਤਾਂ ਅਜਿਹਾ ਇੱਕ ਖਿਡਾਰੀ ਹੈ ਜੋ ਨੇਜ਼ਾ ਸੁੱਟਦਾ ਹੈ ਤੇ ਇੰਟਰਨੈਸ਼ਨਲ ਲੈਵਲ ਦੇ ਇੰਡੀਆ ਵੱਲੋਂ ਵੀ ਉਹ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਦੇ ਨੇ। ਨਾਮ ਹੈ ਦਵਿੰਦਰ ਸਿੰਘ ਕੰਗ। ਦਵਿੰਦਰ ਸਿੰਘ ਕੰਗ ਜੈਪਾਲ ਭੁੱਲਰ ਦੇ ਸਾਥੀ ਵੀ ਰਹੇ ਨੇ, ਉਹਨਾਂ ਦੇ ਨਾਲ ਵੀ ਖੇਡੇ ਨੇ। ਗੱਲਾਂ ਇਹ ਵੀ ਹੋਣਗੀਆਂ ਕਿ ਖਿਡਾਰੀ ਗੈਂਗਸਟਰ ਕਿਉਂ ਬਣਦੇ ਨੇ, ਬਹੁਤ ਸਾਰੇ ਸਵਾਲ ਨੇ, ਪਰ ਉਹ ਤੋਂ ਪਹਿਲਾਂ ਬਹੁਤ ਸਵਾਗਤ ਬਾਈ ਜੀ। ਸਤਿ ਸ਼੍ਰੀ ਅਕਾਲ ਭਾਜੀ। ਪੰਜਾਬੀ ਲੋਕ ਚੈਨਲ ਦਾ ਸਾਰਿਆਂ ਨੂੰ ਦੇਖਣ ਵਾਲਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਸਤਿ ਸ਼੍ਰੀ ਅਕਾਲ ਭਾਜੀ। ਦਵਿੰਦਰ ਬਾਈ ਜੀ, ਤੁਸੀਂ ਹੁਣ ਤੱਕ ਕਿੱਥੇ ਕਿੱਥੇ ਖੇਡੇ ਹੋ ਤੇ ਕੀ ਭਾਰਤ ਤੋਂ ਇਲਾਵਾ ਮਤਲਬ ਕਿ ਪੰਜਾਬ ਤੋਂ ਇਲਾਵਾ ਹੋਰ ਕਿਸੇ ਆਪਣੇ ਭਾਰਤ ਨੂੰ ਵੀ ਰਿਪਰੈਜ਼ੈਂਟ ਕੀਤਾ? ਜੀ ਭਾਜੀ, ਮੈਂ ਹੁਣ ਤੱਕ ਮਤਲਬ ਜੇ ਸ਼ੁਰੂ ਤੋਂ ਸਟਾਰਟ ਕਰਾਂ ਤਾਂ ਪੰਜਾਬ ਦਾ ਰਿਕਾਰਡ ਮੇਰੇ ਨਾਮ ਤੇ ਹੈ ਜੈਵਲਿਨ ਥਰੋ ਦੇ ਵਿੱਚ, ਜੋ 83 ਸਮਥਿੰਗ ਹੈ। ਉਸ ਤੋਂ ਇਲਾਵਾ ਮੈਂ ਇੰਡੀਆ ਦੇ ਵਿੱਚ ਟੋਟਲ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਹੋਏ ਮੈਂ 25 ਵਾਰ ਨੈਸ਼ਨਲ ਚੈਂਪੀਅਨ, ਰਾਸ਼ਟਰੀ ਚੈਂਪੀਅਨ। ਉਸ ਤੋਂ ਇਲਾਵਾ ਮੈਂ ਅਨੇਕਾਂ ਇੰਟਰਨੈਸ਼ਨਲ ਟੂਰਨਾਮੈਂਟ ਖੇਲੇ, ਵੱਡੇ ਕੰਪੀਟੀਸ਼ਨ ਤੇ ਖੇਲੇ। ਓਲੰਪਿਕ ਨੂੰ ਛੱਡ ਕੇ ਮੈਂ ਸਭ ਕੁਝ ਖੇਡ ਲਿਆ। ਓਲੰਪਿਕ ਵੀ ਇਸ ਵਾਰੀ ਖੇਲ ਜਾਂਦਾ ਜੇ ਇਹ ਲਾਕਡਾਊਨ ਨਾ ਹੁੰਦਾ। ਇਹ 60 ਦਿਨ ਦੀ ਮਾਰ ਕਰਕੇ ਟੋਟਲ ਅਸੀਂ, ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਜ਼ੀਰੋ ਹੋ ਗਏ ਹਾਂ। ਮੈਂ ਖੇਤਾਂ 'ਚ ਟ੍ਰੇਨਿੰਗ ਕਰਦਾ ਰਿਹਾ। ਮੈਂ ਆਪਣੇ ਆਪ ਨੂੰ ਅਜਮਾਊਂਗਾ ਕੰਪੀਟੀਸ਼ਨ ਦੇ ਵਿੱਚ। ਇਸ ਤੋਂ ਇਲਾਵਾ ਮਤਲਬ ਮੈਂ 3 ਵਾਰੀ ਏਸ਼ੀਅਨ ਚੈਂਪੀਅਨ ਹਾਂ ਤੇ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਮੈਂ ਹਿਸਟਰੀ ਬਣਾਈ ਸੀਗੀ। ਉਹ ਗੁਰੂ ਮਹਾਰਾਜ ਦੀ ਕਿਰਪਾ ਰਹੀ ਹੈ ਕਿ ਉੱਥੇ ਉਹਨਾਂ ਨੇ ਸਿਰ ਤੇ ਹੱਥ ਰੱਖਿਆ, ਔਰ ਪਹਿਲਾ ਭਾਰਤੀ ਸੀਗਾ, ਸਿੱਖ ਸੀ, ਜਿਹੜਾ ਹੁਣ ਤੱਕ ਲੰਡਨ ਦੇ ਵਿੱਚ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਪਹੁੰਚਿਆ ਸੀ। ਅੱਛਾ ਜੀ। ਜੀ ਸਰ। ਤੇ ਮਤਲਬ ਮੈਨੂੰ ਹੁਣ ਤੱਕ ਗੇਮ ਕਰਦੇ 20 ਸਾਲ ਹੋ ਗਏ ਨੇ। ਮੈਂ ਤਕਰੀਬਨ ਆਪਣੀ 9th ਕਲਾਸ ਦੇ ਵਿੱਚ ਗੇਮ ਸਟਾਰਟ ਕਰ ਦਿੱਤੀ ਸੀ ਭਾਜੀ, ਤੇ ਹੁਣ ਤੱਕ ਲਗਾਤਾਰ ਖੇਲਦਾ ਆ ਰਿਹਾ ਔਰ ਗਿਵ ਅਪ ਨਹੀਂ ਹੈ, ਕੰਟੀਨਿਊ ਕਰ ਰਿਹਾ ਹਾਂ। ਹੁਣ ਵੀ ਹਿੰਮਤ ਨਹੀਂ ਹਾਰੀ। ਅਗਲੇ ਸਾਲ ਕਾਮਨਵੈਲਥ ਗੇਮਸ ਨੇ, ਏਸ਼ੀਅਨ ਗੇਮਸ ਨੇ, ਜੋ ਇੰਗਲੈਂਡ ਦੇ ਵਿੱਚ ਕਾਮਨਵੈਲਥ ਹੋਣੀ ਆ, ਉਹਦੀ ਪੂਰੀ ਤਿਆਰੀ ਕਰ ਰਿਹਾ ਕਿ ਅਗਲੇ ਸਾਲ ਵੀ ਕਾਮਨਵੈਲਥ ਦੇ ਵਿੱਚ ਛੱਡਣਾ ਨਹੀਂ ਆ। ਜੋ ਇਹ ਹੋ ਗਿਆ ਇਹ ਲੋਸਟ ਹੈ, ਇਹਦੀ ਭਰਪਾਈ ਨਾ ਹੋਣੀ ਆ ਨਾ ਹੋਊਗੀ। ਕਿਉਂਕਿ ਇੱਕ ਖਿਡਾਰੀ ਜਦੋਂ ਓਲੰਪਿਕ ਦੀ ਤਿਆਰੀ ਕਰਦਾ ਹੈ, ਇਹ ਓਲੰਪਿਕ 4 ਸਾਲ ਦੇ ਵਿੱਚ ਇੱਕ ਵਾਰੀ ਹੁੰਦੀ ਹੈ। ਇਹ ਬਹੁਤ ਲੰਬਾ ਅਰਸਾ ਹੁੰਦਾ ਭਾਜੀ ਸਾਡੇ ਕੋਲ, ਕਿ ਸਾਨੂੰ ਇੱਕ ਉਹ ਪਲਾਨ ਹੈ ਕਿ 6 ਮਹੀਨੇ ਦੀ ਫਸਲ ਤੋਂ ਪਹਿਲਾਂ ਅਸੀਂ ਸੋਚਦੇ ਹਾਂ, ਤੇ 4 ਸਾਲ ਦੇ ਕੰਪੀਟੀਸ਼ਨ ਤੋਂ ਪਹਿਲਾਂ ਵੀ ਅਸੀਂ ਲਗਾਤਾਰ 3 ਸਾਲ ਸੋਚਦੇ ਹਾਂ। ਇਹ 3 ਸਾਲ ਦੀ ਮਿਹਨਤ ਕੀਤੀ ਐਦਾਂ ਮਿੱਟੀ ਹੋ ਜਾਏਗੀ, ਕਿਉਂਕਿ ਅਸੀਂ 1 ਹਫ਼ਤਾ ਪ੍ਰੈਕਟਿਸ ਛੱਡ ਦਈਏ ਤਾਂ ਅਸੀਂ 1 ਮਹੀਨਾ ਪਿੱਛੇ ਜਾਂਦੇ ਹਾਂ। 60 ਦਿਨ ਪ੍ਰੈਕਟਿਸ ਛੱਡ ਕੇ ਮੈਂ ਸੱਚਮੁੱਚ ਹੀ ਕਮ ਸੇ ਕਮ ਵੀ 1 ਸਾਲ ਪਿੱਛੇ ਚਲਾ ਗਿਆ। ਜਿਵੇਂ ਤੁਸੀਂ 20 ਸਾਲ ਖੇਡਦੇ ਨੇ ਹੋ ਗਏ, ਇੰਨੇ ਅਵਾਰਡ ਜਿੱਤੇ ਨੇ, ਫਿਰ ਅੱਜ ਤੇ ਤੁਸੀਂ ਮੇਰੇ ਕੋਲ ਇੱਥੇ ਰੋਪੜ ਆਏ ਹੋ ਇੰਟਰਵਿਊ ਦੇਣ ਦੇ ਲਈ। ਤੁਹਾਡੀ ਵਧੀਆ ਮਤਲਬ ਕਿ ਮਸਦੀ ਵਗੈਰਾ ਜਾਂ ਆਡੀ ਵਗੈਰਾ 'ਚ ਆਏ ਹੋਣੇ ਅੱਜ ਤੇ? ਫਿਰ ਨਹੀਂ ਸਰ, ਆਡੀ ਵਾਲਾ, ਹਾਂ ਆਡੀ 'ਚ ਜ਼ਰੂਰ ਆਉਂਦਾ। ਆਡੀ ਕੀ ਲੈਂਡ ਕਰੂਜ਼ਰ 'ਚ ਆਉਂਦਾ। ਕਾਸ਼ ਜੇ ਮੈਂ ਹੁਣ ਕਹਾਂ ਕਿ ਐਦਾਂ ਨਹੀਂ ਬੋਲਣਾ, ਇਹ ਬੋਲਣਾ ਗਲਤ ਹੋਵੇਗਾ ਕਿ ਮੈਨੂੰ ਪੰਜਾਬੀ ਹੋਣ ਤੇ ਮਾਣ ਨਹੀਂ ਜਾਂ ਮੈਨੂੰ ਪੰਜਾਬ 'ਚ ਰਹਿਣ ਤੇ ਮਾਣ ਨਹੀਂ। ਪਰ ਪੰਜਾਬ ਨੇ ਕੀਤਾ ਕੁਛ ਨਹੀਂ। ਹਰਿਆਣੇ ਦੇ ਵਿੱਚ ਇੱਕ ਨੋਰਮਲ ਗੱਲ ਕਰਦੇ, ਹਰਿਆਣੇ ਦਾ ਜੂਨੀਅਰ ਪਲੇਅਰ ਵੀ ਜੇ ਕਿਤੇ ਇੰਡੀਆ ਕੈਂਪ 'ਚ ਆਵੇ ਨਾ, ਤਾਂ ਫੋਰਚੂਨਰ ਘੱਟੋ ਘੱਟ ਗੱਡੀ ਫੋਰਚੂਨਰ ਹੁੰਦੀ ਹੈ। ਸਾਡੇ ਕੋਲ ਆਡੀ ਕੁਛ ਨਹੀਂ ਜੀ। ਮੈਂ ਇੱਕ ਕਰੂਜ਼ ਗੱਡੀ ਰੱਖੀ ਆ, ਉਹ ਵੀ ਸੈਕਿੰਡ ਹੈਂਡ ਲਈ ਸੀਗੀ। ਚਲੋ ਸ਼ੁਕਰ ਕਰੋ ਉਹ ਵੀ ਲੈ ਹੋ ਗਈ, ਨਹੀਂ ਤਾਂ ਮੇਰੇ ਕੋਲ ਕੁਛ ਵੀ ਨਹੀਂ ਸੀ। ਪਰ ਜਿੰਨੇ ਤੁਸੀਂ ਅਵਾਰਡ ਦੱਸੇ ਆ, ਤੁਸੀਂ ਜਿੱਤੇ ਹੋ, ਤਾਂ ਇਹਨਾਂ ਦੀ ਜਿਹੜਾ ਇਨਾਮ ਹੈ ਜੀ, ਰਕਮ ਹੈ, ਤੁਸੀਂ ਵਿਨਰ ਰਹੇ ਹੋ, ਤਾਂ ਉਹ ਕਰੋੜਾਂ 'ਚ ਆ ਮੇਰੇ ਹਿਸਾਬ ਦੇ ਨਾਲ। ਦੱਸੋਗੇ ਕੀ? ਸਰ ਨਹੀਂ, ਕਰੋੜਾਂ 'ਚ ਆਪਣੇ ਨਹੀਂ ਹੈਗਾ, ਕਰੋੜਾਂ 'ਚ ਅਦਰ ਸਟੇਟਸ ਦੇ ਵਿੱਚ ਹੈ। ਜਿਵੇਂ ਮੈਂ ਗੱਲ ਕਰਾਂ ਹਰਿਆਣੇ ਦੀ ਗੱਲ ਕਰ ਲੈਣਾ, ਹਾਂਜੀ, ਉੱਥੇ ਬਹੁਤ ਬੁਰੀ ਹਾਲਤ ਨਹੀਂ ਹੈਗੀ ਜਿੱਦਾਂ ਕਿ ਸਾਡੇ ਇੱਥੇ ਕੰਪੀਟੀਸ਼ਨ ਖੇਲਦੇ ਆ। ਜਿੱਦਾਂ ਅਸੀਂ ਇਹਨਾਂ ਨੇ ਹੁਣ ਜ਼ਬਰਦਸਤੀ ਹਰਿਆਣੇ ਪਿੱਛੇ ਲਾ ਕੇ 2018 ਤੋਂ ਬਾਅਦ ਪਾਲਿਸੀ ਚੇਂਜ ਕੀਤੀ ਸੀ। ਉਸ ਤੋਂ ਪਹਿਲਾਂ 26 ਲੱਖ ਏਸ਼ੀਅਨ ਗੇਮ 골ਡ ਮੈਡਲ ਸੀਗਾ ਤੇ 1.5 ਕਰੋੜ ਓਲੰਪਿਕ ਦਾ ਦੇ ਰਹੇ ਆ। ਹੁਣ ਇਹਨਾਂ ਨੇ ਉਹਨਾਂ ਪਿੱਛੇ ਲਾ ਕੇ 1 ਕਰ ਦਿੱਤਾ, ਪਰ ਉਹਨਾਂ ਦਾ 3 ਹੈ। ਉਹਨਾਂ ਦਾ ਇਹ ਓਲੰਪਿਕ ਦਾ ਵਿੱਚ 6 ਕਰੋੜ ਹੈ, ਤੁਸੀਂ 1.5 ਕੀਤਾ। ਉਹਨਾਂ ਦਾ ਜੇ ਹੁਣ ਮੈਂ ਆਪਣੀ ਗੱਲ ਕਰਾਂ, ਮੈਂ ਭਾਜੀ ਖੇਡਿਆ ਔਰ ਖੇਡ ਲਊਂਗਾ, ਹੋਰ ਮੇਰਾ ਕੋਈ ਲੌਂਗ ਪੀਰੀਅਡ ਨਹੀਂ ਹੈਗਾ। ਮੈਂ ਫਾਈਟ ਕਰਦਾ ਆਉਣ ਵਾਲਿਆਂ ਲਈ, ਜੋ ਯੂਥ ਨੇ, ਜੋ ਯੰਗ ਹੈ, ਉਹਨਾਂ ਦੇ ਵਿੱਚ ਭਾਜੀ ਯੂਥ ਓਲੰਪਿਕ ਜੇ ਹਰਿਆਣਾ ਦੀ ਪਾਲਿਸੀ ਖੋਲੋ, ਵਿਦ ਪ੍ਰੂਫ ਨੇ ਮੇਰੇ ਕੋਲ, RTI ਵਿਦ ਨੇ, ਇਹਨਾਂ ਦੇ ਵਿੱਚ ਤੁਸੀਂ ਪਾਲਿਸੀ ਖੋਲੋ ਤੇ ਯੂਥ ਓਲੰਪਿਕ ਦੇ ਵਿੱਚ 골ਡ ਮੈਡਲ ਦੇਣ ਵਾਲੇ ਨੂੰ 2.5 ਕਰੋੜ ਰੁਪਈਆ। ਅੱਛਾ ਜੀ। ਯੂਥ ਏਸ਼ੀਆ ਨੂੰ ਦੇਣ ਵਾਲੇ ਨੂੰ 1.5 ਕਰੋੜ ਰੁਪਈਆ। ਯੂਥ ਹੁੰਦੇ ਨੇ 16 ਸਾਲ ਵਾਲੇ, ਹਾਂਜੀ, ਜੂਨੀਅਰ ਹੁੰਦਾ 20 ਸਾਲ ਤੋਂ ਥੱਲੇ ਵਾਲਾ। ਮੈਂ ਯੂਥ ਦੀ ਗੱਲ ਕਰ ਰਿਹਾ। ਸਾਡੇ ਯੂਥ ਖੇਡਣ ਚਾਹੇ ਮੈਡਲ ਦੇਣ, ਉਹਨਾਂ ਨੂੰ ਕੁਝ ਨਹੀਂ ਮਿਲਦਾ, ਨਾ ਅੱਜ ਤੱਕ ਮਿਲਿਆ। ਔਰ ਐਦਾਂ ਦੀ ਗੱਲ ਨਹੀਂ ਕਿ ਪੰਜਾਬ ਬਿਲਕੁਲ ਹੀ ਇੱਕ ਕਹਿ ਲਾਂ ਕਿ ਡੈੱਡ ਹੋ ਚੁੱਕਾ ਹੈ। ਸਾਡੇ ਖਿਡਾਰੀ ਜ਼ੋਰ ਲਾਉਂਦੇ ਆ, ਉਹ ਆਪਣੇ ਪੇਰੈਂਟਸ ਦੇ ਦਮ ਤੇ ਲਾਉਂਦੇ, ਕਰਜ਼ਾਈ ਹੋ ਕੇ ਲਾਉਂਦੇ ਆ। ਮੈਂ ਹੁਣ ਤੱਕ ਲਾਉਂਦਾ ਰਿਹਾ, ਉਹ ਵੀ ਮੇਰੇ ਵੱਲ ਦੇਖ ਕੇ ਲਾਈ ਜਾਂਦੇ ਨੇ। ਬਹੁਤ ਵਧੀਆ ਲੱਗਦਾ ਕਿ ਅਸੀਂ ਹਿੰਮਤ ਨਹੀਂ ਹਾਰੇ। ਕਿਤੇ ਨਾ ਕਿਤੇ ਪੰਜਾਬੀ ਹੋਣ ਦਾ ਮਾਣ ਲੱਗਦਾ ਕਿ ਨਹੀਂ ਅਸੀਂ ਹਾਰੇ ਨਹੀਂ, ਸਾਡੇ ਬਾਬੇ ਬਜ਼ੁਰਗ ਨਹੀਂ ਹਾਰਦੇ ਸੀ, ਅਸੀਂ ਵੀ ਨਹੀਂ ਹਾਰਦੇ। ਪਰ ਸਮਾਂ ਇਹ ਸਾਨੂੰ ਹਰਾ ਰਿਹਾ। ਤੁਸੀਂ ਗਰਾਊਂਡ ਵਰਕ ਦੇ ਉੱਪਰ ਜਦੋਂ ਆਓਗੇ ਨਾ, ਸਾਡੀਆਂ ਗਰਾਊਂਡਸ ਦੇਖਿਓ, ਬਹੁਤ ਬੁਰੀ ਹਾਲਤ ਹੈ ਭਾਜੀ ਗਰਾਊਂਡ ਦੀ। ਗਰਾਊਂਡ ਜਿੱਥੇ ਮੈਂ ਟ੍ਰੇਨਿੰਗ ਕਰ ਰਿਹਾ,
ਉਹ 1995 ਦੇ ਵਿੱਚ ਟਰੈਕ ਬਣਿਆ ਸੀ ਸਪੋਰਟਸ ਕਾਲਜ ਦਾ। ਇੱਕ ਟਰੈਕ ਦੀ ਬੁਨਿਆਦ 16 ਸਾਲ ਹੁੰਦੀ ਹੈ। ਉਹਦੀ ਬੁਨਿਆਦ ਉਹ 95 ਤੋਂ ਲੈ ਕੇ ਹੁਣ ਤੱਕ ਉਹ ਇੰਨਾ ਕੁ ਫੱਟਰ ਹੋ ਚੁੱਕਾ, ਸੀਮੈਂਟ ਵੀ ਬਹੁਤ ਵਧੀਆ ਉਹਦੇ ਨਾਲੋਂ। ਤੇ ਪੰਜਾਬ ਦੇ ਵਿੱਚ ਟੋਟਲ ਹੁਣ ਤੱਕ ਜੇ ਗੱਲ ਕਰਾਂ ਤੇ 3 ਸਿੰਥੈਟਿਕ ਟਰੈਕ ਨੇ, ਜਿੱਦਾਂ ਜੋ ਪੰਜਾਬ ਗਵਰਨਮੈਂਟ ਦੇ ਅੰਡਰ ਆਉਂਦੇ ਆ, ਤੇ ਬਾਕੀ ਜੋ ਨੇ ਉਹ ਯੂਨੀਵਰਸਿਟੀ ਦਾ ਹੋ ਗਿਆ, ਥਾਪਰ ਯੂਨੀਵਰਸਿਟੀ ਦਾ ਹੋ ਗਿਆ, ਤੇ ਸੰਗਰੂਰ ਦੇ ਵਿੱਚ ਹੈ, ਇੱਕ ਲੁਧਿਆਣੇ ਦੇ ਵਿੱਚ ਔਰ ਇੱਕ ਜਲੰਧਰ ਦੇ ਵਿੱਚ ਹੈ। ਇਹ 3 ਟਰੈਕ ਨੇ, ਸੌਰੀ ਬਠਿੰਡਾ ਦੇ ਵਿੱਚ। ਇਹ 3 ਪੰਜਾਬ ਗਵਰਨਮੈਂਟ ਦੇ ਆ। ਇਹਨਾਂ ਤਿੰਨਾਂ ਦੀ ਤੁਸੀਂ ਹਾਲਤ ਦੇਖ ਲਿਓ, ਬਹੁਤ ਬੁਰੀ ਆ। ਲੁਧਿਆਣੇ ਵਾਲੇ ਦੇ ਵਿੱਚ ਵੀ ਲੇਅਰ ਫਟ ਚੁੱਕੀਆਂ, ਐਕਸਪਾਇਰ ਹੋ ਗਿਆ, 2002 ਦਾ ਬਣਿਆ ਹੋਇਆ, 16 ਸਾਲ ਤੋਂ ਉਹ ਵੀ ਟੱਪ ਗਿਆ। ਇਹ ਕਿਤੇ ਨਾ ਕਿਤੇ ਸਰਕਾਰ ਇੰਨੀ ਨਾਕਾਮੀ ਹੋ ਗਈ ਹੈ ਜੀ, ਕੋਈ ਦੇਖ ਨਹੀਂ ਰਿਹਾ। ਮੈਂ ਚੈਨਲ ਦੇ ਮਾਧਿਅਮ ਰਾਹੀਂ ਵੀ ਇੰਨਾ ਕਹਿਣਾ ਚਾਹੁੰਦਾ ਜੀ, ਸਪੋਰਟਸ ਦੇ ਵਿੱਚ ਆਓ, ਤੁਸੀਂ ਦੇਖੋ ਤਾਂ ਸਹੀ ਹਾਲਤ ਕੀ ਸਾਡਾ ਯੂਥ ਨਸ਼ਿਆਂ 'ਚ। ਤੁਸੀਂ ਵੀ ਬੋਲਦੇ ਹੋ, ਸਾਰੀ ਦੁਨੀਆ ਬੋਲਦੀ ਹੈ ਨਸ਼ਿਆਂ 'ਚ ਕਿਉਂ ਆ ਸਰ। ਜੇ ਤੁਸੀਂ ਗਰਾਊਂਡ ਦੇ ਵਿੱਚ ਆਓਗੇ ਨਾ, ਇੱਕ ਤੁਹਾਨੂੰ ਪਲੇਟਫਾਰਮ ਮਿਲਦਾ ਹੈ ਕਿ ਤੁਸੀਂ ਮਿਹਨਤ ਕਰਦੇ ਹੋ, ਤੁਸੀਂ ਨਸ਼ੇ ਵੱਲ ਜਾ ਨਹੀਂ ਸਕਦੇ। ਫਿਰ ਕਹਿੰਦੇ ਚੋਰੀ ਡਕੈਤੀ ਜਾਂ ਗੈਂਗਸਟਰ, ਇਹ ਕਿਉਂ ਜਾਂਦੇ? ਇਹਨਾਂ ਨੂੰ ਇਹਨਾਂ ਦਾ ਹੱਕ ਮਿਲ ਜੇ, ਮੈਂ ਕਹਿੰਦਾ ਕੋਈ ਗੈਂਗਸਟਰ ਬਣ ਹੀ ਨਹੀਂ ਸਕਦਾ। ਸ਼ੌਂਕ ਨਾਲ ਕੋਈ ਨਹੀਂ ਬਣਦਾ ਨਾ, ਅਜੇ ਤੱਕ ਕਿਸੇ ਨੇ ਸੋਚਿਆ ਹੋਊ ਕਿਸੇ ਮਾਂ ਦਾ ਪੁੱਤ ਬਣ ਜੇ ਜੈਪਾਲ ਭੁੱਲਰ ਭਾਜੀ ਦੀ ਗੱਲ ਕਰ ਲਈਏ, ਉਹਨਾਂ ਦੇ ਫਾਦਰ ਤਾਂ ਇੰਸਪੈਕਟਰ ਸੀਗੇ। ਕਦੀ ਕੋਈ ਪੁਲਿਸ ਸਾਥੀ ਰਹੇ ਹੋ ਜੀ, ਕਦੀ ਕੋਈ ਪੁਲਿਸ ਆਫੀਸਰ ਦਾ ਬੱਚਾ ਗੈਂਗਸਟਰ ਹੀ ਬਣ ਸਕਦਾ ਹੈ? ਕਦੀ ਹੋ ਹੀ ਨਹੀਂ ਸਕਦਾ। ਜਦੋਂ ਇੱਕ ਟੀਚਰ ਆਪਣੇ ਬੱਚੇ ਨੂੰ ਗੁੱਡ ਟੀਚਿੰਗ ਦਿੰਦਾ ਵੀ ਮੇਰਾ ਬੱਚਾ ਕੱਲ੍ਹ ਨੂੰ ਵੱਡਾ ਹੋ ਕੇ ਲੈਕਚਰਰ ਬਣੇ, ਸਾਇੰਟਿਸਟ ਬਣੇ, ਕੁਛ ਬਣੇ, ਇੰਸਪੈਕਟਰ ਦਾ ਵੀ ਫਰਜ਼ ਹੁੰਦਾ ਹੈ ਕਿ ਉਹਨਾਂ ਨੇ ਵੀ ਬਹੁਤ ਵੱਡੇ ਵੱਡੇ ਆਪਣੇ ਪੁੱਤਰ ਨੂੰ ਦਿੱਤੇ ਹੋਣਗੇ ਕਿ ਤੂੰ ਵੱਡਾ ਹੋ ਕੇ ਆਹ ਬਣਨਾ। ਔਰ ਉਹ ਨੈਸ਼ਨਲ ਲੈਵਲ ਦਾ ਐਥਲੀਟ ਸੀਗਾ। ਸਾਡੇ ਨੈਸ਼ਨਲ ਦੀ ਕੋਈ ਪਾਲਿਸੀ ਨਹੀਂ ਆ। ਪਰ ਜਿਹੜੇ ਪਿਓ ਨੇ ਜਿਸ ਮਹਿਕਮੇ ਦੇ ਵਿੱਚ ਨੌਕਰੀ ਕੀਤੀ, ਸੇਵਾ ਕੀਤੀ, ਉਸੇ ਮਹਿਕਮੇ ਨੇ ਪੁੱਤ ਨੂੰ ਟੰਗਤੇ। ਉਹ ਤਾਂ ਟੰਗਿਆ ਗਿਆ ਜੀ ਕਿਉਂਕਿ ਉਹ ਬੰਦਾ ਸੱਚਾ ਸੀ, ਹੋਰ ਗੱਲ ਕੋਈ ਨਹੀਂ ਸੀ। ਸੱਚਾ ਸੀ, ਇਮਾਨਦਾਰ ਸੀ, ਹੱਕ ਨਹੀਂ ਮਿਲਿਆ। ਔਰ ਬਹੁਤ ਵਧੀਆ ਪਲੇਅਰ ਸੀਗਾ। ਹੋਰ ਵੀ ਬਹੁਤ ਵਧੀਆ ਪਲੇਅਰ ਨੇ ਗੈਂਗਸਟਰ ਜਿਹੜੇ ਚਲੇ ਗਏ। ਵਿੱਕੀ ਗੌਂਡਰ ਬਹੁਤ ਵਧੀਆ ਪਲੇਅਰ ਰਿਹਾ, ਨੈਸ਼ਨਲ ਲੈਵਲ ਦਾ ਉਹ ਵੀ ਸੀਗਾ। ਪ੍ਰੇਮਾ ਲਾਹੌਰੀਆ ਰਿਹਾ, ਹੋਰ ਵੀ ਅਨੇਕਾਂ ਨੇ ਮੇਰੇ ਤੋਂ ਸੀਨੀਅਰ ਨੇ, ਉਹਨਾਂ ਦੇ ਮੈਂ ਮਤਲਬ ਨਾਮ ਲੈ ਸਪੋਰਟਸ ਪਰਸਨ ਤੇ ਮੈਂ ਤੁਸੀਂ ਨਾਮ ਜ਼ਰੂਰ ਲੈ ਸਕਦੇ ਹੋ, ਪਰ ਸਪੋਰਟਸ ਪਰਸਨ ਇੱਕ ਬਹੁਤ ਨਰਮ ਦਿਲ ਦਾ ਹੁੰਦਾ ਬਾਈ ਜੀ, ਉਹਦੇ ਰਹਿਮ ਹੁੰਦਾ, ਦੂਜਿਆਂ ਦੀ ਭਾਵਨਾਵਾਂ ਨੂੰ ਵੀ ਸਮਝਦਾ। ਫਿਰ ਇੱਕ ਸਪੋਰਟਸ ਪਰਸਨ ਕਠੋਰ ਦਿਲ ਕਿਵੇਂ ਹੋ ਜਾਂਦਾ? ਭਾਜੀ ਸਪੋਰਟਸਮੈਨ, ਮੈਂ ਆਪਣੀ ਗੱਲ ਦੱਸ ਦਿੰਦਾ ਤੁਹਾਨੂੰ, ਅਸੀਂ ਕਦੀ ਕਿਸੇ ਨੂੰ ਗਾਲ ਕਹਿਣ ਤੋਂ ਵੀ ਝਿਜਕਦੇ ਹਾਂ, ਡੰਡਾ ਵੀ ਨਹੀਂ ਮਾਰਦੇ ਕੁੱਤੇ ਦੇ, ਕਿਉਂਕਿ ਸਾਨੂੰ ਐਂ ਲੱਗਦਾ ਕਿ ਯਾਰ ਇਹਦੇ 'ਚ ਜਾਨ ਹੈ, ਸਾਨੂੰ ਸਿਖਾਇਆ ਇਹ ਜਾਂਦਾ। ਤੁਸੀਂ ਆਪ ਸੋਚੋ, ਇੱਕ ਗੁਰਦੁਆਰਾ ਸਾਹਿਬ ਦੇ ਪਾਠੀ ਨੇ, ਉਸ ਵੇਲੇ 4 ਵਜੇ ਉੱਠ ਕੇ ਤਾਬਿਆਂ ਤੇ ਬਹਿ ਜਾਂਦੇ, ਪਾਠ ਕਰਦੇ ਨੇ, ਮਹਾਰਾਜ ਦਾ ਨਾਮ ਲੈਂਦੇ। ਉਹ ਡੇਲੀ ਡਿਊਟੀ, ਗੁਰੂ ਘਰ ਦੇ ਵਜ਼ੀਰ ਨੇ, ਉਹ ਬਹੁਤ ਮਤਲਬ ਟਫ ਡਿਊਟੀ ਹੈ। ਐਦਾਂ ਹੀ ਸਾਡੀ, ਅਸੀਂ ਵੀ 4 ਵਜੇ ਉੱਠਦੇ ਹਾਂ, ਪਰ ਅਸੀਂ ਇੰਨੀ ਕੁ ਦੇਹ ਤੜਾਉਂਦੇ, ਪਹਿਲਾਂ ਮਾਲਕ ਦਾ ਨਾਮ ਲੈ ਕੇ, ਫਿਰ ਦੇਹ ਤੜਾਈ ਦੀ 9 ਵਜੇ ਤੱਕ, 5 ਘੰਟੇ ਸਵੇਰੇ ਔਰ 6 ਘੰਟੇ ਸ਼ਾਮ ਨੂੰ। ਹੋਸ਼ ਸਾਨੂੰ ਵੀ ਨਹੀਂ ਰਹਿੰਦੀ। ਔਰ ਫਿਰ ਕਿਸੇ ਦੇ ਵੱਟਾ ਮਾਰਨਾ ਜਾਂ ਕਿਸੇ ਨੂੰ ਗਾਲ ਕੱਢਣੀ, ਇਦਾਂ ਦਾ ਸਾਡਾ ਜ਼ਮੀਰ ਨਹੀਂ ਹੁੰਦਾ। ਸਭ ਤੋਂ ਨਰਮ ਦਿਲ ਹੁੰਦੇ ਆ। ਇਹ ਚੀਜ਼ ਇਦਾਂ ਹੁੰਦੀ ਕਿ ਤੁਸੀਂ ਫਿਲਮਾਂ ਦੇ ਵਿੱਚ ਵੀ ਦੇਖਿਆ ਹੋਣਾ, ਇਹ ਖੁਦ ਹੀ ਜਦੋਂ ਉਹਨਾਂ ਨਾਲ ਧੱਕਾ ਹੋ ਜਾਂਦਾ, ਪਤਾ ਲੱਗਦਾ ਸਾਨੂੰ ਗਲਤ ਨਜ਼ਰਾਂ ਔਰ ਸਹੀ ਨਜ਼ਰਾਂ ਦੇਖਦੀਆਂ ਹੁੰਦੀਆਂ ਗਰਾਊਂਡ ਦੇ ਵਿੱਚ। ਸਾਨੂੰ ਬਾਹਰ ਵੀ ਦੇਖਦੇ, ਸਪੋਰਟਸਮੈਨ ਹੈ, ਬਾਡੀ ਚੰਗੀ ਆ, ਖੌਫ ਬਹੁਤ ਹੋਊਗਾ ਇਹਦਾ, ਇਹਨੂੰ ਥੋੜ੍ਹਾ ਜਿਹਾ ਹਾਈਲਾਈਟ ਕਰ ਦਿਓ। ਉਹਨੂੰ ਜਦੋਂ ਸਪੋਰਟ ਮਿਲ ਜਾਂਦੀ ਹੈ, ਪੋਲੀਟੀਸ਼ੀਅਨ ਸਪੋਰਟ ਹੋ ਜਾਂਦੀ ਹੈ, ਫਿਰ ਉਹ ਚੁੱਪ, ਮਤਲਬ ਉਹਨੂੰ ਵੀ ਲੱਗਦਾ ਕਿ ਹਾਂ ਯਾਰ ਸ਼ੁਕਰ ਹੈ ਮੇਰੀ ਕਿਸੇ ਨੇ ਤਾਂ ਬਾਂਹ ਫੜੀ, ਕਿਉਂਕਿ ਘਰਦਿਆਂ ਕੋਲੋਂ ਪੈਸੇ ਨਹੀਂ ਮੰਗਦੇ। ਉਹਦੀ ਇੰਨੀ ਕਿ ਹਿੰਮਤ ਟੁੱਟ ਚੁੱਕੀ ਹੁੰਦੀ, ਮੈਡਲਾਂ ਦਾ ਕੁਝ ਵੈਸੇ ਨਹੀਂ ਮਿਲਣਾ। ਸਾਡੀ ਪਾਲਿਸੀਆਂ ਇਦਾਂ ਦੀਆਂ, ਸਾਨੂੰ ਕੁਝ ਨਹੀਂ ਮਿਲ ਸਕਦਾ ਅੱਗੇ ਜਾ ਕੇ। ਮਤਲਬ ਕਿ ਉਹਨੂੰ ਵੀ ਪਤਾ ਨਹੀਂ ਲੱਗਦਾ ਵੀ ਹੁਣ ਮੈਂ ਗਲਤ ਰਾਹ ਨੂੰ ਪੈਣ ਲੱਗਿਆ। ਨਹੀਂ ਪਤਾ ਜੀ, ਬਿਲਕੁਲ ਨਹੀਂ ਪਤਾ। ਉਹਨਾਂ ਬੰਦਿਆਂ ਦਾ ਦਿਲ ਐਡਾ ਵੱਡਾ ਨਹੀਂ ਸੀ ਕਿ ਉਹ ਆਹ ਹਥਿਆਰ ਚੱਕ ਲੈਣ ਜਾਂ ਉਹ ਗੈਂਗਵਾਰ ਕਰ ਲੈਣ, ਕਦੇ ਵੀ ਨਹੀਂ ਕਰ ਸਕਦੇ ਸੀ। ਬਹੁਤ ਨਰਮ ਦਿਲ ਸੀਗੇ, ਉਹ ਵੀ ਮੇਰੇ ਵਾਂਗੂ ਹੀ ਸੀ। ਜਾਂ ਸਾਰੇ ਸਪੋਰਟਸਮੈਨ ਕਿੱਦਾਂ ਦੇ ਹੁੰਦੇ, ਤੁਸੀਂ ਇੱਕ ਇੱਕ ਨੂੰ ਪੁੱਛ ਲਿਓ ਕਿ ਅਸੀਂ ਬਹੁਤ ਰੱਬ ਦਾ ਨਾਮ ਲੈਣ ਵਾਲੇ ਹੁੰਦੇ ਹਾਂ। ਔਰ ਭਲਵਾਨ ਬੰਦੇ ਜਾਂ ਖਿਡਾਰੀ ਕੋਈ ਵੀ ਬਹੁਤ ਸਾਇਲੈਂਟ ਹੋਣਗੇ। ਅਸੀਂ ਤਾਂ ਵੱਡੇ ਅਫਸਰ ਨੂੰ ਜਿੱਥੇ ਸਲੂਟ ਮਾਰਨ ਦੀ ਗੱਲ ਹੁੰਦੀ, ਉੱਥੇ ਪੈਰੀ ਹੱਥ ਲਾ ਦੀਦਾ ਜਾ ਕੇ, ਕਿ ਜਾਂ ਡਰੀ ਦਾ ਨਹੀਂ ਆ, ਸਿੱਧਾ ਜਾ ਕੇ ਪੈਰੀ ਹੱਥ ਲਾਉਣ। ਸਾਡੀ ਆਦਤ, ਫਿਤਰਤ ਹੈ ਸਾਡੀ, ਤੇ ਰਿਸਪੈਕਟ ਹੁੰਦੀ ਸਾਡੇ ਮਨ 'ਚ। ਕਿਸੇ ਨਾਲ ਗੱਲ ਕਰਨੀ, ਜੀ ਭਾਜੀ ਕਹਿ ਕੇ ਹੀ ਗੱਲ ਕੀਤੀ ਜਾਂਦੀ। ਉਹ ਵੀ ਇਦਾਂ ਦੇ ਹੀ ਸੀ। ਅਸੀਂ ਆਪਸ ਵਿੱਚ ਵੀ ਭਾਜੀ ਭਾਜੀ ਕਹਿ ਕੇ ਗੱਲਾਂ ਕਰਨੀਆਂ। ਤੇ ਇਹ ਕਦੋਂ ਇਹ ਹੋ ਗਿਆ, ਇਹ ਇਹਨਾਂ ਦਾ ਹੀ ਦੁਖੀ ਹੋ ਕੇ ਸਰਕਾਰ ਤੋਂ ਇਨਾਮ ਨਹੀਂ ਮਿਲਣੇ, ਸਾਨੂੰ ਸਾਡਾ ਹੱਕ ਨਹੀਂ ਮਿਲਣਾ। ਫਿਰ ਕਿਤੇ ਨਾ ਕਿਤੇ ਇਹ ਉਧਰ ਨੂੰ ਜੀ ਚਲੇ ਗਏ। ਕੋਈ ਮਾਂ ਦਾ ਪੁੱਤ ਨਹੀਂ ਚਾਹੁੰਦਾ ਮੈਂ ਬਣਾ। ਇਹ ਵਕਤ ਨੇ ਜਾਂ ਇਹਨਾਂ ਨੇ ਬਣਾਤੇ ਜੀ, ਇਹਨਾਂ ਦੇ ਹੱਥੋਂ ਚੜ੍ਹ ਕੇ ਬਣ ਗਏ ਉਹ। ਤੇ ਜਿਵੇਂ ਫਿਰ ਇਹ ਤੇ ਭਾਸ਼ਣਾਂ ਦੇ ਵਿੱਚ ਜਿੱਥੇ ਵੀ ਜਾਂਦੇ ਆ, ਜੇ ਕਾਲਜ ਦੇ ਵਿੱਚ ਕਿਸੇ ਮੰਤਰੀ ਨੂੰ ਜਾਂ ਹੋਰ ਲੀਡਰ ਨੂੰ ਬੁਲਾਉਂਦੇ ਆ ਆਪਾਂ, ਤਾਂ ਉਹ ਇੱਕੋ ਗੱਲ ਕਹਿੰਦਾ ਵੀ ਨਸ਼ੇ, ਅੱਜ ਕੱਲ੍ਹ ਨੌਜਵਾਨਾਂ ਨੂੰ ਨਸ਼ਿਆਂ ਬਾਰੇ ਦੇਣਾ ਪੈਂਦਾ, ਹੁਣ ਹਾਲਾਤ ਅਜਿਹੇ ਨੇ, ਤੇ ਨਾਲ ਫਿਰ ਖੇਡਾਂ ਦੀ ਗੱਲ ਕਰ ਦਿੰਦੇ ਨੇ। ਪਰ ਦੂਜੇ ਪਾਸੇ ਤੁਸੀਂ ਸਾਧਨਾਂ ਦੀ ਗੱਲ ਦੱਸਦੇ ਹੋ ਵੀ ਇੰਨੀ ਖਸਤਾ ਹਾਲਤ ਹੈ। ਸਰ ਹਾਲਤ ਤੁਹਾਨੂੰ ਮੈਂ ਇੰਨੀ ਕੁ ਦੱਸਾਂ, ਸਾਡੇ ਕੋਲ, ਚਲੋ ਮੈਂ ਆਪਣੇ ਗੁਰੂਆਂ ਦੀ ਗੱਲ ਕਰ ਲੈਂਦਾ। ਗੁਰੂ ਸਾਹਿਬਾਨ ਨੇ ਸਾਨੂੰ ਸਭ ਤੋਂ ਵੱਡਾ ਅਹੁਦਾ ਇੱਕ ਦਿੱਤਾ ਸੀ ਕਿ ਉਹਨਾਂ ਨੇ ਗੁਰੂ ਦਾ ਅਹੁਦਾ ਹਮੇਸ਼ਾ ਵੱਡਾ ਰੱਖਿਆ। ਮਾਂ ਪਿਓ ਤੋਂ ਪਹਿਲਾਂ ਗੁਰੂ ਦਾ ਅਹੁਦਾ, ਯਾਨੀ ਕਿ ਸਾਡੇ ਕੋਚਸ।
ਅੱਜ ਦੀ ਹਾਲਤ ਸਾਡੇ ਕੋਚਸ ਦੀ ਇਹ ਆ ਕਿ ਵਿਚਾਰੇ 2500 ਰੁਪਈਏ ਤੋਂ ਲੈ ਕੇ 9800 ਰੁਪਈਆ ਤਨਖਾਹ ਉਹਨਾਂ ਦੀ। ਅੱਛਾ, ਪੰਜਾਬ ਦੇ ਕੋਚਾਂ ਦੀ ਗੱਲ, ਹਰਿਆਣੇ ਦੇ ਉਹੀ ਕੋਚਾਂ ਦੀ ਜੋ ਪ੍ਰਾਈਵੇਟ ਸੋਰਸਸ ਦੇ 25000 ਸਟਾਰਟਿੰਗ ਹੈ ਉਹਨਾਂ ਦੀ। ਸਾਡੇ ਪੱਕੇ ਕੋਚ ਟੋਟਲ ਮੇਰਾ ਖਿਆਲ ਜੀ 160 ਹੈ, ਹਰਿਆਣੇ ਦੇ 600 ਆ। ਸਾਡੇ ਆਊਟ ਆਫ ਸੋਰਸਸ 170 ਨੇ, ਉਹਨਾਂ ਦੇ 150 ਆ। ਹਰਿਆਣੇ 'ਚ ਟੋਟਲ 1300 ਕੋਚ ਹੈ ਔਰ ਸਾਡੇ ਕੋਲ ਟੋਟਲ 350 ਕੋਚ ਹੈ। ਇਹ ਕ੍ਰਾਈਟੇਰੀਆ ਹੈ ਜੀ, ਲਗਭਗ ਇੰਨੇ ਹੋਣਗੇ, ਮੈਂ ਸ਼ੋਰ ਨਹੀਂ ਆ, ਇੱਕ ਅੱਧਾ ਉੱਤੇ ਥੱਲੇ ਹੋ ਸਕਦਾ ਪਰ ਆਮ ਡੈਮ ਸ਼ੋਰ ਕਿ ਇੰਨਾ ਹੀ ਹੋਊਗਾ। ਹੁਣ ਤੁਸੀਂ ਆਪ ਸੋਚੋ 1300 ਕੋਚ ਨੇ 700 ਪਲੇਅਰ ਤਿਆਰ ਕੀਤਾ, ਚਲੋ ਆਪਾਂ 600 ਨੇ ਨਹੀਂ ਕੀਤਾ, 700 ਨੇ ਕਰ ਦਿੱਤਾ। ਹੁਣ 700 ਨੇ ਇੱਕ ਕੀਤਾ ਤੇ 700 ਦੇ ਵਿੱਚੋਂ ਜਦੋਂ ਅਸੀਂ ਲੀਡ ਲੈਨੇ ਨਾ ਨੈਸ਼ਨਲ ਦੇ ਵਿੱਚ ਜਾ ਕੇ ਸਟੇਟ ਨੂੰ ਰਿਪਰੈਜ਼ੈਂਟ ਕਰਦੇ ਹਾਂ ਤੇ ਸਟੇਟ ਇੱਕ ਤਰਫਾ ਚੈਂਪੀਅਨ ਹੋ ਜਾਂਦੀ ਸਾਡੀ। ਸਾਡੇ 350 ਨੇ ਜੇ ਇੱਕ ਵੀ ਤਿਆਰ ਕਰਤਾ, ਅਸੀਂ ਪਹਿਲੇ 10 'ਚ ਤਾਂ ਹੈ ਨਹੀਂ। ਬਹੁਤ ਛਾਲਾਂ ਮਾਰੀ ਜਾਈਦੀਆਂ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਅਸੀਂ ਅਸੀਂ ਉਹ, ਅਸੀਂ ਪਹਿਲੇ 10 'ਚ ਹੈ ਨਹੀਂ ਜੀ। ਯੂਥ ਦੇ ਵਿੱਚ ਅਸੀਂ ਪਹਿਲੇ 10 'ਚ ਹੈ ਨਹੀਂ ਗੇ। ਨੈਸ਼ਨਲ ਗੇਮਾਂ ਦੇ ਵਿੱਚ ਪਹਿਲੇ 10 'ਚ ਹੈ ਨਹੀਂ। ਤੁਸੀਂ ਰੈਸਲਿੰਗ ਚੱਕ ਲਓ, ਜੇ ਰੈਸਲਿੰਗ ਦੇ ਵਿੱਚ ਮੈਨੂੰ ਬਹੁਤਿਆਂ ਦੇ ਨਾਮ ਨਹੀਂ ਪਤਾ। ਜੇ ਜੱਸਾ ਪੱਟੀ ਐਥਲੀਟ ਦੀ ਗੱਲ ਕਰ ਲਈਏ, ਭਲਵਾਨ ਹੈ, ਉਹਨੂੰ ਛੱਡ ਕੇ ਹੋਰ ਕੌਣ ਆ ਰੈਸਲਿੰਗ ਦੇ ਵਿੱਚ ਜਿਹੜਾ ਸੁਸ਼ੀਲ ਕੁਮਾਰ ਵਾਂਗੂ ਜਾਂ ਯੋਗੇਸ਼ਵਰ ਦੱਤ ਵਾਂਗ ਉੱਥੇ ਖੇਡਦਾ ਹੋਵੇ? ਕੋਈ ਪਾਲਿਸੀ ਹੈ ਨਹੀਂ। ਸਾਡੇ ਕਬੱਡੀ ਦੇ ਖਿਡਾਰੀ ਨੇ ਜਿਹੜੇ ਨੈਸ਼ਨਲ ਸਟਾਈਲ ਬਹੁਤ ਘੱਟ ਖੇਡਦੇ, ਉਹ ਸਰਕਲ ਸਟਾਈਲ ਵਿਚਾਰੇ ਖੇਡ ਕੇ ਆਪਣਾ ਗੁਜ਼ਾਰਾ ਕਰਦੇ ਆ। ਉਹਨਾਂ ਨੂੰ ਇਨਾਮ ਫਿਰ ਸਰਕਲ ਸਟਾਈਲ ਦੇ ਵਿੱਚ ਵਧੀਆ ਮਿਲ ਜਾਂਦਾ। ਜੇ ਉਹ ਨੈਸ਼ਨਲ ਖੇਲਣ, ਮੇਰਾ ਖਿਆਲ ਉਹ ਸਾਡੀ ਸਟੇਟ ਨਾਲ ਅੱਗੇ ਆਉਣ ਦੇਵੇ, ਕਿਉਂਕਿ ਨਾਮ ਹੈ ਨਹੀਂ। ਹਰਿਆਣੇ ਦੇ ਵਿੱਚ ਓਨਾ ਹੀ ਸਾਡਾ ਨਾਮ ਆ, ਓਨਾ ਹੀ ਇੱਕ ਕਬੱਡੀ ਵਾਲੇ ਦਾ ਨਾਮ ਆ, ਓਨਾ ਹੀ ਇੱਕ ਰੈਸਲਰ ਦਾ ਨਾਮ ਆ। ਸਾਰੇ ਪਾਰਸ਼ੈਲਿਟੀ ਨਾ, ਉਹ ਪਾਰਸ਼ੈਲਿਟੀ ਇੱਥੇ ਉਹ ਬੁਰੀ ਹਾਲਤ ਹੋ ਚੁੱਕੀ। ਅੱਗੇ ਜੀ ਗੱਲ ਕਰਾਂ ਕੋਚਸ 'ਤੇ ਹੀ ਫੇਰ ਆ ਜਾਂਦਾ। ਇਹਨਾਂ ਦੀ ਮਤਲਬ ਇੰਨੀ ਕੁ ਬੁਰੀ ਹਾਲਤ ਹੈ ਜੀ। ਮੰਨ ਲਓ ਮੈਂ ਇੱਕ ਕੋਚ ਹਾਂ, ਮੇਰਾ ਜ਼ਿਲ੍ਹਾ ਰੋਪੜ ਹੀ ਹੈ, ਮੈਂ ਜੇ ਜਲੰਧਰ ਟ੍ਰੇਨਿੰਗ ਕਰਾ ਰਿਹਾ, ਮੈਂ ਮੈਰਿਡ ਹਾਂ, ਤੇ ਮੈਂ ਜਲੰਧਰ 9800 ਲੈ ਕੇ ਮੈਂ ਆਪਣੇ ਘਰ ਕੀ ਭੇਜੂੰ? ਤੇ ਜਿੱਥੇ ਮੈਂ ਰਹਿ ਰਿਹਾ ਉੱਥੇ ਪੀਜੀ 'ਚ ਕੀ ਦਊਂ? ਤੇ ਮੈਂ 9800 ਦੇ ਵਿੱਚ ਖਾ ਕੇ ਲਊਂ? ਅਸੀਂ ਜੋ ਆਪਣੇ ਘਰ ਦੇ ਵਿੱਚ ਨੋਰਮਲ ਆਪਾਂ ਭਈਆ ਕਹਿ ਲੈਂਦੇ ਆ, ਅਸੀਂ ਭਈਆ ਰੱਖਦੇ ਆ ਨਾ ਜੀ, ਉਹਦੀ 12-11000 ਰੁਪਈਆ ਤਨਖਾਹ ਹੈ। ਇਹ ਸੱਚ ਆ, ਅੱਜ ਦੀ ਡੇਟ 'ਚ ਦੱਸ ਰਿਹਾ, ਕਿਉਂਕਿ 2006 ਦੇ ਵਿੱਚ ਉਹ 4000 ਲੈਂਦੇ ਹੁੰਦੇ ਸੀ, ਅੱਜ ਉਹਦੀ ਇੰਨੀ ਤਨਖਾਹ ਹੈ। ਤੇ ਇੱਕ ਕੋਚ ਦੀ 9800 ਰੁਪਈਆ ਹੀ ਤਨਖਾਹ। ਇੰਨੀ ਬੁਰੀ ਹਾਲਤ ਹੈ ਕਿ ਕੋਚਾਂ ਨੂੰ ਤੁਸੀਂ ਉੱਪਰ ਲਿਆ ਕਿਉਂ ਨਹੀਂ ਰਹੇ? ਉੱਦਾਂ ਅਸੀਂ ਗੁਰੂ ਨੂੰ ਕਹਿੰਦੇ ਆ, ਸਾਡੇ ਆਈਡਲ ਹੁੰਦੇ ਕੋਚ। ਮੈਂ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰ ਰਿਹਾ, ਮੇਰੇ ਸਰ 6 ਬੱਚੇ ਲੈ ਕੇ ਆਏ ਔਰ 6 ਦੇ 6 ਹੀ ਤਕਰੀਬਨ 6 ਫੁੱਟ 1 ਇੰਚ ਹਾਈਟ, 6 ਫੁੱਟ 2। ਸਾਨੂੰ ਬੱਚੇ ਚੁਣਨੇ ਪੈਂਦੇ ਜੀ ਅੱਜ ਕੱਲ੍ਹ। ਹਾਲਤ ਕੀ ਹੋ ਗਈ? ਪਬਜੀ ਨੇ ਕੁਛ ਮਾਰ ਲਏ, ਕੁਛ ਸਾਡੇ ਟੀਵੀ ਸੋਰਸਸ ਨੇ ਮਾਰ ਲਏ, ਫੋਨਾਂ ਨੇ ਮਾਰ ਲਏ। ਇਹ ਚੀਜ਼ਾਂ ਵੱਲ ਆ ਕੇ ਬੰਦਾ ਆਉਂਦਾ ਨਹੀਂ। ਉਹ ਲੈ ਕੇ ਆਏ ਤੇ ਜਦੋਂ ਸਰ ਨੇ ਕਿਹਾ ਕਿ ਵੀ ਉਹਨਾਂ ਦੇ ਪੇਰੈਂਟਸ ਵੀ ਨਾਲ ਆਏ, ਪੇਰੈਂਟਸ ਕਹਿੰਦੇ ਸਰ ਤੁਸੀਂ ਕਿੱਥੇ ਤੱਕ ਖੇਡੇ ਹੋ? ਮੇਰੇ ਸਰ ਕਹਿੰਦੇ ਜੀ ਮੈਂ ਵਰਲਡ ਯੂਨੀਵਰਸਿਟੀ ਕੁਆਲੀਫਾਈ ਕੀਤਾ ਸੀ। ਵਰਲਡ ਯੂਨੀਵਰਸਿਟੀ, ਹੁਣ ਪੂਰੇ ਵਰਲਡ ਦੀ ਯੂਨੀਵਰਸਿਟੀ, ਬਹੁਤ ਵੱਡਾ ਮੰਚ ਹੋ ਜਾਂਦਾ। ਤੇ ਜਦੋਂ ਕਹਿੰਦੇ ਸਰ ਫਿਰ ਤੁਹਾਡੀ ਸੈਲਰੀ ਕਿੰਨੀ ਆ? ਕਹਿੰਦੇ ਜੀ ਮੇਰੀ 9800। ਉਹ ਸਵੇਰ ਦੀ ਗੱਲ ਸੀਗੀ ਤੇ ਸ਼ਾਮ ਨੂੰ ਕੋਈ ਉਹਨਾਂ 6 ਦੇ ਵਿੱਚੋਂ ਇੱਕ ਵੀ ਨਹੀਂ ਆਇਆ। ਕਹਿੰਦੇ ਸਰ ਸਾਡੇ ਪੁੱਤਾਂ ਨੇ ਤੁਹਾਡੇ ਵਾਲੀ ਗੇਮ ਕਰਕੇ ਭੁੱਖੇ ਮਰਨਾ, ਉਹ ਅਸੀਂ ਇਹਨਾਂ ਨਾਲੋਂ ਆਈਲੈਟਸ ਕਰਾਉਣੇ ਤੇ ਬਾਹਰ ਭੇਜ ਦਿੰਦੇ ਆ। ਜੇ ਆਹ ਹਾਲਾਤ ਰਹੇ ਤਾਂ ਰਹਿਣਾ ਕਿੰਨੇ ਇੱਥੇ? ਤੁਸੀਂ ਮੈਨੂੰ ਆਪ ਦੱਸੋ। ਮੈਨੂੰ ਇਟਲੀ ਨੇ ਖੁਦ ਕਿਹਾ ਸੀਗਾ ਕਿ ਤੂੰ ਸਾਡੇ ਦੇਸ਼ ਵੱਲੋਂ ਖੇਡ, ਅਸੀਂ ਤੈਨੂੰ ਰਹਿਣ ਲਈ ਇੱਕ ਫਾਰਮ ਹਾਊਸ ਦਿੰਦੇ ਆ, ਆਹ ਤੇਰੀ ਗੱਡੀ ਆਊ, ਇੰਨੀ ਦੂਰ ਗਰਾਊਂਡ ਹੈ, ਸਾਰਾ ਲੋਕੇਸ਼ਨ ਭੇਜੀ, ਮੇਰੇ ਫੋਨ ਦੇ ਵਿੱਚ ਹੈ ਜੀ ਅੱਜ ਵੀ। ਮੈਂ ਗਿਆ ਨਹੀਂ। ਮੈਂ ਕਿਹਾ ਮੈਂ ਮੇਰੇ ਦੇਸ਼ ਨੂੰ ਨਹੀਂ ਛੱਡਣਾ, ਮੈਂ ਮੇਰੀ ਸਟੇਟ ਨੂੰ ਨਹੀਂ ਛੱਡਣਾ। ਮੈਂ ਜੇ ਵਰਲਡ ਚੈਂਪੀਅਨਸ਼ਿਪ ਤੱਕ ਖੇਡ ਸਕਦਾ, ਹਿਸਟਰੀ ਬਣਾ ਸਕਦਾ, ਮੈਂ ਇਸ ਸਟੇਟ 'ਚੋਂ ਖੇਡ ਕੇ ਓਲੰਪਿਕ ਮੈਡਲ ਵੀ ਦੇ ਸਕਦਾ। ਮੈਨੂੰ ਹੁਣ ਸੱਚ ਮੰਨਿਓ ਹੁਣ ਪਛਤਾਵਾ ਹੋ ਰਿਹਾ ਕਿ ਯਾਰ ਜੇ ਮੈਂ ਉਧਰੋਂ ਵੀ ਖੇਡ ਜਾਂਦਾ, ਰਹਿਣਾ ਤਾਂ ਮੈਂ ਸਿੱਖ ਹੀ ਸੀ, ਰਹਿਣਾ ਤਾਂ ਮੈਂ ਪੰਜਾਬੀ ਸੀ, ਮੈਂ ਕਿਹੜਾ ਕ੍ਰਿਸਚੀਅਨ ਬਣ ਜਾਣਾ ਸੀ। ਸਾਡੇ ਤੇ ਇੰਨੀ ਕੁ ਬੁਰੀ ਹਾਲਤ ਹੋ ਗਈ ਆ ਜੀ। ਸਾਡੀ ਜਿਹੜੀ ਗਰਾਊਂਡ ਆ ਨਾ, ਗਰਾਊਂਡ ਦੇ ਵਿੱਚੋਂ ਵੀ ਇੱਕ ਮੈਰੀਟੇਰੀਅਸ ਬਿਲਡਿੰਗ ਬਣਾ ਦਿੱਤੀ ਹੈ। ਗਰਾਊਂਡ ਨੂੰ ਕੱਟ ਕੇ ਉਹ ਬੁਰੀ ਹਾਲਤ ਕਰ ਦਿੱਤੀ ਸਾਡੀ ਜੀ। ਟਰੈਕਾਂ ਦੇ ਵਿੱਚ ਸਾਡੇ ਕੋਲ ਸਮਾਨ ਹੈ ਨਹੀਂ। ਸਾਡੇ ਕੋਚ ਤੁਸੀਂ ਸੱਚ ਮੰਨਿਓ ਥੌੜੀਆਂ ਤੇ ਛੈਣੀਆਂ ਲੈ ਕੇ, ਵਿਚਾਰੇ ਪੇਚਕਸ ਲੈ ਕੇ, ਹਡਲਸ ਹੁੰਦੀਆਂ ਟੱਪਣ ਵਾਲੀਆਂ, ਕਦੀ ਹਡਲ ਠੋਕਦੇ ਮਿਲਦੇ ਮੈਨੂੰ, ਕਦੇ ਵਿਚਾਰੇ ਪੇਚਕਸ ਨਾਲ ਸਕਰੂ ਢਿੱਲੇ ਕਰਦੇ, ਸਟਾਰਟ ਬਲੌਕ ਠੀਕ ਕਰਦੇ ਮਿਲਦੇ। ਇਹ ਕੋਚਾਂ ਦੇ ਕੰਮ ਨਹੀਂ ਹੁੰਦੇ ਜੀ। ਸਮਾਨ ਸਾਡੇ ਕੋਲ ਨਵਾਂ ਹੋਵੇ, ਕੰਡਮ ਵਾਲਾ ਸਮਾਨ ਰੀਨਿਊ ਹੋ ਜਾਂਦਾ ਔਰ ਨਵਾਂ ਫੇਰ ਮਿਲ ਜਾਂਦਾ, ਪ੍ਰੋਵਾਈਡ ਹੁੰਦਾ। ਤੁਸੀਂ ਅੱਜ ਜਾਓ ਹਰਿਆਣੇ ਦੇ ਵਿੱਚ, ਖੇਲੋ ਇੰਡੀਆ ਬਹੁਤ ਵੱਡਾ ਮੰਚ ਹੋ ਗਿਆ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ। ਖੇਲੋ ਇੰਡੀਆ ਰਾਜਵਰਧਨ ਸਿੰਘ ਰਠੌਰ ਨੇ ਚਲਾਇਆ ਸੀ। ਮੈਂ ਕਹਿੰਦਾ ਸਲੂਟ ਹੈ ਇਹੋ ਜਿਹਾ ਕੰਮ ਕਰਨ ਵਾਲੇ ਨੂੰ ਜਿਹਨੇ ਇਹ ਸਕੀਮ ਚਲਾਈ। ਪਰ ਸਾਡੀ ਸਟੇਟ ਨੇ ਕੀ ਸਕੀਮ ਚਲਾਤੀ? ਖੇਲੋ ਇੰਡੀਆ ਚਲਾ ਤੇ ਦਿੱਤੀ, ਅਸੀਂ ਚਾਹ ਕੇ ਵੀ ਖੇਲੋ ਇੰਡੀਆ ਪੰਜਾਬ 'ਚ ਨਹੀਂ ਕਰਵਾ ਸਕਦੇ ਕੋਈ ਵੀ ਕੰਪੀਟੀਸ਼ਨ। ਉਹ ਕਾਹਤੇ? ਹੁਣ ਜੇ ਕਰਵਾਉਣਾ ਪਵੇ ਫਿਰ ਮਕਈ ਦੇ ਦਾਣਿਆਂ ਵਾਂਗੂ ਪਲੇਅਰ ਤੁਰੇ ਫਿਰਨ। ਇੱਕ ਜੇ ਐਥਲੈਟਿਕਸ ਕਰਾਉਣੀ ਆ ਤਾਂ ਲੁਧਿਆਣੇ, ਜੇ ਕੋਈ ਬਾਕਸਿੰਗ ਵਗੈਰਾ ਕਰਾਉਣੀ ਤਾਂ ਉਹ ਹੋਰ ਕਿਤੇ ਜਾ ਕੇ ਡਿਸਟ੍ਰਿਕਟ 'ਚ ਕਰਵਾਉਣੀ ਪਊਗੀ। ਸਵਿਮਿੰਗ ਵਗੈਰਾ ਕਰਾਉਣੀ ਆ ਤਾਂ ਉਹ ਕਿਤੇ ਹੋਰ ਡਿਸਟ੍ਰਿਕਟ 'ਚ ਕਰਵਾਉਣੀ ਪਊ। ਸਾਡੇ ਕੋਲ ਕੋਈ ਇੱਕ ਸਪੋਰਟਸ ਕੰਪਲੈਕਸ ਹੈ ਨਹੀਂਗਾ, ਸਪੋਰਟਸ ਵਿਲੇਜ ਹੈ ਨਹੀਂਗਾ। ਵਿਲੇਜ ਉਹ ਹੁੰਦਾ ਜਿੱਥੇ ਤੁਸੀਂ ਸਾਰੀਆਂ
ਕਰਵਾ Multiple ਸਕੋ, games। ਮਲਟੀਪਲ ਆਲ ਗੇਮਸ ਕਰਵਾ ਸਕੋ। ਸਾਡੇ ਕੋਲ ਇੱਕ ਵੀ ਹੈ ਨਹੀਂ। ਹਰਿਆਣੇ 'ਚ ਚੱਲ ਜਾਓ, ਹੁਣ ਮੈਂ ਹਰਿਆਣਾ ਕਰੀ ਜਾਂਦਾ, ਦੁਨੀਆ ਨੇ ਮੈਨੂੰ ਬੋਲਣਾ ਵੀ ਹੈ ਇਹ ਭੁੱਖਾ, ਇਹ ਬੋਲਦਾ, ਨੋ ਨਥਿੰਗ। ਮੈਂ ਇਦਾਂ ਦਾ ਬੰਦਾ ਨਹੀਂ। ਆਪਣੇ ਹੱਕ ਦੀ ਆਵਾਜ਼ ਔਰ ਜੋ ਅੱਜ ਕੱਲ੍ਹ ਪ੍ਰੈਜ਼ੈਂਟ ਦੇ ਵਿੱਚ ਹੋ ਰਿਹਾ ਮੈਂ ਉਹ ਬੋਲ ਰਿਹਾ। ਹਰਿਆਣੇ ਵਿੱਚ 6 ਇੰਡੋਰ ਔਰ 6 ਕੰਪਲੈਕਸ ਸਟੇਡੀਅਮ ਨੇ ਵਿਲੇਜ, ਜਿੱਥੇ ਤੁਸੀਂ ਐਟ ਏ ਟਾਈਮ ਕੋਈ ਵੀ ਕੰਪੀਟੀਸ਼ਨ ਕਰਵਾ ਦਿਓ। ਸਾਡੇ ਕੋਲ ਕਿਉਂ ਨਹੀਂ? ਉੱਦਾਂ ਅਸੀਂ ਛੋਟਾ ਭਰਾ ਬੋਲਦੇ ਹਾਂ ਜੀ ਹਰਿਆਣੇ ਨੂੰ। ਤੁਸੀਂ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣਾ ਜੀ। ਆਪਾਂ ਸਟੇਡੀਅਮ ਦੀ ਗੱਲ ਕਰ ਲੈਂਦੇ ਆ। ਬਠਿੰਡਾ ਦੇ ਵਿੱਚ ਸਾਈ ਦਾ ਟਰੈਕ ਹੈ ਜੀ, ਪਟਿਆਲੇ ਦੇ ਵਿੱਚ ਵੀ ਸਾਈ ਦਾ, ਤਰਨਤਾਰਨ ਦੇ ਵਿੱਚ ਵੀ ਸਾਈ ਦਾ। ਯੂਨੀਵਰਸਿਟੀ ਕੋਲ ਆਪਣਾ ਟਰੈਕ ਹੈ। ਉਸ ਤੋਂ ਬਾਅਦ ਥਾਪਰ ਨੇ ਆਪਣਾ ਟਰੈਕ ਬਣਾਇਆ। ਸਾਈ ਕੀ ਹੈ ਇਹ ਸਪੋਰਟਸ ਅਥਾਰਟੀ ਆਫ ਇੰਡੀਆ ਜੀ, ਇਹਨਾਂ ਦੇ ਆਪਣੇ ਟਰੈਕ ਹੈ। ਇਹ ਪੰਜਾਬ ਗਵਰਨਮੈਂਟ ਦੇ ਨਹੀਂ। ਜੇ ਮੈਂ ਗੱਲ ਕਰਾਂ, ਪੰਜਾਬ ਗਵਰਨਮੈਂਟ ਨੇ 3 ਟਰੈਕ ਬਣਾਏ। ਜਲੰਧਰ ਸਪੋਰਟਸ ਕਾਲਜ 1995 ਚ ਬਣਿਆ ਸੀ, ਜੋ ਕਿ ਹੁਣ ਤੱਕ 26 ਸਾਲ ਹੋ ਗਏ ਉਹਨੂੰ। ਮਿਆਦ ਸਾਰੀ ਜੀ 16 ਸਾਲ ਦੀ ਹੁੰਦੀ ਹੈ। ਦੂਸਰਾ ਆ ਜਾਓ ਲੁਧਿਆਣਾ, ਇਹ 2000 ਸਨ ਚ ਬਣਿਆ ਸੀ, 21 ਸਾਲ ਇਹਨੂੰ ਉਹ ਚੱਲਿਆ ਜੀ। ਉਸ ਤੋਂ ਬਾਅਦ ਤੀਜਾ ਜਿਹੜਾ ਉਹ ਬਠਿੰਡਾ ਘੁੱਦੇ ਆ। ਮੈਂ ਲੈਣ ਨੂੰ ਚੌਥੇ ਦਾ ਵੀ ਨਾਂ ਲੈਦਾ, ਸੰਗਰੂਰ ਵਾਲੇ ਦਾ, ਪਰ ਉਹ MP ਸਿੰਗਲਾ ਸਾਹਿਬ ਨੇ ਉਹ 'ਚ 5.25 ਕਰੋੜ ਰੁਪਈਆ ਆਪਣੇ ਪੱਲਿਓਂ ਲਾ ਕੇ ਗਵਰਨਮੈਂਟ ਦੇ ਥਰੂ ਇਹ ਬਣਾਇਆ ਸੀਗਾ। ਇਹ ਹਾਲਤ ਸਾਡੇ ਟਰੈਕਾਂ ਦੀ ਹੈ। ਨੈਕਸਟ ਸਰ, ਸਾਡੇ ਕੋਲ ਸਮਾਨ ਇੰਨਾ ਕੁ ਖਤਮ ਹੋ ਚੁੱਕਾ। ਜੇ ਮੈਂ ਲੋਕਾਂ ਦੀ ਗੱਲ ਕਰਾਂ, ਕੁਝ ਸਪੋਰਟਸ ਲਵਰ ਬੰਦੇ ਵੀ ਹੁੰਦੇ, ਸਾਰੇ ਹੇਟਰ ਨਹੀਂ, ਸਾਰੇ ਇਗਨੋਰਰ ਨਹੀਂ। ਸਪੋਰਟਸ ਲਵਰ, ਮੈਂ ਮੇਰੇ ਇਲਾਕੇ 'ਚ ਭੋਗਪੁਰ ਦੇ ਵਿੱਚ ਬਹੁਤ ਸਪੋਰਟਸ ਲਵਰ ਮਿਲ ਕੇ, ਕਮਲਜੀਤ ਸਿੰਘ ਡੱਲੀ ਹੋਣਾ ਨੇ ਜਾਂ DSP ਹਰਵਿੰਦਰ ਸਿੰਘ ਡੱਲੀ ਹੋਣਾ ਨੇ ਮਿਲ ਕੇ, ਸੁਰਿੰਦਰ ਲਾਡੀ ਸਿੰਗਰ ਉਹਨਾਂ ਨੇ ਮਿਲ ਕੇ ਇੱਕ ਸਟੇਡੀਅਮ ਬਣਾ ਲਿਆ ਕਿ ਬੱਚੇ ਇੱਥੇ ਆਇਆ ਕਰਨਗੇ। ਬਹੁਤ ਵਧੀਆ ਗੱਲ ਹੈ, ਤੁਸੀਂ ਬਗੀਚਾ ਲਾ ਰਹੇ ਹੋ, ਕਿਉਂਕਿ ਸਪੋਰਟਸ ਦਾ ਬਗੀਚਾ ਸਭ ਤੋਂ ਹੀ ਵਧੀਆ। ਅਸੀਂ ਨਸ਼ੇ ਨੂੰ ਠੱਲ ਪਾਉਣੀ ਹੈ। ਉਹਨਾਂ ਨੇ ਜਦੋਂ ਬਗੀਚਾ ਲਾਤਾ ਤੇ ਉਹਦੇ ਵਿੱਚ ਹੁਣ ਬਗੀਚੇ ਦੇ ਵਿੱਚ ਮਾਲੀ ਵੀ ਚਾਹੀਦਾ ਜਿਹੜਾ ਫੁੱਲਾਂ ਨੂੰ ਪਾਣੀ ਦੇ ਸਕੇ। ਹੁਣ ਮਾਲੀ ਹੈ ਨਹੀਂ, ਕੋਚ ਹੈ ਨਹੀਂ ਸਾਡੇ ਕੋਲ, ਸਮਾਨ ਹੈ ਨਹੀਂ, ਪਾਣੀ ਨੂੰ ਦੇਣਾ ਕਰਨਾ, ਟੂਟੀ ਪਾਈਪ ਕੋਚ ਤਾਂ ਚਾਹੀਦਾ। ਸਾਡੇ ਕੋਲ ਸਮਾਨ ਹੈ ਨਹੀਂ, ਅਸੀਂ ਤਿਆਰੀ ਕਿਹਦੇ ਨਾਲ ਕਰਾਂਗੇ? ਇਹ ਬੁਰੀ ਹਾਲਤ ਆ ਜੀ। ਉੱਥੇ ਬਾਕਸ ਵੀ ਉਹਨਾਂ ਨੇ 200 ਪਲੇਅਰ ਤਿਆਰ ਕਰ ਦਿੱਤਾ ਜਿਹੜਾ ਨੈਸ਼ਨਲ ਲੈਵਲ ਨੂੰ ਰਿਪਰੈਜ਼ੈਂਟ ਕਰ ਸਕਦਾ, ਔਰ ਮੈਡਲ ਵੀ ਹੈਗੇ ਇੱਕ ਅੱਧੇ ਦੇ, ਤੁੱਕੇ ਨਾਲ ਮਿਹਨਤ ਕਰਕੇ ਯੂਟਿਊਬਰ ਉਹ ਕਰਕੇ ਉਹਨਾਂ ਨੇ ਮੈਡਲ ਵੀ ਦਿੱਤੇ। ਪਰ ਕੋਚ ਨਾ ਹੋਣ ਕਰਕੇ ਫਿਰ ਉਹ ਖਿਡਾਰੀਆਂ ਨੇ ਜਿਨ੍ਹਾਂ ਨੇ ਮੈਡਲ ਦਿੱਤੇ ਕੈਸ਼ ਪ੍ਰਾਈਜ਼ ਤੇ ਮਿਲਣਾ ਨਹੀਂ, ਉਹ ਬੰਦੇ ਵਿਚਾਰੇ ਗਰਾਊਂਡ ਆਉਣਾ ਛੱਡ ਗਏ। ਮੈਂ ਦੇਖ ਕੇ ਆਇਆ ਜਿੱਥੇ 200 ਹੀ ਉੱਥੇ ਅੱਜ 60 ਪਲੇਅਰ ਤੁਰੇ ਫਿਰਦੇ ਉੱਥੇ। ਇਹ ਹਾਲਤ ਹੈ ਜੀ ਪ੍ਰੈਜ਼ੈਂਟ ਦੇ ਵਿੱਚ। ਤੇ ਅੱਗੇ ਤੁਹਾਨੂੰ ਸੌਰੀ ਸਰ, ਮਤਲਬ ਮੈਂ ਇਦਾਂ ਦਿਖਾ ਰਿਹਾ, ਮੈਂ ਕੁਝ ਚੀਜ਼ ਭੁੱਲਣਾ ਨਹੀਂ ਚਾਹੁੰਦਾ ਕਿਉਂਕਿ ਇਹ ਮੇਰੀ 1 ਮਹੀਨੇ ਦੀ ਮਿਹਨਤ ਆ। ਮੈਂ ਤੁਸੀਂ ਦੱਸੋ। ਹਾਂਜੀ ਜੀ। ਤੇ ਸਰ ਇਸ ਤੋਂ ਇਲਾਵਾ ਟੈਂਪਰੇਰੀ ਸਿਸਟਮ ਕਰਕੇ ਸਰ ਬਹੁਤ ਬੁਰੀ ਹਾਲਤ ਹੈ। ਪੰਜਾਬ ਦੇ ਵਿੱਚ ਸਪੋਰਟਸ ਵਿਲੇਜ ਹੈ ਨਹੀਂ, ਮੈਂ ਤੁਹਾਨੂੰ ਦੱਸ ਦਿੱਤਾ। ਜਿਹੜੇ ਹਰਿਆਣੇ ਦੇ ਵਿੱਚ ਹੈ ਉਹਨਾਂ ਦੇ ਨਾਮ ਲੈਣਾ ਮੈਂ, ਰੋਹਤਕ, ਸੋਨੀਪਤ, ਫਰੀਦਾਬਾਦ, ਹਿਸਾਰ, ਗੁੜਗਾਉਂ ਤੇ ਪੰਚਕੂਲੇ। ਇਹਦੇ ਵਿੱਚ ਇੱਕ ਹੈ ਜਲੰਧਰ ਸਪੋਰਟਸ ਕਾਲਜ ਕੰਪਲੈਕਸ ਬਣਾਇਆ ਜਾ ਸਕਦਾ ਹੈ ਸਪੋਰਟਸ ਸਕੂਲ ਦੇ ਵਿੱਚ। ਇਹ ਅੱਜ ਤੋਂ ਮੈਂ ਸੁਣਦਾ ਆ ਰਿਹਾ, ਸ਼ਾਇਦ ਅੱਜ 2021 ਹੈ ਤੇ 2015 ਤੋਂ ਕਹਿੰਦੇ ਬਣ ਗਿਆ ਟਰੈਕ। ਬਸ ਆ ਤਾਂ ਪੈ ਗਈ, ਅੱਜ ਸਿੰਥੈਟਿਕ ਦੀ ਲੇਅਰ ਪਾਉਣੀ ਸ਼ੁਰੂ ਕਰ ਦੇਣੀ, ਪੱਟ ਦੇਣਾ, ਹੁਣ ਬਣ ਜਾਣਾ। ਆ 21 ਚੱਲ ਰਿਹਾ, 21 ਦੇ ਵਿੱਚ ਵੀ ਨਹੀਂ ਬਣਿਆ। ਸਾਨੂੰ ਕਿਹਾ ਸੀ ਤੇ 올림픽 ਦੀ ਤਿਆਰੀ ਤੁਹਾਡੀ ਇੱਥੇ ਨਹੀਂ ਹੋਣੀ ਤੇ ਤੁਹਾਡੀ ਸੰਗਰੂਰ ਹੋਣੀ, ਕਿਉਂਕਿ ਟਰੈਕ ਤੇ ਪੁੱਟ ਦੇਣਾ। ਅੱਜ 올림픽 ਲੰਘ ਚੱਲੀ ਆ, ਅਗਲੇ ਮਹੀਨੇ 올림픽 ਆ, ਉਹ ਪੁੱਟਿਆ ਵੀ ਨਹੀਂ ਗਿਆ, ਕੁਝ ਵੀ ਨਹੀਂ ਹੋਇਆ। ਇੱਕ ਗੱਲ ਜੀ ਸਭ ਤੋਂ ਜ਼ਰੂਰੀ ਤੁਹਾਡੇ ਚੈਨਲ ਰਾਹੀਂ ਫਿਰ ਦੱਸਣਾ ਚਾਹੁੰਦਾ ਕਿ ਬੇਟੀ ਬਚਾਓ ਬੇਟੀ ਪੜ੍ਹਾਓ, ਇਹ ਤਾਂ ਮੋਦੀ ਨੇ ਕਿਹਾ ਸੀ, ਉਹਦੀ ਗੱਲ ਤੇ ਤਾਂ ਮੈਂ ਜਾਣਾ ਹੀ ਨਹੀਂ। ਮੈਂ ਆਪਾਂ ਪੰਜਾਬ ਦੀਆਂ ਧੀਆਂ ਕੁੜੀਆਂ ਭੈਣਾਂ, ਸਾਡੀ ਇੱਕ ਵੀ ਖਿਡਾਰਨ ਐਦਾਂ ਦੀ ਦੱਸ ਦਿਓ ਕਿ ਜਿਹੜੀ ਰਿਹਾਇਸ਼ ਕਰ ਸਕੇ। ਸਪੋਰਟਸ ਵਿੰਗ ਹੀ ਨਹੀਂ ਕੁੜੀਆਂ ਦੇ, ਜਿੱਥੇ ਕੁੜੀਆਂ ਰਿਹਾਇਸ਼ ਕਰਨ, ਜਿੱਥੇ ਰਹਿ ਕੇ ਡਾਈਟ ਖਾਣ, ਜਿੱਥੇ ਰਹਿ ਕੇ ਮਿਹਨਤ ਕਰਨ। ਉਸ ਤੋਂ ਬਾਅਦ 'ਚ ਕੁੜੀਆਂ 올림픽, ਪਿਛਲੀ 올림픽 ਦੇ ਵਿੱਚ ਦੇਖਿਓ ਕੁੜੀਆਂ ਨੇ ਬਹੁਤ ਵਧੀਆ ਡੋਮੀਨੇਟ ਕੀਤਾ ਸੀਗਾ ਦੇਸ਼ ਨੂੰ। ਉਹ ਸਾਕਸ਼ੀ ਮਲਿਕ ਹੋ ਜੇ, ਆਪਾਂ ਮੈਰੀ ਕਾਮ ਸਾਰਿਆਂ ਨੂੰ ਦਿਖਾ ਤੇ ਦਿੰਦੇ ਆ, ਪਰ ਮੈਰੀ ਕਾਮ ਵਰਗੀ ਬਣਾਉਣੀ ਤਾਂ ਹੀ ਆ ਨਾ ਜੇ ਉਹਨੂੰ ਫੈਸਿਲਿਟੀ ਮਿਲੂਗੀ। ਉਹਦਾ ਮਾਪੇ ਪਹਿਲੀ ਗੱਲ ਤੇ ਧੀਆਂ ਨੂੰ ਕੱਢਦੇ ਹੀ ਨਹੀਂ ਘਰੋਂ, ਉਹ ਕੱਢਣਗੇ ਤਾਂ ਜੇ ਕੋਈ ਉਹਨਾਂ ਦੀ ਗਰੰਟੀ ਲਵੇ, ਕੋਈ ਕਵੇ ਕਿ ਨਹੀਂ ਜੀ ਇਹ ਛੇੜਛਾੜ ਨਹੀਂ ਹੋਊਗੀ, ਆਹ ਹੋਸਟਲ ਹੈ, ਆਹ ਮੈਸਾਂ ਨਾਲ, ਆਹ ਸਾਡੇ ਗਾਰਡ ਲੱਗੇ ਆ, ਕੋਈ ਉਨੇਕੀ ਨਹੀਂ ਹੋਊਗੀ। ਪਰ ਆਏ ਹੈ ਨਾ ਬਾਈ ਜੀ, ਕਿਉਂਕਿ ਹੁਣ ਧੀਆਂ ਤੇ ਪੁੱਤਰਾਂ ਨੂੰ ਇੱਕ ਸਮਾਨ ਮਿਲ ਕੇ ਰੱਖੋ, ਸਰਕਾਰ ਕਹਿੰਦੀ ਹੈ। ਤੇ ਜੋ ਪੁੱਤਰਾਂ ਦੀ ਹਾਲਤ ਕਰੀ ਵੀ ਫਿਰ ਧੀਆਂ ਦੀ ਵੀ ਕਰੀ ਵੀ ਉਹੀ, ਉਹ ਇੱਕ ਸਮਾਨ ਰੱਖ ਰਹੇ ਆ ਬਾਈ ਸਮਾਨ ਤਾਂ ਰੱਖ ਰਹੇ, ਚਲੋ ਪੁੱਤਰ ਤਾਂ ਫੇਰ ਔਖੇ ਸੌਖੇ ਹੋ ਕੇ ਕਰੀ ਜਾਂਦੇ ਆ। ਧੀਆਂ ਵਿਚਾਰੀਆਂ ਕਿੱਧਰ ਨੂੰ ਕਰ ਲੈਣਗੀਆਂ, ਕੀ ਕਰਨਗੀਆਂ ਧੀਆਂ? ਬਹੁਤ ਵਧੀਆ ਲੱਗਦਾ ਜਦੋਂ ਕਿਸੇ ਵੀ ਫੀਲਡ 'ਚ ਕੋਈ ਨਿਕਲ ਆਉਂਦੀ ਨਾ, ਚਾਹੇ ਉਹ ਸਿੰਗਿੰਗ ਹੈ, ਚਾਹੇ ਕੀਰਤਨ ਨਾਲ ਨੂੰ ਨਿਕਲ ਜਾਣ, ਮੈਂ ਤਾਂ ਕਹਿੰਦਾ ਸਭ ਤੋਂ ਹੀ ਵਧੀਆ। ਮਾਲਕ ਅੱਗੇ ਅਰਦਾਸ ਹੀ ਹੈ। ਪਹਿਲਾਂ ਇੱਕ ਜਲੰਧਰ ਦੇ ਵਿੱਚ ਰਿਹਾਇਸ਼ੀ ਸਪੋਰਟਸ ਵਿੰਗ ਹੁੰਦਾ ਸੀ, ਨਹਿਰੂ ਗਾਰਡਨ, ਜੋ ਵੀ ਬੰਦ ਹੋ ਚੁੱਕਾ ਜੀ। ਅੱਛਾ, ਫੇਰ ਆ ਜਾਂਦੇ ਸਰ ਅਸੀਂ ਡਾਈਟ ਦੇ ਉੱਪਰ। ਸਾਡੀ ਡਾਈਟ ਕੀ ਹੈ ਔਰ ਸਾਨੂੰ ਸਰਕਾਰ ਨੇ ਕੀ ਦਿੱਤੀ ਹੈ? ਇੱਕ 12 ਸਾਲ ਦਾ ਬੱਚਾ ਕੀ ਡਾਈਟ ਲੈ ਸਕਦਾ, ਉਹਦਾ ਕਿੰਨਾ ਕੁ ਢਿੱਡ ਆ ਔਰ ਮੇਰਾ ਕਿੰਨਾ ਢਿੱਡ ਆ? ਜਾਂ ਇੱਕ ਸੀਨੀਅਰ ਮੋਸਟ ਪਲੇਅਰ ਕਬੱਡੀ ਵਾਲੇ ਹੋ ਗਏ, ਜਾਂ ਆਲ ਗੇਮਸ ਦੀ ਮੈਂ ਗੱਲ ਕਰ ਰਿਹਾ, ਮੈਂ ਮੇਰੀ ਨਹੀਂ ਗੱਲ ਕਰ ਰਿਹਾ, ਪਲੀਜ਼ ਫੇਰ ਕਹਿਣਾ, ਮੈਂ ਮੇਰੀ ਨਹੀਂ ਗੱਲ ਕਰ ਰਿਹਾ, ਮੈਂ ਸਾਰੇ ਐਥਲੀਟਸ ਦੀ ਗੱਲ ਕਰ ਰਿਹਾ। ਅੰਡਰ 12 ਐਥਲੀਟ ਦੀ ਵੀ ਸੇਮ ਡਾਈਟ ਹੈ, ਮੇਰੀ ਵੀ ਸੇਮ ਡਾਈਟ ਹੈ। ਡਾਈਟ ਹੈ ਕੀ? ਹੁਣ ਤੁਸੀਂ ਐਂ ਮੰਨ ਲਓ ਮੈਂ ਨਾਨ ਵੈਜੀਟੇਰੀਅਨ ਨਹੀਂ ਆ, ਮੈਂ ਵੈਜੀਟੇਰੀਅਨ ਆ। ਮੰਨ ਲਓ
ਇੱਕ ਪਲੇਅਰ 12 ਸਾਲ ਵਾਲਾ ਇੱਕ ਐਗ ਲੈਂਦਾ, ਉਹ 30 ਸਾਲ ਵਾਲਾ ਮੇਰੇ ਵਰਗਾ 35 ਸਾਲਾਂ ਵਾਲਾ ਵੀ ਇੱਕ ਹੀ ਐਗ ਲੈਂਦਾ, ਉਹਨੂੰ ਵੀ ਇੱਕ ਐਗ ਮਿਲ ਰਿਹਾ। ਜੇ ਉਹ ਸ਼ਾਮ ਨੂੰ ਇੱਕ ਚਿਕਨ ਦਾ ਪੀਸ ਲੈਂਦਾ ਤੇ 30-35 ਸਾਲ ਵਾਲੇ ਨੂੰ ਵੀ ਇੱਕ ਹੀ ਮਿਲ ਰਿਹਾ, 25 ਸਾਲ ਵਾਲੇ ਨੂੰ ਵੀ ਇੱਕ ਮਿਲ ਰਿਹਾ, 20 ਤੋਂ ਉੱਤੇ ਵਾਲੇ ਨੂੰ ਵੀ ਇੱਕ ਮਿਲ ਰਿਹਾ। ਇਹ ਸਰਕਾਰ ਵੱਲੋਂ? ਇਹ ਸਰਕਾਰ ਵੱਲੋਂ ਆ ਜੀ ਡਾਈਟ। ਬਹੁਤ ਸਾਰੇ ਪਲੇਅਰ ਮੇਰੇ ਨਾਲ ਭਾਜੀ ਅਕਸਰ ਐਕਚੁਅਲ ਚ ਕਿੰਨੇ ਲੋਡ ਹੁੰਦੀ ਹੈ? ਜੀ ਮੈਂ ਤੁਹਾਨੂੰ ਇਹ ਵੀ ਇੱਕ ਕ੍ਰਾਈਟੇਰੀਆ ਮੇਰੇ ਕੋਲ, ਇੰਡੀਆ ਕੈਂਪ ਦੇ ਵਿੱਚ ਡਾਈਟ ਸੁਣ ਲਓ ਜਾਂ ਹਰਿਆਣੇ ਦੇ ਵਿੱਚ ਜੋ ਸਪੋਰਟਸ ਵਿੰਗ ਨੇ ਉਹਨਾਂ ਦੀ ਡਾਈਟ ਸੁਣ ਲਓ। ਇੰਡੀਆ ਕੈਂਪ ਦੇ ਵਿੱਚ ਇਸ ਟਾਈਮ 600 ਰੁਪਈਆ ਪਰ ਡੇ ਡਾਈਟ ਹੈ। 600 ਰੁਪਈਏ ਦੀ ਤੁਹਾਨੂੰ ਡਾਈਟ ਮਿਲਣੀ। ਉਸ ਤੋਂ ਇਲਾਵਾ ਤੁਹਾਨੂੰ ਫੂਡ ਸਪਲੀਮੈਂਟਸ ਜਿਹਨੂੰ ਆਪਾਂ ਨਿਊਟ੍ਰੀਸ਼ਨ ਬੋਲ ਲੈਂਦੇ ਆ, ਇਹ ਮਿਲਦੇ ਆ ਮੰਥ। ਮੈਂ ਕਿਹਾ 10 ਸਾਲ ਰਹਿ ਚੁੱਕਾ, ਮੈਨੂੰ ਪਤਾ ਉਸ ਚੀਜ਼ ਦਾ। ਔਰ ਡਾਈਟ ਇਹ ਨਹੀਂ ਮਿਲਦੀ ਕਿ ਰੋਟੀਆਂ ਡਾਈਟ ਨਹੀਂ ਹੁੰਦੀ। ਡਾਈਟ ਹੁੰਦੀ ਹੈ, ਪ੍ਰੋਟੀਨ ਡਾਈਟ ਹੁੰਦੀ ਹੈ। ਉਹ ਖਿਡਾਰੀ ਦੀ ਸਪੈਸ਼ਲ ਡਾਈਟ ਹੁੰਦੀ। ਖਿਡਾਰੀ ਨੂੰ ਕਹਿੰਦਾ ਯਾਰ ਇਹ ਤਾਂ ਸਪੋਰਟਸਮੈਨ ਬੰਦਾ, ਦੇਖਣ ਨੂੰ ਪਤਾ ਲੱਗਦਾ। ਕਿਉਂ ਲੱਗਦਾ? ਕਿ ਉਸ ਡਾਈਟ ਉਹਦੀ ਇਦਾਂ ਦੀ ਹੈ। ਨਹੀਂ ਤਾਂ ਖਾਦ ਪਾਉਣ ਵਾਲਾ ਬੰਦਾ ਵੀ ਹੋਰ ਤਰ੍ਹਾਂ ਦਾ ਹੋ ਜਾਂਦਾ, ਕਿਉਂਕਿ ਖੁਰਾਕ ਉੱਦਾਂ ਦੀ। ਉਸ ਤੋਂ ਬਾਅਦ 'ਚ ਪਿਛਲੇ ਮਤਲਬ ਬਹੁਤੇ ਬੰਦਿਆਂ ਨੇ ਮੈਨੂੰ ਕਿਹਾ ਕਿ ਭਾਜੀ ਡਾਈਟ ਬਹੁਤ ਖਰਾਬ ਆ। ਸਾਡੇ ਕੋਚਾਂ ਨੂੰ ਵੀ ਪਤਾ ਹੈ, ਪਰ ਬੋਲਦੇ ਨਹੀਂ। ਆਈ ਡੋਂਟ ਨੋ ਕਿਉਂ ਨਹੀਂ ਬੋਲਦੇ। ਡਰਦੇ ਆ ਕਿ ਵਿਚਾਰਿਆਂ ਕੋਲ 9800 ਵਾਲੀ ਵੀ ਖੋਲ ਲੈਣਗੇ ਜੋਬ। ਮੇਰਾ ਖਿਆਲ ਤਾਂ ਹੀ ਨਹੀਂ ਬੋਲਦੇ ਹੋਣਗੇ, ਕਿਉਂਕਿ ਬੜੀ ਮੁਸ਼ਕਲ ਨਾਲ ਤਰਲੇ ਕਰਕੇ ਤਾਂ ਲੱਗੇ। ਤੁਹਾਡੇ ਕੋਲ ਤਾਂ ਮੈਂ ਸੂਬੇਦਾਰੀ ਰੈਂਕ ਆ ਮੇਰਾ ਖਿਆਲ। ਜੀ ਤੇ ਤੁਸੀਂ ਫੇਰ ਵੀ ਬੋਲੀ। ਉਹ ਤਾਂ 9800 ਵਾਲੇ ਤਾਂ ਬੋਲ ਵੀ ਸਕਦਾ ਵੀ ਚੱਲ 9800 ਹੀ ਹੈ, ਤੁਸੀਂ ਤਾਂ 65-70 ਹਜ਼ਾਰ ਵਾਲੇ ਹੋ, ਤੁਸੀਂ ਫੇਰ ਵੀ ਬੋਲੀ ਜਾਂਦੇ ਹੋ। ਤੁਹਾਨੂੰ ਨੌਕਰੀ ਦਾ ਨਹੀਂ ਕੋਈ ਡਰ ਹੈਗਾ ਜੀ? ਜੀ ਡਰ ਤਾਂ ਪਰਮਾਤਮਾ ਦਾ। ਸਹੀ ਗੱਲ ਦੱਸਾਂ, ਮੈਂ ਪਹਿਲੇ ਦਿਨ ਤੋਂ ਕਹਿੰਦਾ ਮੈਨੂੰ ਬਹੁਤ ਮੁੱਦੇ ਹੋਰ ਵੀ ਹੈ ਸੈਂਟਰ ਦੇ ਵਿੱਚ ਵੀ ਕਾਫੀ ਘਪਲੇ ਵੱਜੇ ਆ। ਉਹ ਮੈਨੂੰ ਡਰ ਨਹੀਂ ਹੈਗਾ। ਡਰ ਪਰਮਾਤਮਾ ਦਾ। ਡਰ ਬੰਦੇ ਦਾ ਕਾਹਦਾ ਡਰ ਹੋਣਾ? ਪਰਮਾਤਮਾ ਨੇ ਜੰਮਿਆ ਸਾਨੂੰ, ਬਾਬੇ ਨਾਨਕ ਦਾ ਹੱਥ ਹੈ ਸਿਰ ਤੇ। ਸਾਡੇ ਆਈਡਲ ਬਹੁਤ ਮਹਾਨ ਨੇ। ਤੇ ਜੇ ਬੰਦਾ ਸਿੰਘ ਬਹਾਦਰ ਜੀ ਨੂੰ ਪੜ੍ਹਨਾ, ਫਿਰ ਲੰਡੂਆਂ ਦਾ ਡਰ ਨਹੀਂ ਕਰਨਾ ਕਦੀ ਕਿਸੇ ਦਾ ਵੀ। ਬੋਲਣਾ ਐਂਡ ਸ਼ਰੇਆਮ ਬੋਲਣਾ। ਪਰ ਜਿਹੜਾ ਨਹੀਂ ਬੋਲਦਾ ਮੈਂ ਤਾਂ ਉਹਨੂੰ ਕਹਿ ਰਿਹਾ। ਅੱਛਾ ਤੁਸੀਂ ਮੇਰੇ ਤੇ ਗੱਲ ਆਈ, ਜੇ 65,000 ਲੈਣ ਵਾਲੇ ਦੇ ਉੱਪਰ 7.5-8 ਲੱਖ ਕਰਜ਼ਾ ਹੋਵੇ ਤੇ 9800 ਵਾਲੇ ਦੀ ਕੀ ਹਾਲਤ ਬਣਦੀ ਹੋਊ? ਤੁਸੀਂ ਆਪ ਸੋਚੋ। ਇਹ ਕਰਜ਼ਾ ਕਿਵੇਂ? ਤੁਸੀਂ ਕੋਈ ਗੱਡੀ ਗੁੱਡੀ ਲਈ ਜਾਂ ਕੋਈ ਕੀ ਐਸ਼ ਪ੍ਰਸਤੀ ਵਾਲਾ ਕਰਜ਼ਾ ਤਾਂ ਨਹੀਂ ਹੈ? ਉਹ ਭਾਜੀ ਐਸ਼ ਪ੍ਰਸਤੀ ਘਰ ਦੇ ਵਿੱਚ ਜਾਂਦੇ। ਸਾਡੀ ਜ਼ਿੰਦਗੀ ਇੰਨੀ ਕਿ ਸਵੇਰੇ ਮਿਹਨਤ ਕਰਕੇ ਦਿਨੇ ਸੌਂ ਲਏ, ਸ਼ਾਮ ਨੂੰ ਮਿਹਨਤ ਕਰਕੇ ਰਾਤ ਨੂੰ ਫਿਰ ਸੌਂ ਲਿਆ। ਅਸੀਂ ਕੋਈ ਕੰਮ ਨਹੀਂ ਕਰ ਸਕਦੇ। ਖਿਡਾਰੀ ਇੰਨਾ ਨਕਾਰਾ ਹੋ ਜਾਂਦਾ ਦੂਜੇ ਕੰਮ ਤੋਂ, ਵਿਚਾਰੇ ਨੂੰ ਉੱਠਣ ਦੀ ਹਿੰਮਤ ਨਹੀਂ ਰਹਿੰਦੀ ਉਹਦੀ। ਤੁਸੀਂ 20 ਸਾਲ ਤੋਂ ਮਤਲਬ ਕਿ ਇਹ ਕੰਮ ਖਿਡਾਰੀ ਹੋ ਜੀ, ਹਨਾ? ਤੇ ਕਿਤੇ 20 ਸਾਲ ਦੇ ਵਿੱਚ ਅਕਾਲੀ ਵੀ ਆਏ, ਕਾਂਗਰਸੀ ਵੀ ਆਏ। ਉੱਠ ਕੇ ਕਿਤੇ ਕੋਈ ਮਿਨਿਸਟਰ ਸਾਨੂੰ ਨਾ ਅਪਰੋਚ ਕਰ ਲਏ ਵੀ ਡਰਾਮੇ ਕਰਕੇ ਚਲ ਗਿਆ ਜੀ ਦਵਿੰਦਰ ਸਿੰਘ ਕੰਗ, ਅਸੀਂ ਆਪ ਮਦਦ ਕੀਤੀ ਸੀ, ਇੰਨੇ ਲੱਖ ਦਾ ਚੈੱਕ ਅਸੀਂ ਆਪ ਇੱਥੇ ਸਨਮਾਨ ਕੀਤਾ ਸੀ। ਮੈਂ ਚੈਲੰਜ ਦੇਣਾ ਜੀ, ਕਿਸੇ ਸਰਕਾਰ ਨੇ ਮੈਨੂੰ ਆਪਣੇ ਥਰੂ ਪਰਸਨਲ ਚੈੱਕ ਦਿੱਤਾ ਹੋਵੇ ਰੁਪਈਏ ਦਾ। ਤੇ ਖੇਡ ਕਿੰਨੇ ਦੇਸ਼ ਆਏ ਹੋ ਇਹ ਵੀ ਦੱਸ ਦਿਓ। ਮੈਂ ਹੁਣ ਤੱਕ ਜੀ 17 ਕੰਟਰੀਆਂ ਘੁੰਮਿਆ। ਏਸ਼ੀਆ ਦੇ ਵਿੱਚ ਕਿੰਨੇ ਦੇਸ਼ ਨੇ ਤੁਸੀਂ ਗੂਗਲ ਸਰਚ ਕਰ ਲਿਓ। ਮੈਂ ਆਪਣੇ ਬੱਚਿਆਂ ਨੂੰ ਗੂਗਲ ਤਾਂ ਕਹਿ ਰਿਹਾ ਕਿਉਂਕਿ ਉਹਨਾਂ ਨੂੰ ਪਬਜੀ ਤੋਂ ਬਾਹਰ ਨਿਕਲਣ ਲਈ ਗੂਗਲ ਸਰਚ ਕਰਨਾ ਪੈਣਾ ਕਿ ਏਸ਼ੀਆ 'ਚ ਕਿੰਨੇ ਦੇਸ਼ ਹੁੰਦੇ ਆ। ਕਿਉਂਕਿ ਸਾਡੇ ਜਰਨੈਲ ਹਰੀ ਸਿੰਘ ਨਲੂਆ ਨੇ ਅਫਗਾਨਿਸਤਾਨ ਤੱਕ ਜਿੱਤ ਪ੍ਰਾਪਤ ਕੀਤੀ। ਮਾਣ ਹੈ ਸਾਨੂੰ, ਉਹਨਾਂ ਨੂੰ ਪੜ੍ਹ ਕੇ ਹੀ ਅਸੀਂ ਕੁਝ ਖੇਡ ਲੈਂਦੇ ਹਾਂ। ਔਰ ਮੈਂ ਬਹੁਤਿਆਂ ਦਾ ਆਈਡਲ ਹਾਂ। ਜੋ ਮੈਂ ਤਾਂ ਨਹੀਂ ਬੋਲਦਾ ਕਿ ਆਈਡਲ ਦੀ ਇਹ ਹਾਲਤ ਹੈ ਤੇ ਮੇਰੇ ਵੱਲ ਦੇਖ ਕੇ ਬਹੁਤਿਆਂ ਦੀ ਹਿੰਮਤ ਟੁੱਟ ਜਾਣੀ ਜੀ। ਤੇ ਬਾਈ ਜੀ ਜਿੰਨੇ ਅਵਾਰਡ ਤੁਸੀਂ ਜਿੱਤੇ ਆ, ਜੇ ਤੁਸੀਂ ਹਰਿਆਣੇ 'ਚ ਹੁੰਦੇ ਤਾਂ ਇਹ ਕਿੰਨੇ ਰੁਪਏ ਮਤਲਬ ਕਿ ਤੁਹਾਨੂੰ ਮਿਲ ਜਾਣੇ ਸੀਗੇ? ਇਹ ਹੁਣ ਤੱਕ ਚਲੋ ਇਹ ਵੀ ਗੱਲ ਕਰ ਲੈਣਾ, ਮੈਂ ਥੋੜਾ ਟੋਟਲ ਕਰ ਲਵਾਂ ਜੀ ਕਿ ਕਾਮਨਵੈਲਥ ਹੋ ਗਈ, ਇਹ ਹੋ ਗਿਆ, ਸਾਰਿਆਂ ਦੇ ਵਿੱਚ ਮੇਰੇ ਮੈਡਲ ਨਾ ਮਰਦੇ ਔਰ ਸਾਰਾ ਕੁਝ ਓਕੇ ਕਰਕੇ ਮੈਂ ਅੱਜ ਕਰੀਬ 7 ਕਰੋੜ ਦਾ ਮਾਲਕ ਹੁੰਦਾ। ਅੱਛਾ 7 ਕਰੋੜ ਬਹੁਤ ਵੱਡੀ ਗੱਲ ਆ। ਮੈਂ ਮੂੰਹ ਪਾੜ ਕੇ ਨਹੀਂ ਕਹਿਤਾ। ਤੁਸੀਂ ਮੇਰੇ ਬਰਾਬਰ ਹੈ ਜਿਹੜਾ ਖਿਡਾਰੀ, ਉਹਨੂੰ ਚੈੱਕ ਕਰ ਲਿਓ ਜਾ ਕੇ। ਅੱਜ ਤੁਸੀਂ ਮੈਨੂੰ ਕਹਿਤਾ ਗੱਡੀ ਤੇ ਆਏ, ਤੇ ਜਿਹੜਾ ਜੈਗੁਆਰ ਤੇ ਘੁੰਮਦਾ ਹੋਇਆ ਬੰਦਾ ਆਡੀਆਂ ਤੇ ਫੋਰਚੂਨਰਾਂ ਤੇ ਇੰਡੈਵਰਾਂ ਤੇ, ਉਹ ਬੰਦੇ ਕਿੱਦਾਂ ਦੇ ਹੋਣਗੇ? ਕਿਉਂਕਿ ਹੱਕ ਮਿਲਦਾ ਹੈ। ਹੱਕ ਤੋਂ ਬਿਨਾ ਜਦੋਂ ਹੱਕ ਨਹੀਂ, ਕਿਸਾਨਾਂ ਨੂੰ ਹੱਕ ਨਹੀਂ ਮਿਲਿਆ, ਸਾਨੂੰ, ਮੈਂ ਫਾਰਮਰ, ਹੱਕ ਨਹੀਂ ਮਿਲਿਆ, ਦਿੱਲੀ ਵੀ ਪਹੁੰਚੇ ਸੀ ਧਰਨੇ 'ਚ। ਠੀਕ ਹੈ, ਉਹ ਸਾਹਮਣੇ ਨਹੀਂ ਆ ਕੇ ਬੋਲੇ ਕਿ ਮਾਈਕ ਦੇ ਉੱਪਰ ਪਹਿਲਾਂ ਹੀ ਪਸੂੜੀ ਇੰਨੀ ਚੱਲੀ ਜਾਂਦੀ ਹੈ ਜੀ। ਲੱਖੇ ਸਿਧਾਣੇ ਗੈਂਗਸਟਰ ਦੀ ਗੱਲ ਸੀਗੀ, ਮੈਂ ਉਹ ਬੰਦੇ ਨੂੰ ਕਦੀ ਨਹੀਂ ਬੋਲਦਾ ਗੈਂਗਸਟਰ। ਉਹਦੇ ਤੋਂ ਵੱਡਾ ਪੰਜਾਬ ਦਾ ਮੁੱਦਾ ਚੁੱਕਦਾ ਹੀ ਕੋਈ ਨਹੀਂ। ਦੀਪ ਸਿੱਧੂ ਨੇ ਵੀ ਚੱਕੇ ਆ, ਉਹਨੇ ਵੀ ਚੱਕੇ ਆ, ਵਧੀਆ ਬੰਦੇ ਲੱਗਦੇ ਜੀ। ਤੁਸੀਂ ਤੇ ਬਹੁਤ ਕੁਝ ਨੌਜਵਾਨਾਂ ਨੂੰ ਸਿਖਾਉਣਾ ਹੈ, ਬਹੁਤ ਕੁਝ ਤੁਹਾਤੋਂ ਸਿੱਖਣਗੇ। ਤੁਸੀਂ ਅਵਾਰਡ ਵੀ ਇੰਨੇ ਪ੍ਰਾਪਤ ਕੀਤੇ ਆ, ਤੇ ਤੁਸੀਂ ਇਕੱਲੇ ਆਪਣੇ ਮਿਸਿਸ ਦੇ ਨਾਲ ਆ ਗਏ। ਗਨਮੈਨ ਤਾਂ ਤੁਹਾਡਾ ਦਿਖਿਆ ਨਹੀਂ। ਸਾਡੇ ਮੰਤਰੀਆਂ ਨੇ ਤਾਂ ਕੁਝ ਉਹ ਵੀ ਨਹੀਂ ਕੀਤਾ ਹੋਇਆ, ਮਤਲਬ ਕਿ ਇੰਨੀ ਸਟੱਡੀ ਵੀ ਨਹੀਂ ਹੋਊਗੀ, ਇੰਨੀਆਂ ਖੇਡਾਂ ਵੀ ਨਹੀਂ ਹੋਊਗੀਆਂ, ਉਹ ਤੇ ਇੰਨੇ ਗਨਮੈਨ ਚੱਕੀ ਫਿਰਦੇ। ਉਹ ਜੀ ਸਾਡੇ ਮਿਨਿਸਟਰਾਂ ਨੂੰ ਐਕਚੁਅਲੀ ਇੰਨਾ ਪੁੱਛ ਲਿਓ ਕਿ ਐਥਲੈਟਿਕ 'ਚ ਈਵੈਂਟ ਕਿੰਨੇ ਹੁੰਦੇ ਆ? ਕਿੰਨੇ ਕੁ ਈਵੈਂਟ ਹੁੰਦੇ? ਮਤਲਬ 400 ਮੀਟਰ, 800 ਮੀਟਰ, 600 ਜਾਂ ਬੱਚਿਆਂ ਦੀ ਸਬ ਜੂਨੀਅਰ ਦੇ ਵਿੱਚ ਜੈਵਲਿਨ ਦੇ ਵਿੱਚ ਕਿੰਨੇ ਗ੍ਰਾਮ ਦੀ ਜੈਵਲਿਨ ਹੁੰਦੀ ਹੈ, ਇਹ ਪੁੱਛ ਲਿਓ। ਮੈਡਲ ਤੇ ਬਹੁਤ ਉੱਪਰ ਵਾਲੀ ਗੱਲ ਹੋ ਗਈ। ਤੁਸੀਂ ਇਹ ਪੁੱਛੋ ਗਰਾਊਂਡ ਦੇ ਵਿੱਚ ਲੈਣਾ ਕਿੰਨੀਆਂ ਹੁੰਦੀਆਂ, ਗਰਾਊਂਡ ਕਿੰਨੀ ਲੰਬੀ ਹੁੰਦੀ ਹੈ ਐਥਲੈਟਿਕ ਦੀ, ਇਹ ਪੁੱਛੋ ਉਹਨਾਂ ਨੂੰ। ਤੇ ਉਹਨਾਂ ਨੂੰ ਤਾਂ 25 ਈਵੈਂਟ ਹੁੰਦੇ ਆ, ਉਹਨਾਂ ਨੂੰ ਇਹ ਨਹੀਂ ਪਤਾ ਕਿ ਕੀ ਹੁੰਦਾ ਕੀ ਨਹੀਂ। ਕਿੰਨੇ ਈਵੈਂਟ ਡਿਕੈਥਲਨ ਦੇ ਵਿੱਚ ਹੁੰਦੇ, ਕਿੰਨੇ ਹੈਪਟਾਥਲਨ ਦੇ ਵਿੱਚ ਹੁੰਦੇ ਆ, ਤੇ ਵਰਲਡ ਰਿਕਾਰਡ ਤੇ ਫਿਰ ਬਹੁਤ ਦੂਰ ਦੀ ਗੱਲ ਆ। ਉਹਨਾਂ ਨਾਲ ਗਨਮੈਨ ਆ ਸਕਦੇ ਆ, ਕਿਉਂਕਿ ਚੋਰਾਂ ਨਾਲ ਅਕਸਰ ਇੱਕ ਚੋਰ ਨਹੀਂ ਚੋਰੀ ਕਰਨ ਜਾਂਦਾ, 5-7 ਇਕੱਠੇ ਹੀ ਜਾਂਦੇ ਹੁੰਦੇ ਆ। ਸੋ ਮੈਂ ਇੰਨਾ ਨਹੀਂ ਕਹਿੰਦਾ ਕਿ ਮੈਨੂੰ ਗਨਮੈਨ ਦੀ ਜ਼ਰੂਰਤ ਵੀ ਨਹੀਂ, ਮੈਂ ਇੱਦਾਂ ਰਹਿ ਕੇ ਖੁਸ਼ ਹਾਂ। ਪਰ ਹਾਂ ਬਈ ਮੇਰੇ
ਪੰਜਾਬ ਦੇ ਖਿਡਾਰੀਆਂ ਨਾਲ ਮਾੜਾ ਨਾ ਹੋਵੇ। ਸਾਲਾ ਡੇਲੀ ਸੌਰੀ ਗਾਲ ਕੱਢ ਬੈਠਾ, ਕੋਈ ਨਹੀਂ। ਮੈਂ ਥੋੜਾ ਰੋਣਾ ਹੱਕਾ ਹੋ ਜਾਂਦਾ ਜੀ, ਦਿਲ ਤੇ ਲਾ ਲੈਣਾ ਗੱਲ ਕਿ ਦੇਖੋ ਆਹ ਹਾਲਤ ਹੋਈ ਹੈ। ਮੇਰੇ ਪੇਰੈਂਟਸ ਕਹਿੰਦੇ ਤੂੰ ਨਾ ਬੋਲਿਆ ਕਰ, ਮੈਂ ਕਿਹਾ ਤੁਸੀਂ ਵੀ ਨਹੀਂ ਬੋਲੇ, ਫਿਰ ਕਿਉਂ ਕਿਸਾਨ ਧਰਨੇ 'ਚ ਜਾ ਵੜੇ? ਨਹੀਂ ਜਾਣਾ ਸੀ। ਇਹੀ ਗੱਲ ਮੈਂ ਕਰਦਾ, ਤੁਸੀਂ ਮੈਨੂੰ ਰੋਕਦੇ ਹੋ। ਤੁਹਾਡਾ ਦਿਲ ਵੀ ਖੂਨ ਦੇ ਅਥਰੂ ਆਏ ਤਾਂ ਤੁਸੀਂ ਭੱਜੇ ਨਾ ਦਿੱਲੀ ਵੱਲ ਨੂੰ ਮੂੰਹ ਕਰਕੇ, ਟਰੈਕਟਰ ਲੈ ਕੇ ਅਸੀਂ ਵੀ ਗਏ ਸੀ। ਸੋ ਇਦਾਂ ਦੀ ਕੰਡੀਸ਼ਨ ਵਿਆਹ ਵੀ ਉਧਰ ਹਰਿਆਣੇ 'ਚ ਕਰਾ ਲਿਆ ਕਿਤੇ, ਇਸੇ ਕਰਕੇ ਤਾਂ ਨਹੀਂ ਕਰ ਰਹੇ ਵੀ ਪੰਜਾਬ ਵਾਲੇ ਤਾਂ ਨਾਮ ਦਿੰਦੇ ਨਹੀਂ ਵੀ ਚੱਲ ਉੱਥੇ ਘਰ ਜਵਾਈ ਰਹਿ ਕੇ ਉੱਥੇ ਹਰਿਆਣੇ ਵੱਲੋਂ ਹੀ ਖੇਡ ਲਈਏ। ਨਹੀਂ ਭਾਜੀ, ਬੋਲਣਾ ਹੀ ਨਹੀਂ ਬਣਦਾ ਕਿ ਮੈਂ ਇਹ ਨਹੀਂ ਕੀਤਾ ਉਹ ਨਹੀਂ ਕੀਤਾ, ਜਾਂ ਇਦਾਂ ਦੀ ਕੋਈ ਗੱਲ ਨਹੀਂ। ਪਰਮਾਤਮਾ ਦੀ ਸਮਰੱਥਾ ਹੈ, ਬਹੁਤ ਕੁਝ ਬਖਸ਼ਿਆ ਦਾਤੇ ਨੇ। ਪੈਸੇ ਨਹੀਂ ਹੋਏ ਤਾਂ ਕੀ ਹੋਇਆ, ਇੱਕ ਨਾਮ ਤੇ ਦਿੱਤਾ ਨਾ। ਤੇ ਮਿਸਿਸ ਨੂੰ ਆ ਕੇ ਪਤਾ ਲੱਗਿਆ ਪੰਜਾਬ ਬਾਰੇ, ਜਾਂ ਉਹ ਕੀ ਸੋਚਦੇ ਸੀ ਜੀ? ਉਹ ਸੋਚਦੇ ਸੀਗੇ ਕਿ ਉਹਨਾਂ ਨੇ ਹੁਣ ਫਿਲਮਾਂ ਵੇਖੀਆਂ ਐਮੀ ਵਿਰਕ ਵਾਲੀਆਂ, ਰਣਜੀਤ ਬਾਵੇ ਹੁਣ ਵਾਲੀਆਂ, ਕਹਿੰਦੇ ਕਿ ਪੰਜਾਬ ਦੇ ਵਿੱਚ ਤਾਂ ਪਤਾ ਨਹੀਂ ਵੀ ਸਾਰੇ ਪਲਾਜੋ ਵਾਲੇ ਤੁਰੇ ਫਿਰਦੇ ਆ, ਜਾਂ ਆਮ ਹੀ ਅਸੈਸਰੀਆਂ ਮਿਲਦੀਆਂ, ਜਾਂ ਪੀਜ਼ੇ ਪੂਜੇ ਘਰਾਂ 'ਚ ਹੋਮ ਡਿਲੀਵਰੀਆਂ ਹੁੰਦੀਆਂ। ਪਰ ਨਹੀਂ, ਉਹ ਹਰਿਆਣੇ ਤੋਂ ਗੁੜਗਾਉਂ ਦੇ ਨਾਲ ਲੱਗਦਾ ਪਿੰਡ ਹੈ, ਉੱਥੋਂ ਸਟੱਡੀ ਕੀ ਕਰ ਰਹੇ ਆ? ਇਹ UPSC ਕਰ ਰਿਹਾ, IAS ਦੀ ਤਿਆਰੀ ਕਰ ਰਿਹਾ। ਚਲੋ ਮਾਣ ਹੈ ਮੈਨੂੰ, ਔਰ ਹੋਣਾ ਵੀ ਚਾਹੀਦਾ, ਸਾਨੂੰ ਵੀ ਹੈ। ਬਿਲਕੁਲ ਹਮੇਸ਼ਾ ਸਪੋਰਟ ਕਰੂੰਗਾ। ਮੈਂ ਇੱਕ ਗੱਲ ਕਹਿਣਾ ਕਿ ਆਈ ਨੋ ਕਿ ਇਹ ਕਿੱਦਾਂ ਦੇ ਨੇ। ਕਰਪਸ਼ਨ ਨੂੰ ਰੋਕਣਾ ਸਾਡਾ ਕੰਮ ਆ, ਮੈਂ ਵੀ ਰੋਕ ਰਿਹਾ, ਮੇਰਾ ਆਹ ਫੀਲਡ ਹੈ, ਉਹਨਾਂ ਦਾ ਹੋਰ ਫੀਲਡ ਹੋਊਗਾ, ਉਧਰ ਰੋਕ ਲੈਣਗੇ ਬਹੁਤ ਆ। ਜੇ ਇੱਕ ਮੈਂ ਇਸ ਗੱਲ ਤੋਂ ਇੱਕ ਚੀਜ਼ ਤੋਂ ਹੋਰ ਖਫਾ, ਐਗਜ਼ਾਮਪਲ ਦੇ ਕੇ ਦੱਸ ਦਿੰਦਾ। ਇੱਕ UPSC ਜਿਹੜਾ IAS ਆਫੀਸਰ ਹੁੰਦਾ, ਤੁਸੀਂ ਦੇਖਿਆ ਹੋਊਗਾ ਕਿ ਅੱਜ ਕੱਲ ਇੰਸਟਾਗ੍ਰਾਮ ਤੇ, ਟੈਲੀਗ੍ਰਾਮ ਤੇ, ਫੇਸਬੁੱਕ ਤੇ ਵੀਡੀਓਜ਼ ਆਉਂਦੀਆਂ। ਇੱਕ UPSC ਵਾਲਾ IAS ਆਫੀਸਰ ਘਰੇ ਬੋਰਡ ਲੈ ਕੇ ਪੜ੍ਹਾਉਂਦੇ ਬੱਚਿਆਂ ਨੂੰ, ਠੀਕ ਹੈ ਜੀ। ਉਹ ਕਿਉਂ ਪੜ੍ਹਾਉਂਦੇ ਆ? ਉਹ ਤਾਂ ਪੜ੍ਹਾਉਂਦੇ ਨੇ ਕਿ ਬੱਚੇ ਨੂੰ ਟਿਊਸ਼ਨ ਫੀਸ ਥੋੜੀ ਘੱਟ ਜੇ, ਰਾਇਲ ਹੋਵੇ ਥੋੜਾ ਕੰਮ ਇਹਦਾ, ਜੇ ਬਾਹਰ ਟਿਊਸ਼ਨ ਨਾ ਦੇਵੇ, ਕਲਾਸਿਸ ਨਾ ਲੈਣੀਆਂ ਪੈਣ। ਹੁਣ ਮੈਂ ਤੁਹਾਨੂੰ ਦੱਸਾਂ, ਮੈਂ ਇਕੱਲਾ ਹੀ ਥੋੜੀ ਏਡਾ ਖਿਡਾਰੀ ਹਾਂ। ਪੰਜਾਬ ਪੁਲਿਸ ਦੇ ਵਿੱਚ ਸਾਡੇ DSP, SSP, IG ਤੱਕ ਬੰਦੇ ਪਹੁੰਚੇ, ACP। ਕਦੀ ਕਿਸੇ ਨੇ ਅੱਜ ਤੱਕ ਸਪੋਰਟਸ ਦੀ ਆਵਾਜ਼ ਕਿਉਂ ਨਹੀਂ ਉਠਾਈ? ਇਨਕਲੂਡਿੰਗ ਸਰਦਾਰ ਮਿਲਖਾ ਸਿੰਘ ਜੀ ਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਮੇਰਾ ਖਿਆਲ 2016 ਜਾਂ 17 'ਚ ਮਿਲਿਆ, ਔਰ 1961 ਦੇ ਵਿੱਚ ਓਲੰਪਿਕ ਖੇਡਦੇ ਫਿਰਦੇ ਸੀ ਉਹ। ਸਰ ਤੁਸੀਂ ਜੇ ਉਹਨਾਂ ਨੂੰ ਮਿਲਿਆ ਸੀ ਉਸ ਟਾਈਮ ਵੀ ਬੋਲ ਦਿੰਦੇ ਕਿ ਬਹੁਤ ਲੇਟ ਨਹੀਂ ਕਰ ਦਿੱਤਾ, ਔਰ ਹੋਈ ਵੀ ਸੀਗੀ ਗੱਲ। ਤੁਹਾਨੂੰ ਕਦੇ ਕਿਸੇ ਮਤਲਬ ਕਿ ਪੰਜਾਬ ਦੇ ਵੱਲੋਂ ਪੰਜਾਬ ਪੁਲਿਸ ਦੇ ਵਿੱਚ DSP ਜਾਂ SSP ਦੀ ਜੌਬ ਲਈ ਆਫਰ? ਉਹ ਨਾ ਜੀ ਨਾ, ਮੈਂ ਕਹਿੰਦਾ ਇੱਥੇ ਜਿਹੜੇ ਰੱਖੇ ਪੰਜਾਬ ਪੁਲਿਸ ਵਾਲੇ, ਉਹਨਾਂ ਨੂੰ ਗੇਮ ਦੀ ਪਰਮਿਸ਼ਨ ਮਿਲ ਜੇ ਬਹੁਤ ਵੱਡੀ ਗੱਲ ਹੈ। ਉਹ ਵਿਚਾਰੇ ਡਿਊਟੀਆਂ ਕਰਦੇ ਫਿਰਦੇ, ਕੰਟਰੈਕਟ ਤੇ ਨੇ, 12-14 ਹਜ਼ਾਰ ਤਨਖਾਹ ਉਹਨਾਂ ਦੀ। ਆਮ ਸਿਪਾਹੀ ਬਣਦਾ ਰਿਕਰੂਟੀ ਤੋਂ ਬਾਅਦ ਜਿਹੜਾ ਸਿਪਾਹੀ ਬਣਦਾ, ਉਹ 30+ ਤਨਖਾਹ ਹੁੰਦੀ ਹੈ। ਇਹਨਾਂ ਦੀ ਵਿਚਾਰਿਆਂ ਦੀ ਕੰਟਰੈਕਟ ਤੇ ਨੇ, ਇਹਨਾਂ ਦੀ 12-12, 14-14 ਹਜ਼ਾਰ ਰੁਪਈਆ ਤਨਖਾਹ ਸਪੋਰਟਸਮੈਨ ਦੀ, ਔਰ ਉਹ ਵੀ ਡਿਊਟੀਆਂ ਕੁੱਟਦੇ ਫਿਰਦੇ, ਪਰਮਿਸ਼ਨ ਹੈ ਨਹੀਂ। ਹੁਣ ਥੋੜ੍ਹੇ ਦਿਨ ਪਹਿਲਾਂ ਇੰਡੀਆ ਪੁਲਿਸ ਦੀ ਟੀਮ ਸਾਡੇ ਕੋਲ ਇੱਥੇ ਟ੍ਰੇਨਿੰਗ ਕਰਨ ਆਈ। ਮੈਂ ਕਿਹਾ ਅੱਜ ਕਿੱਧਰੋਂ ਚੰਦ ਚੜ੍ਹ ਗਿਆ? ਕਹਿੰਦੇ ਭਾਜੀ 2 ਮਹੀਨੇ ਬਾਅਦ ਸਾਡੀ ਇੰਡੀਆ ਪੁਲਿਸ ਹੈ, ਉਹਦੇ ਕਰਕੇ ਸਾਨੂੰ ਫ੍ਰੀ ਕੀਤਾ। ਮੈਂ ਸ਼ਰਤ ਨਾਲ ਕਹਿੰਦਾ ਸਾਡੀ ਇੰਡੀਆ ਪੁਲਿਸ ਦੇ ਵਿੱਚ ਪੰਜਾਬ ਪੁਲਿਸ ਦਾ ਨੰਬਰ ਦਿਖਾ ਦਿਓ ਮੈਨੂੰ, ਇਹ ਕਿੰਨਵੇਂ ਨੰਬਰ 'ਤੇ ਆਉਂਦੇ ਆ? ਜਦੋਂ ਡਿਊਟੀਆਂ ਦਵਾ ਛੱਡਣੀਆਂ ਫਿਰ ਪਲੇਅਰ ਨੇ ਕਿੱਥੋਂ ਆਉਣਾ? ਸਰ ਆਹ ਮੇਰੇ ਕੋਲ ਹੈਗੀ ਆ ਪਾਲਿਸੀ ਹਰਿਆਣੇ ਦੀ ਤੇ ਪੰਜਾਬ ਦੀ। ਜੇ ਤੁਸੀਂ ਪੰਜਾਬ ਦੀ ਪਾਲਿਸੀ ਦੀ ਗੱਲ ਕਰੋ ਤੇ ਇੱਕ ਹੀ ਪੇਜ ਹੈ, ਠੀਕ ਹੈ ਜੀ। ਹਾਂਜੀ, ਰਿਟਨ ਦੇ ਵਿੱਚ ਹੈ ਮੇਰੇ ਕੋਲ, ਹਾਂ ਆ ਰਹੀ। ਇਹ ਇੱਕ ਹੀ ਪੇਜ ਹੈ ਪੰਜਾਬ ਪੁਲਿਸ ਦਾ, ਸੌਰੀ ਆਪਣਾ ਪੰਜਾਬ ਦੀ ਪਾਲਿਸੀ ਇੱਕ ਪੇਜ ਆ। ਮੈਂ ਭਾਜੀ ਨੂੰ ਕਹਿਣਾ ਕਿ ਥੋੜਾ ਡੀਪਰ। ਹਰਿਆਣੇ ਦੇ ਕਿੰਨੇ ਪੇਜ ਹੈ? ਇਹ ਹਰਿਆਣੇ ਦੇ 8 ਪੇਜ ਹੈ ਜੀ। ਅੱਛਾ, ਪਾਲਿਸੀ ਦੇ ਹੀ? ਪਾਲਿਸੀ ਦੇ 8 ਪੇਜ ਆ। ਫਿਰ ਮਿਲਦੇ ਐਵੇਂ ਥੋੜੀ, ਤੁਸੀਂ ਮੈਨੂੰ ਜੈਗਵਾਰ ਕਹੀ ਜਾਂਦੇ ਭਾਜੀ, ਕੋਈ ਗੱਲ ਆ, ਰੀਜ਼ਨ ਹੈ ਪਿੱਛੇ। ਆਹ ਹਰਿਆਣਾ ਪਾਲਿਸੀ ਹੈ ਜੀ, 1 2। ਜਿਹੜੀ ਇੱਕ ਕਹਿੰਦੇ ਹੁੰਦੇ ਆ ਵੀ ਕਾਗਜ਼ਾਂ ਦੇ ਵਿੱਚ ਹੀ ਚੱਲਦੀ ਆ ਪਾਲਿਸੀ, ਉਹ ਹਰਿਆਣੇ ਵਾਲੀਆਂ ਦੀ ਉਹ ਤਾਂ ਨਹੀਂ ਆ ਵੀ 8 ਪੇਜ ਖਰਾਬ ਮਿਲੇ ਆ ਜੀ ਸਰ, ਮਿਲੇ? ਮੈਂ ਕਹਿੰਦਾ ਮੂੰਹ ਭਰ ਜਾਂਦਾ ਉਹਨਾਂ ਦਾ, ਕਰੋੜ ਰੁਪਈਆ ਕਹਿੰਦੇ ਆ। ਮੈਂ ਕਿਹਾ ਪਤਾ ਨਹੀਂ ਵੀ ਪੰਜਾਬ ਵਾਲਿਆਂ ਨੇ ਕਿਹਾ ਵੀ ਕਾਹਨੂੰ ਕਾਗਜ਼ ਖਰਾਬ ਕਰਨੇ, ਇੱਕੋ ਕਰ ਲਓ। ਮੈਂ ਕਹਿੰਦਾ ਜੀ ਇਹ ਤੁਸੀਂ ਸਪੋਰਟਸ ਮਿਨਿਸਟਰ ਸਾਹਿਬ ਨਾਲ ਵੀ ਗੱਲ ਕਰਿਓ, ਐਂਡ ਸਾਡੇ IAS ਆਫੀਸਰ ਖਰਬੰਦਾ ਸਾਹਿਬ ਨੇ, ਉਹਨਾਂ ਨਾਲ ਜ਼ਰੂਰ ਗੱਲ ਕਰਿਓ ਕਿਉਂਕਿ ਐਜੂਕੇਟਡ ਨੇ। ਆਹ ਦੇਖ ਲਓ ਇੱਥੇ ਕਾਲਮ ਹੈ ਓਲੰਪਿਕ, ਇੱਥੇ 4 ਕਾਲਮ ਹੈ ਹਰੇਕ ਦੇ ਵਿੱਚ, ਚਾਹੇ ਓਲੰਪਿਕ ਹੈ, ਏਸ਼ੀਆ ਯੂਥ ਹੈ, ਕਾਮਨਵੈਲਥ ਹੈ, ਵਰਲਡ ਚੈਂਪੀਅਨ, ਵਰਲਡ ਕੱਪ। 6 ਕਰੋੜ, 4 ਕਰੋੜ, 2.5 ਕਰੋੜ, ਔਰ ਜਿਹੜਾ ਚੌਥਾ ਕਾਲਮ ਹੈ ਨਾ 15 ਲੱਖ ਵਾਲਾ, ਇਹ ਸਿਰਫ ਖੇਡਿਆਂ ਹੀ ਆ। ਮਤਲਬ ਤੁਸੀਂ ਓਲੰਪਿਕ ਖੇਡੋ, ਮੈਡਲ ਆਵੇ ਚਾਹੇ ਨਾ ਆਵੇ, ਤੁਹਾਨੂੰ 15 ਲੱਖ ਮਿਲਣਾ। ਮੈਂ ਵਰਲਡ ਚੈਂਪੀਅਨਸ਼ਿਪ ਖੇਡ ਕੇ ਹਿਸਟਰੀ ਬਣਾਈ ਸੀ, ਮੈਨੂੰ ਰੁਪਈਆ ਨਹੀਂ ਮਿਲਿਆ। ਸੱਚ ਹੈ ਜੀ ਇਹ, ਕਿਉਂਕਿ ਇੱਥੇ ਕੀ ਹੈ? ਇੱਥੇ 7.5 ਲੱਖ ਆ ਜੀ, 7.5 ਲੱਖ ਰੁਪਈਆ ਖੇਡਣ ਦਾ ਜੀ। ਜਿੱਤੋ ਚਾਹੇ ਨਾ ਜਿੱਤੋ, ਕਿਉਂਕਿ ਮੈਂ ਜਿੱਤਣ ਨਾਲੋਂ ਘੱਟ ਵੀ ਨਹੀਂ ਕੀਤਾ, ਇਹ ਪਹਿਲਾ ਸਿੱਖ ਹੀ। ਸਾਡੀ ਸਿੱਖ ਕਮਿਊਨਿਟੀ ਕਿੱਡੀ ਕੁ ਹੈ ਮੈਨੂੰ ਤੁਸੀਂ ਦੱਸੋ। ਇੱਕ ਚੀਜ਼ ਹੋਰ ਜੀ, ਆਪਾਂ ਥੋੜਾ ਆਪਣੇ ਘਰਦਿਆਂ ਨੂੰ ਛੱਡ ਕੇ ਸਾਨੂੰ ਬਾਹਰ ਵੀ ਨਹੀਂ ਦੇਖਣਾ ਚਾਹੀਦਾ ਮੇਰਾ ਖਿਆਲ। ਅਸੀਂ ਬਹੁਤ, ਮੈਂ ਇਹ ਨਹੀਂ ਕਹਿੰਦਾ ਬਾਬੇ ਨਾਨਕ ਦੀ ਹੀ ਪਾਲਿਸੀ ਹੈ,
ਸਾਨੂੰ ਲੰਗਰ ਲਾਉਣੇ ਚਾਹੀਦੇ ਆ, ਸਾਨੂੰ ਗਰੀਬ ਦੀ ਮਦਦ ਕਰਨੀ ਚਾਹੀਦੀ ਆ, ਸਾਨੂੰ ਹਰੇਕ ਦੀ ਹੈਲਪ ਕਰਨੀ ਚਾਹੀਦੀ ਆ। ਪਰ ਜੇ ਕੋਈ ਸਾਡੇ ਆਪਣੇ ਘਰ ਦੇ ਵਿੱਚ ਕਿਸੇ ਦੀ ਛੱਤ ਢਹਿੰਦੀ ਹੋਵੇ, ਸਾਡੇ ਬਹੁਤ ਯੋਧੇ ਆ ਜੀ ਜਿਨ੍ਹਾਂ ਦਾ 84 ਦੇ ਵਿੱਚ ਜਿਨ੍ਹਾਂ ਦੇ ਮੈਂ ਘਰ ਦੇਖਦਾ ਅਜੇ ਤੱਕ ਢੱਠੇ ਪਏ, ਛੱਤਾਂ ਹੈ ਨਹੀਂ, ਜਾਂ ਬਹੁਤ ਖਿਡਾਰੀ ਵੀ ਇਦਾਂ ਦੇ ਨੇ, ਬਹੁਤ ਪੂਅਰ ਪਰਸਨ, ਸਾਨੂੰ ਘਰ ਦੇ ਵਿੱਚ ਵੀ ਝਾਤੀ ਮਾਰਨ ਵਾਲੀ ਚਾਹੀਦੀ ਕਿ ਇਹ ਬੰਦਿਆਂ ਨੇ ਕਿਤੇ ਨਾ ਕਿਤੇ, ਇਹ ਮੈਂ ਹੀ ਇਕੱਲਾ ਨਹੀਂ, ਮੈਂ ਜ਼ੀਰੋ ਆ, ਮੈਂ ਨਹੀਂ ਮੰਨਦਾ ਜੀ ਮੈਂ ਕੁਛ ਹੈਗਾ, ਮੇਰੇ ਨਾਲ ਵੱਡੇ ਉਹ ਆ ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਹੈ ਨਹੀਂ, ਜਿਹੜੇ ਰੋਂਦੇ ਫਿਰਦੇ, ਸਾਨੂੰ ਉਹਨਾਂ ਬਾਰੇ ਵੀ ਸੋਚਣਾ ਚਾਹੀਦਾ। ਉਸ ਤੋਂ ਬਾਅਦ 'ਚ ਸਰ ਖਿਡਾਰੀ ਜ਼ਿਆਦਾ ਨਹੀਂ, ਤੁਸੀਂ ਇੱਕ ਫੜ ਲਓ ਨਾ, ਤੁਸੀਂ ਉਹਨੂੰ ਕਹੋ ਕਿ ਬਾਈ ਤੇਰੀ ਸਰਕਾਰ ਨੇ ਨਹੀਂ ਮਦਦ ਕੀਤੀ, ਅਸੀਂ ਫੜਦੇ ਹਾਂ ਤੈਨੂੰ। ਉਹ ਬੰਦਾ ਮੈਂ ਦੱਸਦਾ ਜੀ, ਜਿੱਥੇ ਮਿਲਖਾ ਸਿੰਘ ਜੀ ਦਾ ਇੱਕ ਸੁਪਨਾ ਸੀ, ਕਹਿੰਦੇ ਰੱਬ ਮੇਰੀ ਜਾਨ ਉਦੋਂ ਲਵੇ ਜਦੋਂ ਮੈਂ ਓਲੰਪਿਕ ਦਾ ਮੈਡਲ ਦੇਖ ਲਵਾਂ। ਸੁਭਾਵਿਕ ਜੀ ਗੱਲ ਆ, ਉਹ ਸਰਦਾਰ ਸਾਹਿਬ ਨੇ ਮੈਂ ਬਹੁਤ ਰਿਸਪੈਕਟ ਕਰਦਾ ਸਰ, ਹੋ ਸਕਦਾ ਪਰ ਪਾਲਿਸੀ ਬਾਰੇ ਤੁਹਾਨੂੰ ਵੀ ਬੋਲ ਲੈਣਾ ਚਾਹੀਦਾ ਸੀ ਕਿ ਆਹ ਪਾਲਿਸੀ ਉਹਨਾਂ ਨੇ ਕਿਹਾ ਵੀ ਸੀਗਾ। ਇੱਕ ਪਿੱਛੇ ਜੇ ਮੈਂ ਨਿਊਜ਼ ਦੇਖੀ, ਸੌਰੀ ਇੱਕ ਬੁੱਕ UPSC ਵਾਲਿਆਂ ਕੋਲ ਬੁੱਕਾਂ ਆਉਂਦੀਆਂ ਨੇ NCERT, ਉਹਦੇ ਵਿੱਚ ਉਹ ਬੋਲਦੇ ਆ ਕਿ ਮੇਰੇ ਤੋਂ, ਮੇਰੀ ਸਪੋਰਟਸ ਤੋਂ ਲੈ ਕੇ ਹੁਣ ਤੱਕ ਦੀ ਸਪੋਰਟਸ ਤੱਕ ਬਹੁਤਾ ਫਰਕ ਨਹੀਂ ਹੈ, ਇੱਕ ਹੀ ਫਰਕ ਹੈ। ਉਹ ਫਰਕ ਹੈ ਜੀ ਕਿ ਖਿਡਾਰੀ ਗਰਾਊਂਡਾਂ ਦੇ ਵਿੱਚ ਆਉਣ ਲੱਗ ਗਏ, ਟਰੈਕ ਆ ਗਏ, ਪਰ ਸਾਡੇ ਤਾਂ ਟਰੈਕ ਵੀ ਮਰ ਗਏ। ਅੱਛਾ, ਮੈਂ ਤੁਹਾਨੂੰ ਹੁਣੇ ਗੱਲ ਕੀਤੀ ਸੀ, ਆਪਾਂ ਪਹਿਲੇ 10 ਦੇ ਵਿੱਚ ਹੈ ਨਹੀਂ ਗੇ, ਯੂਥ ਸਾਡੀ ਸਪੋਰਟਸ ਪਹਿਲੇ 10 'ਚ ਹੈ ਨਹੀਂ ਗੀ, ਸਾਨੂੰ ਮਾਣ ਕਰਨ ਦੀ ਬਹੁਤੀ ਜ਼ਰੂਰਤ ਨਹੀਂ ਗੀ। ਪਰ ਇੱਕ ਚੀਜ਼ ਤੇ ਮਾਣ ਕਰ ਲਿਓ, ਇਹ ਅੱਜ ਬਿਕਰਮਜੀਤ ਸਿੰਘ ਮਜੀਠੀਆ ਜੀ ਨੇ ਵੀ ਕਿਹਾ, ਵਧੀਆ ਲੱਗਾ ਉਹਨਾਂ ਨੇ ਵੀ ਕੁਝ ਬੋਲਿਆ। ਆਪਾਂ ਕਰਪਸ਼ਨ ਦੇ ਵਿੱਚ 6ਵੇਂ ਨੰਬਰ ਤੇ ਆ ਗਏ ਆ ਜੀ। ਅੱਛਾ, ਇਹ ਲੇਟੈਸਟ ਨਿਊਜ਼ ਹੈ, NCERT ਦੀ ਵਿੱਚ ਹੈ, UPSC ਦੇ ਵਿੱਚ ਆਈ ਹੈ। ਇਹ ਆਪਾਂ ਪਹਿਲੇ 6ਵਾਂ ਦੇ ਵਿੱਚ ਕਰਪਸ਼ਨ ਦੇ ਵਿੱਚ ਆ ਗਏ ਆ। ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ। ਪਹਿਲੇ ਤੇ ਕੌਣ ਹੈ ਜੀ? ਪਹਿਲੇ ਤੇ ਹੈਗਾ ਜੀ ਰਾਜਸਥਾਨ 78%, ਦੂਜੇ ਤੇ ਬਿਹਾਰ 75%, ਤੀਜੇ ਤੇ ਝਾਰਖੰਡ 74%, ਚੌਥੇ ਤੇ ਉੱਤਰ ਪ੍ਰਦੇਸ਼ 74%, ਫਿਰ ਤੇਲੰਗਾਨਾ ਹੈਦਰਾਬਾਦ ਲਾਗੇ ਜਿਹੜਾ ਬਣਿਆ ਨਵਾਂ 67%, ਫਿਰ ਪੰਜਾਬ ਆ ਜੀ 63%। ਬਹੁਤ ਮਾਣ ਵਾਲੀ ਗੱਲ ਆ। ਅੱਛਾ, ਅੱਗੇ ਜੀ ਖਿਡਾਰੀਆਂ ਨਾਲ ਇਦਾਂ ਹੋ ਕੇ ਰਿਹਾ ਸਪੋਰਟਸ ਦੇ ਵਿੱਚ, ਸਪੋਰਟਸ ਅਨਐਮਪਲੋਇਮੈਂਟ ਬਹੁਤ ਆ। ਜਦੋਂ ਕੋਈ ਇੱਕ ਬੱਚਾ ਕਿਤੇ ਮੈਡਲ ਲੈ ਲੈਂਦਾ, ਜਾਂ ਇੱਕ ਸਾਡਾ ਪੜ੍ਹਾਈ ਵਾਲਾ ਬੱਚਾ ਸਟੇਟ ਦੇ ਵਿੱਚੋਂ ਪਹਿਲੇ 5 'ਚ ਆ ਜਾਂਦਾ ਨਾ, ਤੁਸੀਂ ਦੇਖਿਆ ਹੋਣਾ ਪਿੰਡਾਂ 'ਚ, ਆਹ ਬੱਚੇ ਨੇ ਪੜ੍ਹਾਈ ਦੇ ਵਿੱਚ ਪਹਿਲੇ 5 'ਚ ਆਇਆ ਪੰਜਾਬ 'ਚੋਂ, ਸਾਰਾ ਪਿੰਡ ਚੁੱਕੀ ਫਿਰਦਾ, ਇਲਾਕੇ ਵਾਲੇ ਤਹਿਸੀਲਦਾਰ ਵੀ ਚੁੱਕੀ ਫਿਰਦਾ, ਇੱਕ ਖਿਡਾਰੀ ਵੀ ਸਟੇਟ ਦੇ ਵਿੱਚੋਂ 골ਡ ਆ ਜਾਂਦਾ ਨਾ, ਬਹੁਤ ਵੱਡੀ ਗੱਲ ਆ। ਔਰ ਇੱਕ ਚੀਜ਼, ਜੇ ਮੇਰੀ ਇਹ ਇੰਟਰਵਿਊ ਸਰਦਾਰ IG ਸਰਦਾਰ ਮਹਿਲ ਸਿੰਘ ਭੁੱਲਰ ਜੀ ਸੁਣਦੇ ਹੋਣ, ਉਹਨਾਂ ਅੱਗੇ 2 ਹੱਥ ਜੋੜ ਕੇ ਬੇਨਤੀ ਹੈ ਕਿ ਮੈਂ ਉਹਨਾਂ ਨੂੰ ਪਰਸਨਲੀ ਮਿਲ ਵੀ ਲਊਂਗਾ, ਮਿਲਣਾ ਚਾਹੁੰਦਾ ਵੀ ਹੈ, ਦਿਲ ਦੀ ਇੱਛਾ ਵੀ ਹੈ। ਉਹਨਾਂ ਦੇ ਪੁੱਤਰ ਵੀ ਨੇ ਕਮਿਸ਼ਨਰ HS ਭੁੱਲਰ ਸਾਹਿਬ, ਉਹਨਾਂ ਨੂੰ ਵੀ ਕਹਿਣਾ ਮੈਂ ਮਿਲਣਾ ਚਾਹੁੰਦਾ, ਕਿਉਂਕਿ ਉਹਨਾਂ ਨੂੰ ਤਾਂ ਮਿਲਣਾ ਚਾਹੁੰਦਾ, ਉਹਨਾਂ ਦੇ ਟਾਈਮ ਤੇ ਸਨ 2000 ਤੋਂ ਪਹਿਲਾਂ ਜਿਹੜੀ ਸਪੋਰਟਸ ਸੀਗੀ ਨਾ, ਅਸੀਂ ਨੈਸ਼ਨਲ ਦੇ ਵਿੱਚ 74% ਮੈਡਲ ਲੈਂਦੇ ਸੀ, ਅੱਜ ਅਸੀਂ 1% ਵੀ ਨਹੀਂ ਲੈ ਰਹੇ। ਕਾਰਨ ਕੀ ਹੈ ਉਹਦਾ? ਕਾਰਨ ਕੀ, ਮਹਿਲ ਸਿੰਘ ਭੁੱਲਰ ਜੀ ਨੇ ਦਲੀਪ ਸਿੰਘ ਖਲੀ ਨੂੰ ਵੀ ਭਰਤੀ ਕੀਤਾ, ਇੱਕ ਪੱਥਰ ਤੋੜਦੇ ਹੁੰਦੇ ਸੀ ਜੀ ਉਹ, ਅੱਜ ਕਿੱਥੇ ਪਹੁੰਚੇ ਆ। ਮਹਿਲ ਸਿੰਘ ਭੁੱਲਰ ਜੀ ਨੇ ਜਦੋਂ ਸਟੇਟ ਮੈਡਲ ਲੈਂਦਾ ਸੀ ਨਾ ਕੋਈ ਖਿਡਾਰੀ, ਉਹ ਚਾਹੇ ਅੰਡਰ 18 ਹੋਵੇ ਤੇ ਚਾਹੇ 20, ਉਹ ਸਬ ਇੰਸਪੈਕਟਰ ਭਰਤੀ ਕਰ ਲੈਂਦੇ ਸੀ। ਤੇ ਜੇ ਕਿਸੇ ਨੇ ਨੈਸ਼ਨਲ 'ਚ ਮੈਡਲ ਲਿਆ, ਉਹ ਨਾਲ ਦੀ ਨਾਲ ਇਦਾਂ ਪ੍ਰਮੋਸ਼ਨ ਦਿੰਦੇ ਸੀ, ਇੰਸਪੈਕਟਰ ਨਾਲ ਬਣਾ ਦਿੰਦੇ ਸੀ ਉਹਨੂੰ ਇੱਕ ਮੈਡਲ ਤੋਂ, ਕਿਉਂਕਿ ਨੈਸ਼ਨਲ ਦੇ ਉਦੋਂ ਪੋਲੀਟੀਕਲ ਪ੍ਰੈਸ਼ਰ ਨਹੀਂ ਨਾ ਹੋਣਾ ਫਿਰ ਕਿਸੇ ਤਰ੍ਹਾਂ ਦਾ, ਜਾਂ ਉਹਨਾਂ ਕੋਲ ਰਾਈਟ ਹੋਣੇ ਆ। ਹੁਣ ਤਾਂ ਇਹ ਕਹਿੰਦੇ ਪੁਲਿਸ ਕਹਿੰਦੀ ਸਾਡੇ ਕੋਲ ਪਾਵਰ ਹੀ ਨਹੀਂ ਹੈ, ਅਸੀਂ ਤਾਂ ਰਾਜਨੀਤਿਕ ਹੱਥਾਂ ਦੇ ਵਿੱਚ ਖੇਡ ਰਹੇ ਹਾਂ ਕਠਪੁਤਲੀਆਂ ਵਾਂਗੂ। ਜੇ ਪੁਲਿਸ ਕੋਲ ਪਾਵਰ ਹੈ ਨਹੀਂ ਗੀ ਤਾਂ ਫਿਰ ਸ਼ੂਟ ਕਿੱਦਾਂ ਕਰ ਦਿੰਦੇ? ਸ਼ੂਟ ਦੀ ਹੈਗੀ ਪਾਵਰ ਇਹਨਾਂ ਕੋਲ, ਕਿਸੇ ਨੂੰ ਗੈਂਗਸਟਰ ਨੂੰ ਨਗਾ ਦਿੰਦੇ ਫੜ ਕੇ। ਇਨਕੁਆਇਰੀ ਵੀ ਬੈਠਣੀ ਚਾਹੀਦੀ ਥੋੜੀ ਬਹੁਤ, ਇਹ ਵੀ ਪਾਵਰ ਹੋਣੀ ਚਾਹੀਦੀ ਹੈ। ਇਹ ਜਦੋਂ ਪਾਵਰ ਹੈਗੀ ਫਿਰ ਬਹੁਤੀਆਂ ਪਾਵਰਾਂ ਹੋਰ ਵੀ ਹੋਣਗੀਆਂ। ਤੇ ਭੁੱਲਰ ਸਾਹਿਬ ਨੇ ਇਦਾਂ ਭਰਤੀ ਕੀਤਾ ਕਿ ਨੈਸ਼ਨਲ ਵਾਲੇ ਨੂੰ ਜਾਂ ਡਿਸਟ੍ਰਿਕਟ ਵੀ ਜਿਹੜਾ ਮੈਡਲ ਲੈਂਦਾ ਸੀ ਉਹਨੂੰ ਵੀ ਕਾਂਸਟੇਬਲ ਕਰ ਲੈਂਦੇ ਸੀ। ਅੱਜ ਕੱਲ੍ਹ ਕਾਂਸਟੇਬਲ ਵੈਸੇ ਨਹੀਂ ਬਣਦਾ ਜੀ, ਬੰਦਾ ਪ੍ਰਮੋਟਡ ਹੈ ਹੀ ਨਹੀਂ ਆ ਸਾਡੇ ਸਪੋਰਟਸ। ਇੱਕ ਇਸ ਟਾਈਮ PAP ਦੇ ਵਿੱਚ ਸਪੋਰਟਸ ਆਫੀਸਰ ਪਦਮ ਸ਼੍ਰੀ ਅਰਜਨਵਾੜੀ ਸਰਦਾਰ ਬਹਾਦਰ ਸਿੰਘ ਜੀ ਨੇ, ਉਹ ਭਾਜੀ ਬਹੁਤ ਵਧੀਆ ਐਥਲੀਟ ਨੇ, ਸ਼ਾਟ ਪੁੱਟਰ। ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ, ਸਰ ਤੁਸੀਂ ਪਲੀਜ਼ ਕੋਸ਼ਿਸ਼ ਕਰੋ ਕਿ ਪੰਜਾਬ ਦੇ ਹਾਂ ਅਸੀਂ, ਪੰਜਾਬ ਦੇ ਜਿੰਨੇ ਖਿਡਾਰੀ ਉਹਨਾਂ ਦੇ ਕੁਝ ਨਾਮ ਲੈਣ ਲੱਗਾ। ਕਿਰਪਾਲ ਸਿੰਘ ਬਾਠ ਡਿਸਕਸ ਥਰੋਅਰ, ਰੁਪਿੰਦਰ ਸਿੰਘ ਟ੍ਰਿਪਲ ਜੰਪਰ, ਨਵਜੀਤ ਕੌਰ ਢਿੱਲੋਂ ਡਿਸਕਸ ਥਰੋਅਰ ਕਾਮਨਵੈਲਥ ਮੈਡਲਿਸਟ, ਔਰ ਰੁਪਿੰਦਰ ਦਾ ਵੀ ਮੈਡਲ ਹੈ ਜੀ ਕਾਮਨਵੈਲਥ ਦੇ ਵਿੱਚ, ਏਸ਼ੀਅਨ ਗੇਮ 'ਚ ਵੀ। ਕਿਰਪਾਲ ਸੈਫ ਗੇਮ ਚੈਂਪੀਅਨ ਹੈ। ਉਸ ਤੋਂ ਬਾਅਦ ਤੇਜਿੰਦਰਪਾਲ ਸਿੰਘ ਤੂਰ ਅਰਜਨਵਾੜੀ, ਉਹ ਨੇਵੀ ਦੇ ਵਿੱਚ ਜੋਬ ਕਰ ਰਿਹਾ, ਮੈਂ ਆਰਮੀ। ਅਸੀਂ ਸਾਰੇ ਬਾਹਰ ਹੀ ਜੋਬ ਕਰਦੇ ਹਾਂ, ਸਾਨੂੰ ਸਟੇਟ ਨੇ ਨਹੀਂ ਜੋਬ ਦਿੱਤੀ ਤੇ ਅਸੀਂ ਖੇਡਦੇ ਸਟੇਟ ਵੱਲੋਂ ਆ। ਮਾਣ ਅਸੀਂ ਪੰਜਾਬੀ ਸਰਦਾਰ ਹੋਣ ਦਾ ਕਰਦੇ ਹਾਂ ਤੇ ਖੇਡੀਏ ਅਸੀਂ ਭਾਰਤ ਵੱਲੋਂ, ਤੇ ਭਾਰਤ ਨੂੰ ਮੈਡਲ ਵੀ ਦਈਏ, ਜਾਂ ਅਸੀਂ ਆਪਣੇ ਡਿਪਾਰਟਮੈਂਟਾਂ ਵੱਲੋਂ ਖੇਡੀਏ, ਮੈਡਲ ਅਸੀਂ ਉਹਨਾਂ ਨੂੰ ਵੀ ਦਈਏ। ਤੇ ਤੁਸੀਂ ਥੋੜ੍ਹਾ ਬਹੁਤਾ ਸੋਚੋ ਸਾਡੇ ਬਾਰੇ, ਅਸੀਂ ਐਡੇ ਗਏ ਗੁਜ਼ਰੇ ਨਹੀਂ ਜਾਂ ਡੈਡ ਨਹੀਂ ਹੋ ਗਏ। ਜਾਨ ਇੰਨੀ ਕਿ 20 ਸਾਲ ਦੀ ਮਿਹਨਤ ਤੋਂ ਬਾਅਦ 'ਚ ਵੀ ਇੰਨਾ ਤਜਰਬਾ ਕਰਕੇ ਕਹਿਣਾ ਕਿ ਤੁਸੀਂ ਮੇਰੇ ਨਾਲ ਅੱਜ 20 ਸਾਲ ਵਾਲਾ ਬੰਦਾ ਕੰਪੀਟੀਸ਼ਨ ਕਰਾ ਦਿਓ, ਜੇ ਮੈਂ ਬੀਟ ਹੋ ਜਾ ਤਾਂ ਮੈਂ ਗੇਮ ਛੱਡ ਦਊਂ, ਜੇ ਮੈਂ ਨੈਸ਼ਨਲ ਚੈਂਪੀਅਨ ਨਾ ਬਣਾ।
ਜਾਂ ਮੈਂ ਹੁਣ ਖਤਮ ਨਹੀਂ ਹੋ ਗਿਆ, ਇਦਾਂ ਦੀ ਕੋਈ ਗੱਲ ਨਹੀਂ, ਕੋਈ ਵੀ ਪਲੇਅਰ ਖਤਮ ਨਹੀਂ ਹੁੰਦਾ। ਜੇ ਪੰਜਾਬ ਨੇ ਪਲੇਅਰ ਸਾਂਭੇ ਹੁੰਦੇ ਤਾਂ ਕੀ ਤੁਹਾਡਾ ਸਾਥੀ ਜੈਪਾਲ ਭੁੱਲਰ ਗੈਂਗਸਟਰ ਨਾ ਬਣਦਾ, ਵਿੱਕੀ ਕੌਂਡਰ ਗੈਂਗਸਟਰ ਨਾ ਹੁੰਦਾ? ਮਤਲਬ ਹੀ ਕੋਈ ਨਹੀਂ ਜੀ, ਕਦੀ ਵੀ ਨਾ ਹੁੰਦੇ। ਉਹਨਾਂ ਨੂੰ ਉਹਨਾਂ ਦਾ ਹੱਕ ਦੇ ਦਿਓ। ਮੈਂ ਕਹਿੰਦਾ ਕਿ ਉਹ ਨੈਸ਼ਨਲ ਮੈਡਲਿਸਟ ਸੀਗੇ, ਭੁੱਲਰ ਸਾਹਿਬ ਦੀ ਪਾਲਿਸੀ ਦੇ ਅਕੋਰਡਿੰਗ ਉਹਨਾਂ ਨੂੰ ਇੰਸਪੈਕਟਰ ਬਣਾ ਦਿਓ। ਉਹਨਾਂ ਦੀ ਪਾਲਿਸੀ ਦੇ ਹਿਸਾਬ ਨਾਲ ਤਾਂ ਇੰਸਪੈਕਟਰ ਸੀਗੇ ਉਹ। ਮਹਿਲ ਸਿੰਘ ਜੀ ਦੇ ਹਾਂ, ਆਈ ਜੀ ਭੁੱਲਰ ਸਾਹਿਬ ਜੀ ਦੀ ਪਾਲਿਸੀ ਦੇ ਹਿਸਾਬ ਨਾਲ ਉਹ ਇੰਸਪੈਕਟਰ। ਜੈਪਾਲ ਭਾਜੀ ਸਟੇਟ ਦਾ ਰਿਕਾਰਡ ਸੀਗਾ ਹੈਮਰ ਦੇ ਵਿੱਚ, ਉਹ ਸਬ ਇੰਸਪੈਕਟਰ ਹੋਣਾ ਸੀ। ਪ੍ਰੇਮਾ ਲਾਹੌਰੀਆ 400 ਮੀਟਰ ਕਰਦਾ ਹੈ। ਮਿਲਖਾ ਸਿੰਘ ਵਾਲਾ ਈਵੈਂਟ ਸੀਗਾ। ਇੱਕ ਵਾਰੀ ਮੇਰੇ ਈਵੈਂਟ ਦਾ ਬੰਦਾ ਕੋਈ ਗਲਤ ਰਸਤੇ ਜਾਵੇ ਨਾ ਤਾਂ ਮੈਂ ਚਪੇੜ ਮਾਰ ਕੇ ਵਾਪਸ ਲੈ ਆਵਾਂ। ਬਾਈ ਜੀ ਹੁਣ ਜਿਵੇਂ ਤੁਹਾਡੇ ਜਿਹੜੇ ਲੋਕ ਗੈਂਗਸਟਰਵਾਦ ਵੱਲ ਨੂੰ ਚੱਲ ਜਾਂਦੇ ਫਿਰ ਉਹਨਾਂ ਨੂੰ ਸਪੋਰਟਸ ਪਰਸਨ ਜਾਂ ਕੋਈ ਕੋਚ ਕਿਹੜਾ ਰੋਕਦਾ ਜੀ ਫਿਰ? ਨਹੀਂ, ਹਾਂ ਇਹੀ ਤਾਂ ਕਮੀ ਰਹਿ ਗਈ ਨਾ ਜੀ ਭਾਜੀ ਕਿ ਉਹਨਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲੇ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ। ਹਾਂ, ਉਹਨਾਂ ਦੇ ਈਵੈਂਟਸ ਦੇ ਜੋ ਸੀਨੀਅਰ ਸੀ ਉਹਨਾਂ ਨਾਲ ਉਹਨਾਂ ਨੂੰ ਪਤਾ ਲੱਗ ਜਾਂਦਾ। ਮੰਨ ਲਓ ਪਤਾ ਤੇ ਮੈਨੂੰ ਵੀ ਲੱਗ ਹੀ ਗਿਆ, ਮੈਂ ਅਦਰ ਈਵੈਂਟ ਦਾ, ਉਹਨਾਂ ਦੇ ਈਵੈਂਟ ਵਾਲਿਆਂ ਨੂੰ ਪਤਾ ਲੱਗ ਜਾਂਦਾ। ਉਹ ਉਹਨਾਂ ਦੇ ਮੇਰੇ ਈਵੈਂਟ ਦਾ ਕੋਈ ਕਰੇ, ਮੈਂ ਉਹੀ ਗੱਲ ਹੈ ਕਿ ਚਪੇੜ ਮਾਰ ਕੇ ਫਿਰ ਵਾਪਸ ਲੈ ਆਵਾਂ। ਕਿ ਇਹਨਾਂ ਨੂੰ ਰੋਕ ਸਕਦੇ ਸੀ ਆਪਾਂ, ਕੋਈ ਵੱਡੀ ਗੱਲ ਨਹੀਂ ਸੀ। ਇਹਨਾਂ ਨੂੰ ਆਈ ਜੀ ਭੁੱਲਰ ਹੋਣਾ ਦੇ ਅਕੋਰਡਿੰਗ ਉਹ ਹੋ ਜਾਂਦਾ ਤਾਂ ਰੁਕੇ ਸੀ, ਐਡੀ ਕੋਈ ਗੱਲ ਨਹੀਂ ਹੈਗੀ। ਬਾਕੀ ਇਸ ਤੋਂ ਇਲਾਵਾ ਬਈ ਪੰਜਾਬ ਦਾ ਯੂਥ ਨੂੰ ਇੰਨਾ ਕਹਿਣਾ ਕਿ ਤੁਸੀਂ ਪਬਜੀ ਵਾਲੇ ਪਾਸਿਓਂ ਛੱਡ ਕੇ ਔਰ ਇੱਧਰ ਗਰਾਊਂਡ ਦੇ ਵਿੱਚ ਨਿਤਰੋ, ਕਿਉਂਕਿ ਹੌਲੀ ਹੌਲੀ ਸਾਡੇ ਬਹੁਤ ਅਸੀਂ ਪਿੱਛੇ ਆ ਚੁੱਕੇ ਹਾਂ। ਅਸੀਂ ਪਹਿਲੇ 10 'ਚ ਗੇਮ ਦੇ ਵਿੱਚ ਹੈ ਨਹੀਂ ਗੇ, ਅਸੀਂ ਕਰਪਸ਼ਨ ਦੇ ਵਿੱਚ ਪਹਿਲੇ 6 'ਚ ਹਾਂ। ਉੱਪਰੋਂ ਸਾਡੀ ਗਵਰਨਮੈਂਟ ਨੂੰ ਮੈਂ ਇੰਨੀ ਅਪੀਲ ਕਰਦਾ ਕਿ ਤੁਸੀਂ ਆਹ ਪਾਲਿਸੀ ਦੇਖੋ, ਤੁਸੀਂ ਚੇਂਜ ਕਰ ਦਿਓ ਪਾਲਿਸੀ ਨੂੰ। ਕਿਉਂਕਿ ਜਦੋਂ ਤੁਸੀਂ ਪਾਲਿਸੀ ਨਹੀਂ ਚੇਂਜ ਕਰ ਰਹੇ ਤਾਂ ਬਹੁਤ ਵੱਡਾ ਘਾਣ ਹੋ ਰਿਹਾ। ਨਾ ਸਾਡੀਆਂ ਗਰਾਊਂਡਾਂ, ਨਾ ਸਾਡੇ ਕੋਲ ਸਮਾਨ, ਨਾ ਸਾਡੇ ਕੋਚਾਂ ਦੀ ਪ੍ਰੋਪਰ ਸੈਲਰੀ। ਕਿਉਂਕਿ ਵਿਰੋਧੀ ਧਿਰਾਂ ਨੇ ਕਿੰਨੀ ਕੁ ਆਵਾਜ਼ ਚੁੱਕੀ ਹੁਣ ਤੱਕ, ਜਿਹੜੀਆਂ ਜਿਵੇਂ ਆਮ ਆਦਮੀ ਪਾਰਟੀ ਹੋ ਗਈ ਜਾਂ ਫਿਰ ਜੇ ਕਾਂਗਰਸ ਅਕਾਲੀ ਦਲ ਜੇ ਕਾਂਗਰਸ ਸੀਗੀ ਵਿਰੋਧੀ ਧਿਰ, ਤਾਂ ਉਹਨਾਂ ਨੇ ਹੁਣ ਤੱਕ ਤੁਹਾਡੇ? ਨਹੀਂ ਸਰ, ਕਿਸੇ ਨੇ ਵੀ ਆਵਾਜ਼ ਨਹੀਂ, ਸਪੋਰਟਸ ਦੀ ਆਵਾਜ਼ ਕਿਸੇ ਨੇ ਚੱਕੀ ਨਹੀਂ। ਇਹ ਤਾਂ ਇਦਾਂ ਦਾ ਬਗੀਚਾ ਹੀ ਜਿਹਨੂੰ ਐ ਅਣਦੇਖਿਆ ਕਰਤਾ ਸੀ ਕਿ ਇਹਦੇ ਉੱਤੇ ਉਹ ਅਮਰਵੇਲ ਜੀ ਨਹੀਂ ਹੁੰਦੀ, ਉਹਦੇ ਵਾਂਗੂ ਜਾਲ ਹੀ ਪੈ ਗਿਆ। ਇਹ ਤੁਹਾਨੂੰ ਪ੍ਰਮੋਟ ਕਰਨ ਦੇ ਨਾਲ ਕਿਤੇ ਪੋਲੀਟੀਕਲ ਲੋਕਾਂ ਨੂੰ ਜਾਂ ਪੋਲੀਟੀਕਲ ਜਮਾਤ ਨੂੰ ਕੋਈ ਨੁਕਸਾਨ ਤੇ ਨਹੀਂ ਹੈਗਾ ਜਿਹੜੇ ਪ੍ਰਮੋਟ ਹੀ ਨਹੀਂ ਕਰਦੇ? ਨਹੀਂ ਸਰ, ਬਿਲਕੁਲ ਨਹੀਂ, ਇਦਾਂ ਦੀ ਗੱਲ ਨਹੀਂ ਆ। ਇਹਨਾਂ ਨੇ ਪਹਿਲੀ ਗੱਲ ਤੇ ਦੇਖੋ ਕਿਸੇ ਨੇ ਕੀਤਾ ਨਹੀਂ। ਭਗਵੰਤ ਮਾਨ ਸਾਹਿਬ ਨੂੰ ਮੈਂ ਇੰਨਾ ਕਹਿਣਾ, ਦਿੱਲੀ ਦੀ ਪਾਲਿਸੀ ਤੁਹਾਨੂੰ ਦਿਖਾਤੀ ਹੈ, ਤੁਸੀਂ ਆਵਾਜ਼ ਚੱਕ ਦਿਓ ਪੰਜਾਬ ਦੇ ਵਿੱਚ। ਲਓ, ਅਸੀਂ ਤੁਹਾਡੇ ਨਾਲ ਖੜੇ ਹਾਂ। ਖੜੇ ਹੋਣ ਦਾ ਮਤਲਬ ਕਿ ਸਟੈਂਡ ਕਰਦੇ, ਨਾਟ ਜੁਆਇਨ ਦਾ ਪਾਰਟੀ। ਸੈਕਿੰਡ, ਤੁਸੀਂ ਕਾਂਗਰਸ ਦੀ ਗੱਲ ਕਰ ਰਹੇ ਹੋ। ਸੁਖਪਾਲ ਖਹਿਰਾ ਮੇਰੇ ਤੋਂ 20 ਕਿਲੋਮੀਟਰ ਦੂਰ ਦੇ ਨੇ, ਭਲੱਥਾਂ ਲਾਗੋਂ ਦੇ, ਬੇਗੋਵਾਲ ਸਾਈਡ ਦੇ। ਬੀਬੀ ਜਗੀਰ ਕੌਰ ਵੀ ਉੱਥੋਂ ਦੇ ਹੀ ਨੇ। ਕਦੀ ਇਹਨਾਂ ਨੂੰ ਪਤਾ ਵੀ ਲੱਗਾ ਕਿ ਮੈਂ ਵਰਲਡ ਦੇ ਵਿੱਚ ਖੇਡ ਕੇ ਉੱਥੇ ਹਿਸਟਰੀ ਬਣਾ ਦਿੱਤੀ ਹੈ? ਪਲੀਜ਼ ਤੁਸੀਂ ਦੇਖਿਆ ਕਰੋ ਕਿ ਆਲੇ ਦੁਆਲੇ ਹੋ ਕੀ ਰਿਹਾ। ਇਹਨਾਂ ਦਾ ਫਰਜ਼ ਬਣਦਾ ਸੀ, ਜੋ NRIs ਇੰਨੀ ਹੈਲਪ ਕਰਦੇ ਸਾਰਿਆਂ ਦੀ, ਇੱਕ ਬੱਚਾ ਸਾਂਭ ਕੇ ਉੱਦਾਂ ਹੀ ਉਹਨਾਂ ਦੀ ਸਪੋਰਟ ਕਰੋ। ਕਿਉਂਕਿ ਸਾਡੇ ਘਰ ਦੇ ਬੰਦੇ ਮਰ ਰਹੇ ਹੁਣ ਤਾਂ ਬਾਹਰਦਿਆਂ ਨੂੰ ਰਜਾਉਣ ਦਾ ਵੀ ਕੋਈ ਫਾਇਦਾ ਨਹੀਂ। ਇਹ ਚੀਜ਼ ਵੀ ਥੋੜੀ ਦੇਖੀ ਜਾਵੇ। ਔਰ ਸਾਡੇ ਕੋਚਾਂ ਦਾ ਜ਼ਰੂਰੀ, ਮੈਂ ਫਿਰ ਕਹਿਣਾ ਕਿ ਕੋਚਿਸ ਨੂੰ ਉਹਨਾਂ ਦਾ ਬਣਦਾ ਹੱਕ ਜ਼ਰੂਰ ਦਿੱਤਾ ਜਾਵੇ। ਹਰਿਆਣੇ ਦੇ ਕੋਈ ਕੋਚ 4 ਲੱਤਾਂ ਵਾਲੇ ਨਹੀਂ ਆ ਜਾਂ 4 ਅੱਖਾਂ ਵਾਲੇ ਨਹੀਂ ਆ ਕਿ ਉਹਨਾਂ ਦੀ ਇੰਨੀ ਸੈਲਰੀ ਆ। ਸਾਡੇ ਕੋਚਾਂ ਨੇ ਵੱਧ ਕੰਮ ਕੀਤਾ ਔਰ ਵੱਧ ਕੰਮ ਕਰਦੇ ਆ। ਸਾਨੂੰ ਪ੍ਰਾਊਡ ਆ ਸਾਡੇ ਸਾਰੇ ਹੀ ਕੋਚਾਂ ਤੇ। ਔਰ ਜੋ ਮੋਸਟ ਸੀਨੀਅਰ ਕੋਚ ਸਾਡੇ ਦਰੋਣਾਚਾਰੀਆ ਅਵਾਰਡੀ ਨੇ, ਉਹਨਾਂ ਅੱਗੇ ਅਪੀਲ ਕਰਦਾ, ਤੁਹਾਨੂੰ ਇਸ ਤੋਂ ਉੱਪਰ ਕੁਝ ਨਹੀਂ ਮਿਲਣਾ। ਹੁਣ ਦਰੋਣਾਚਾਰੀਆ ਤੋਂ ਉੱਪਰ ਕੋਈ ਅਵਾਰਡ ਨਹੀਂ ਹੁੰਦਾ। ਤੁਸੀਂ ਵੀ ਮੈਦਾਨ 'ਚ ਨਿਤਰੋ, ਖੜੇ ਹੋਵੋ ਆ ਕੇ ਸਾਡੀ ਹੱਕ ਦੀ ਆਵਾਜ਼ ਦੇ ਵਿੱਚ। ਜੋ ਮੋਸਟ ਸੀਨੀਅਰ ਸਾਡੇ ਐਥਲੀਟ ਸੀਗੇ ਉਹ ਬਣ ਕੇ ਅੱਜ ਵੀ ਅਹੁਦਿਆਂ ਦੇ ਉੱਪਰ ਲੱਗੇ ਨੇ। ਵਧੀਆ ਪੰਜਾਬ ਪੁਲਿਸ ਦੇ ਵਿੱਚ ਅਹੁਦੇ ਨੇ ਉਹਨਾਂ ਕੋਲ। ਉਹ ਗਰਾਊਂਡ ਦੇ ਵਿੱਚ ਆ ਕੇ ਚੈੱਕ ਤੇ ਕਰਨ ਕਦੀ ਖਿਡਾਰੀ। ਸਾਡੇ ਜਲੰਧਰ ਦੇ ਵਿੱਚ ਗਰਾਊਂਡ ਦੇ ਵਿੱਚ ਕਦੀ ਪਲੇਅਰ ਨਹੀਂ ਆਉਂਦੇ। ਪਟਿਆਲੇ ਇੰਡੀਆ ਟੀਮ ਦੇ ਵਿੱਚ ਰਿਹਾ, ਸਾਡੇ ਪੰਜਾਬ ਦੇ SP DSP ਕਦੀ ਰਾਊਂਡ ਮਾਰਨ ਆ ਜਾਂਦੇ ਸੀ। ਪਰ ਹਾਲਤ ਦੇਖੋ ਕਿ ਹਾਂ ਬਈ ਅਸੀਂ ਦੂਜੀ ਸਟੇਟ ਦੀ ਪਲੇਅਰ ਨੂੰ ਚੇਅਰ ਕਰ ਦਿੱਤਾ। ਕਹਿੰਦੇ ਜਿੰਨਾ ਗੁੜ ਪਾਓ ਓਨਾ ਹੀ ਮਿੱਠਾ। ਪਲੇਅਰ ਵੀ ਉੱਥੇ ਦੇ ਆ, ਤਕੜੇ ਵੀ ਫਿਰ ਉਹ ਹੋਣਗੇ, ਉਹਨਾਂ ਨੂੰ ਹੀ ਤੁਸੀਂ ਹੱਥ ਮਿਲਾਓਗੇ ਜਾ ਕੇ। ਅਸੀਂ ਕੋਈ ਜਿੱਦਾਂ ਕਹਿ ਲੈਂਦੇ ਕਿ ਭਰਾਈ ਮਾਂ ਦੇ ਨਹੀਂ ਆ, ਅਸੀਂ ਵੀ ਇੱਕੋ ਪੰਜਾਬੀ ਮਾਂ ਬੋਲੀ ਦੇ ਨਾਲ ਹੀ ਸੰਬੰਧ ਰੱਖਦੇ ਹਾਂ। ਸਾਡੀ ਵੀ ਸਪੋਰਟ ਕਰੋ। ਅਸੀਂ ਯਾਰ ਇੰਨੀ ਗਏ ਗੁਜਰੇ ਨਹੀਂ ਆ, ਜ਼ਮੀਰ ਮਰੇ ਵਾਲੇ ਨਹੀਂ ਆ। ਇੰਨੀ ਕੁ ਮਾਲਕ ਦੀ ਸਮਰੱਥਾ, ਇੰਨੀ ਕਿਰਪਾ ਕਿ ਅਜੇ ਤੱਕ ਗਿਵ ਅਪ ਨਾ ਕੀਤਾ, ਨਾ ਕਰਨਾ। ਆਉਣ ਵਾਲੇ ਟਾਈਮ ਦੇ ਵਿੱਚ ਫਿਰ ਵਾਅਦਾ ਕਰਦੇ ਹਾਂ, ਅਗਲੇ ਸਾਲ ਕਾਮਨਵੈਲਥ ਏਸ਼ੀਅਨ ਗੇਮ ਆਉਣ ਵਾਲੀ ਆ। NRIs ਵੀਰ ਨੂੰ ਕਹਿੰਦੇ ਕਿ ਤੁਹਾਡੇ ਦੇਸ਼ਾਂ ਦੇ ਵਿੱਚ ਹੀ ਆਉਣਾ ਅਸੀਂ, ਤੇ ਉੱਥੇ ਆ ਕੇ ਫਿਰ ਹਿਸਟਰੀਆਂ ਬਣਨਗੀਆਂ। ਇਹ ਵਾਅਦੇ ਰਹਿ ਗਏ। ਔਰ ਸਾਡੇ ਕੋਚਸ ਲਈ ਫਿਰ ਉਹਨਾਂ ਦਾ ਹੱਕ ਜ਼ਰੂਰ ਉਹਨਾਂ ਨੂੰ ਮਿਲੇ। ਔਰ ਜੇ ਅਸੀਂ ਗੇਮ ਦੇ ਨਾਲ ਜੁੜੇ ਰਹੀਏ, ਅਸੀਂ ਨਸ਼ੇ ਤੋਂ ਰਹਿਤ ਹੋ ਜਾਈਏ, ਅਸੀਂ ਗੈਂਗ ਵਾਰ ਦੇ ਵਿੱਚ ਨਾ ਪਈਏ, ਅਸੀਂ ਚੋਰੀ ਠੱਗੀ ਜਾਂ ਲੜਾਈ ਝਗੜੇ ਦੇ ਵਿੱਚ ਬਿਲਕੁਲ ਨਾ ਪਈਏ। ਕਿਉਂਕਿ ਨਰਮ ਦਿਲ ਹੋ ਜਾਂਦਾ ਸਪੋਰਟਸਮੈਨ ਜਦੋਂ ਅਸੀਂ 11 ਘੰਟੇ ਗਰਾਊਂਡ ਵੀ ਵਰਕ ਕਰ ਲੈਂਦੇ ਹਾਂ ਨਾ। ਗੁੱਸਾ ਬਹੁਤ ਦੂਰ ਦੀ ਗੱਲ ਆ। ਸਾਨੂੰ ਨੀਂਦ ਤੋਂ ਕੋਈ ਐਦਾਂ ਹੱਥ ਮਾਰੇ ਨਾ ਤਾਂ ਅਸੀਂ ਤਾਂ ਨਹੀਂ ਉੱਠਦੇ। ਇਹ ਫਰਕ ਪੈ ਜਾਂਦਾ। ਸੋ ਪਲੀਜ਼ ਫੇਰ ਕਹਿਣਾ ਚਾਹੁੰਦਾ ਗਵਰਨਮੈਂਟ ਨੂੰ, ਇਹ ਪਾਲਿਸੀਜ਼ ਨੂੰ ਚੈੱਕ ਕਰੇ, ਐਨਾਲਾਈਜ਼ ਕਰਨ। ਪੜ੍ਹੇ ਲਿਖੇ ਆਫੀਸਰ ਨੇ, ਐਨਾਲਾਈਜ਼ ਕਰਨ, ਦੇਖ ਕੇ ਫਿਰ ਉਸ ਹਿਸਾਬ ਨਾਲ ਸਾਡੀ ਪਾਲਿਸੀ ਬਦਲੀ ਜਾਵੇ। ਸਾਡੇ ਕੋਚਾਂ ਨੂੰ ਉਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ, ਸਾਡਾ ਬਣਦਾ ਹੱਕ ਸਾਨੂੰ ਦਿੱਤਾ ਜਾਵੇ। ਅਸੀਂ ਅੱਗੇ ਰਿਪਰੈਜ਼ੈਂਟ ਕਰਾਂਗੇ ਪੰਜਾਬ ਨੂੰ ਔਰ ਦੇਸ਼ ਨੂੰ ਔਰ ਸਿੱਖ ਕੌਮ ਨੂੰ
ਉੱਥੇ ਪਿੱਠ ਨਹੀਂ ਲੱਗਣ ਦਿੰਦੇ, ਪਹਿਲਾਂ ਵੀ ਨਹੀਂ ਲੱਗਣ ਦਿੱਤੀ। ਸੋ ਇੰਨਾ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਜੀ, ਦਵਿੰਦਰ ਸਿੰਘ ਕੰਗ ਉਹ ਜਿਨ੍ਹਾਂ ਨੇ ਹੁਣ ਤੱਕ ਬਹੁਤ ਸਾਰਾ ਮਾਣ ਪੰਜਾਬ ਦੀ ਝੋਲੀ ਦੇ ਵਿੱਚ ਪਾਇਆ, ਪਰ ਨਿਰਾਸ਼ ਇਸ ਗੱਲ ਤੋਂ ਹੈ ਵੀ ਐਥਲੀਟ ਵੱਲ ਜਾਂ ਸਪੋਰਟਸਮੈਨ ਵੱਲ ਕੋਈ ਨਹੀਂ ਦੇਖ ਰਿਹਾ, ਕੋਈ ਨਹੀਂ ਉਹਨਾਂ ਬਾਰੇ ਸੋਚ ਰਿਹਾ। ਅਤੇ ਇਹ ਇਸ ਕਰਕੇ ਵੀ ਗੁੱਸਾ ਆਉਂਦਾ ਹੈ ਵੀ ਯਾਰ, ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਜਦੋਂ ਕਾਲਜਾਂ ਦੇ ਵਿੱਚ ਭਾਸ਼ਣ ਦਿੰਦੇ ਹੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਗੱਲਾਂ ਕੀਤੀਆਂ ਜਾਂਦੀਆਂ ਨੇ ਅਤੇ ਨਾਲ ਹੀ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਂਦਾ ਹੈ, ਪਰ ਇਹ ਬਿਆਨ ਉਦੋਂ ਕਾਗਜ਼ੀ ਹੋ ਜਾਂਦੇ ਨੇ ਜਦੋਂ ਦਵਿੰਦਰ ਸਿੰਘ ਕੰਗ ਹੋਰਾਂ ਵਰਗੇ ਖਿਡਾਰੀ ਆ ਕੇ ਅਜਿਹੀਆਂ ਗੱਲਾਂ ਦੱਸ ਜਾਂਦੇ ਨੇ ਜੋ ਲੀਡਰਾਂ ਦੇ ਬਿਆਨਾਂ ਅਤੇ ਲੀਡਰਾਂ ਦੇ ਭਾਸ਼ਣਾਂ ਤੋਂ ਕੋਹਾਂ ਦੂਰ ਹੁੰਦੀਆਂ ਨੇ। ਸੋ ਜ਼ਰੂਰ ਇੱਕ ਵਾਰ ਧਿਆਨ ਦਿੱਤਾ ਜਾਵੇ ਅਤੇ ਨਾਲ ਹੀ ਵਿਰੋਧੀ ਧਿਰਾਂ ਨੂੰ ਜ਼ਰੂਰ ਕਹਾਂਗੇ ਕਿ ਆਪਣਾ ਬਣਦਾ ਰੋਲ ਜ਼ਰੂਰ ਅਦਾ ਕੀਤਾ ਜਾਵੇ। ਜੇ ਸਰਕਾਰਾਂ ਸੁੱਤੀਆਂ ਪਈਆਂ ਨੇ ਤਾਂ ਜਗਾਉਣਾ ਉਹਨਾਂ ਦਾ ਕੰਮ ਹੈ, ਨਹੀਂ ਤਾਂ ਫਿਰ ਇਹੀ ਸੋਚਾਂਗੇ ਵੀ ਰਲ ਕੇ ਸਭ ਪਾਸੇ ਡਰਾਮੇ ਕੀਤੇ ਜਾ ਰਹੇ ਨੇ। ਪਾਰਟੀ ਜਿਹੜੀ ਮਰਜ਼ੀ ਹੋਵੇ, ਕਿਉਂਕਿ ਅਸੀਂ ਜਿੱਥੇ ਕੋਈ ਚੰਗਾ ਕੰਮ ਕਰਦਾ ਉਹਦੀ ਸ਼ਲਾਘਾ ਵੀ ਹਿੱਕ ਠੋਕ ਕੇ ਕਰਦੇ ਆ, ਪਰ ਜਿੱਥੇ ਗਲਤ ਕੰਮ ਹੁੰਦਾ ਹੈ ਜਾਂ ਫਿਰ ਕੋਈ ਆਵਾਜ਼ ਹੀ ਨਹੀਂ ਉਠਾਉਂਦਾ ਤਾਂ ਉੱਥੇ ਤਾਂ ਫਿਰ ਡਰਾਮਾ ਹੀ ਕਿਹਾ ਜਾ ਸਕਦਾ। ਪਰ ਉਮੀਦ ਕਰਦੇ ਹਾਂ ਵੀ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਜਾਂ ਸੁੱਤੀਆਂ ਸਰਕਾਰਾਂ ਨੇ ਉਹ ਜ਼ਰੂਰ ਜਾਗਣਗੀਆਂ ਅਤੇ ਖਿਡਾਰੀਆਂ ਦਾ ਮਾਣ ਸਨਮਾਨ ਵਧਾਇਆ ਜਾਵੇਗਾ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।